1 ਕਿੱਲੇ ਚੋਂ ਪੰਜਾਬ ਦੇ 40 ਲੱਖ ਰੁਪਏ ਤੱਕ ਇਨਕਮ ਹੋ ਸਕਦੀ ਹੈ। ਪਹਿਲਾਂ 4 ਕਨਾਲਾਂ ਫਿਰ 8 ਕਨਾਲਾਂ ਕਰਕੇ ਦਿਖਾਇਆ ਵੀ ਕਲੋਰੋ ਪਾਉਣ ਦੀ ਲੋੜ ਨਹੀਂ। ਸਾਰਾ ਪਿੰਡ ਪਾਈ ਜਾਂਦਾ ਕਲੋਰੋ, ਸਾਰੀ ਦੁਨੀਆ ਕਮਲੀ ਹੈ ਕਲੋਰੋ ਪਾਈ ਦੇ, ਤੂੰ ਕਹਿਣਾ ਵੀ ਪਾਉਣੀ ਨਹੀਂ ਹੈਗੀ। ਮੇਰਾ ਖਰਚਾ ਜਦੋਂ 15,000 ਤੋਂ 8 ਹੋਇਆ, 8 ਤੋਂ 6 ਹੋਇਆ, 6 ਤੋਂ 4 ਹੋਇਆ। ਮੈਨੂੰ ਨਫ਼ਰਤ ਸੀਗੀ ਖੇਤੀ ਤੋਂ। ਅੱਛਾ ਜੀ। ਮੈਂ ਨਹੀਂ ਕਰਨੀ। ਮੈਂ 8ਵੀਂ ਕਲਾਸ ਤੋਂ ਪਹਿਲਾਂ ਹੀ ਸੋਚ ਰਿਹਾ ਸੀਗਾ ਵੀ ਆਪਾਂ ਖੇਤੀ ਨਹੀਂ ਕਰਨੀ, ਜਾਂ ਤਾਂ ਮੁਲਾਜ਼ਮ ਲੱਗਾਂਗੇ ਜਾਂ ਕੋਈ ਵਧੀਆ ਕੰਮ ਕਰ ਲਾਂਗੇ। ਝੋਨਾ ਦਾ ਜੀ ਪਾਣੀ ਖਤਮ ਕਰ ਦੂ ਤੇ ਨਰਮਾ ਪਾਣੀ ਬਚਾ ਦੂਗਾ ਹੈ, ਪਰ ਦੋਨੇ ਗੱਲਾਂ ਮੇਲ ਨਹੀਂ ਖਾਂਦੀਆਂ ਹੈਗੀਆਂ ਜੀ। ਮੈਂ ਸਬਸਿਡੀਆਂ ਦੇ ਖਿਲਾਫ ਹੁੰਨਾ ਵੀ ਇਹ ਮਿੱਠਾ ਜ਼ਹਿਰ ਆ, ਜੇ ਵੱਧ ਖਾ ਲਓਗੇ ਤਾਂ ਇਹ ਜ਼ਹਿਰ ਇਹਦਾ ਰਿਐਕਸ਼ਨ ਹੀ ਕਰਨੀ ਹੈ, ਮਾਰਨਾ ਤੁਹਾਨੂੰ। ਨਰਮੇ ਦੀ ਫਸਲ ਬਾਰੇ ਆਪਾਂ ਇਹਦੇ ਵਿੱਚ ਗੱਲ ਕੀਤੀ ਹੈ ਕਿ ਖੇੜਾ ਪੈਂਦਾ। ਖੇੜਾ ਇੱਕ ਕਾਰਨ ਕਰਕੇ ਤਾਂ ਪੈਂਦਾ ਨਹੀਂ ਹੈਗਾ। ਜੇ ਤੂੰ 3 ਕਿੱਲਿਆਂ ਦੇ ਤੇਰੇ ਕੋਲੇ ਹੈਗੀ ਨਾ ਪੈਲੀ, ਤੂੰ ਕੈਪਟਨ ਅਮਰਿੰਦਰ ਹੀ ਹੈ। ਖੇਤੀਬਾੜੀ ਤੇ ਗੱਲਬਾਤ ਹੁੰਦੀ ਹੈ ਨਾ। ਹਾਂਜੀ। ਖੇਤੀਬਾੜੀ ਮਾਹਿਰਾਂ ਦੇ ਨਾਲ ਹੁੰਦੀ ਆ। ਕਹਿੰਦੇ ਯਾਰ ਖੇਤੀਬਾੜੀ ਢਾਂਚੇ ਨੂੰ ਬਦਲਣ ਦੀ ਜ਼ਰੂਰਤ ਆ, ਸਾਨੂੰ ਕੁਦਰਤੀ ਖੇਤੀ ਵੱਲ ਆਉਣਾ ਹੀ ਪੈਣਾ। ਸਾਨੂੰ ਆਹ ਜਿਹੜੀਆਂ ਰੇਹਾਂ ਸਪਰੇਹਾਂ ਮਹਿੰਗੀਆਂ ਨੇ ਇਹਨਾਂ ਨੂੰ ਛੱਡਣਾ ਹੀ ਪੈਣਾ ਜੇਕਰ ਅਸੀਂ ਖੇਤੀਬਾੜੀ ਢਾਂਚੇ ਨੂੰ ਬਚਾਉਣਾ। ਬਹੁਤੇ ਫਾਰਮਰ ਨੂੰ ਖਾਦਾਂ ਬਾਰੇ ਨਹੀਂ ਪਤਾ ਹੈਗਾ ਵੀ ਯੂਰੀਆ ਦਾ ਕਿਆ ਕੰਮ ਆ, DAP ਦਾ ਕਿਆ ਕੰਮ ਆ, ਪੋਟਾਸ਼ ਦਾ ਕਿਆ ਕੰਮ ਆ। ਆਪਾਂ ਇਹ 'ਚ ਸਾਰੇ ਨਿਊਟ੍ਰੀਐਂਟ ਤੇ ਗੱਲ ਕੀਤੀ ਆ, ਇਹਦਾ ਕਿਆ ਕੰਮ ਆ। ਬਾਣਾ 'ਚ ਸਿਉਂਖ ਨਾ ਹੋਵੇ ਤਾਂ ਬਾਣ ਨਮਰਦਾ ਜੀ, ਬਾਣ ਖਤਮ ਹੈ, ਨਿੱਲ ਹੈ, ਕੋਈ ਨਹੀਂ ਹੈਗਾ ਬਾਣ 'ਚ। ਇਹ ਸਮੱਸਿਆ ਤੁਹਾਡੀ ਆ, ਤੁਹਾਨੂੰ ਹੀ ਹੱਲ ਕਰਨੀ ਪੈਣੀ ਹੈ। ਇਹਨੂੰ ਖੁਦਕੁਸ਼ੀ ਨਾਲ ਵੀ ਨਹੀਂ ਹੱਲ ਕੀਤਾ ਜਾ ਸਕਦਾ। ਸਤਿ ਸ੍ਰੀ ਅਕਾਲ। RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਅਸੀਂ ਅਕਸਰ ਸੁਣਦੇ ਹਾਂ ਕਿ ਖੇਤੀ ਕਰਮਾ ਸੇਤੀ, ਪਰ ਜੇਕਰ ਹੁਣ ਦੇ ਯੁੱਗ ਦੀ ਗੱਲ ਕਰੀਏ ਤਾਂ ਖੇਤੀ ਜਿਹੜੀ ਆ ਤਕਨੀਕ ਦੇ ਸਿਰ ਤੇ ਆ। ਤਾਂ ਅਕਸਰ ਇਦਾਂ ਦੇ ਜਿਹੜੇ ਨੌਜਵਾਨ ਨੇ ਸਾਡੇ ਨਾਲ ਸਮੇਂ-ਸਮੇਂ ਤੇ ਇਦਾਂ ਦੀਆਂ ਤਕਨੀਕਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਹਿੰਦੇ ਨੇ, ਤਾਂ ਜੋ ਇਹਦਾ ਜਿਹੜਾ ਆ ਵਾਧਾ ਹੋਰ ਕਿਸਾਨ ਭਰਾਵਾਂ ਨੂੰ, ਕਿਸਾਨ ਵੀਰਾਂ ਨੂੰ ਵੀ ਹੋ ਸਕੇ। ਇੱਦਾਂ ਦੇ ਇੱਕ ਨੌਜਵਾਨ ਨੂੰ ਅਸੀਂ ਅਕਸਰ ਜਿਹੜਾ ਆ YouTube ਦੇ ਜ਼ਰੀਏ, Facebook ਦੇ ਜ਼ਰੀਏ ਦੇਖਦੇ ਹਾਂ। ਮੈਂ ਗੱਲ ਕਰ ਰਿਹਾ ਬਾਈ ਪ੍ਰਗਟ ਦੀ। ਪਿਛਲੇ ਦਿਨੀ ਬਾਈ ਦੀ ਜਿਹੜੀ ਕਿਤਾਬ ਵੀ ਰਿਲੀਜ਼ ਹੋਈ, ਅੱਜ ਬਾਈ ਸਾਡੇ ਨਾਲ ਹੋਣਗੇ, ਤੁਹਾਡੇ ਰੂਬਰੂ ਕਰਾਂਗੇ। ਗੱਲਬਾਤ ਬਾਈ ਦੇ ਨਾਲ ਰਹੇਗੀ, ਖਾਸ ਗੱਲਬਾਤ ਬਾਈ ਦੀ ਜਿਹੜੀ ਆ ਕਿਤਾਬ ਦੇ ਉੱਪਰ ਰਹੇਗੀ ਤੇ ਖੇਤੀਬਾੜੀ ਦੇ ਉੱਪਰ ਜਿਹੜੀ ਆ ਗੱਲਬਾਤ ਕਰਾਂਗੇ। ਮੇਰੇ ਨਾਲ ਪ੍ਰਗਟ ਬਾਈ ਆ। ਪ੍ਰਗਟ ਬਾਈ ਦਾ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਅਗਲੀ ਗੱਲਬਾਤ ਵਧਾਂਗੇ। ਪ੍ਰਗਟ ਬਾਈ ਸਤਿ ਸ਼੍ਰੀ ਅਕਾਲ। ਸਵਾਗਤ ਹੈ। ਠੀਕ ਠਾਕ ਹੋ? ਬਹੁਤ ਵਧੀਆ ਜੀ। ਅੱਛਾ ਬਾਈ, ਕਿਤਾਬ ਤੋਂ ਜਿਹੜੀ ਗੱਲਬਾਤ ਜਿਹੜੀ ਆ ਸ਼ੁਰੂ ਕਰਦੇ ਹਾਂ। ਕਿਤਾਬ ਪਿਛਲੇ ਦਿਨੀ ਰਿਲੀਜ਼ ਹੋਈ ਆ, ਨਰਮਾ ਆਸਾਂ ਦੀ ਚਿੱਟੀ ਢੇਰੀ। ਹਾਂਜੀ। ਪਹਿਲਾਂ ਤਾਂ ਨਾਮ ਤੇ ਜਾਂਦੇ ਆ, ਨਰਮ ਆਸਾਂ ਦੀ ਚਿੱਟੀ ਢੇਰੀ। ਆਸ ਤਾਂ ਹਰੇਕ ਫਸਲ ਤੋਂ ਹੀ ਹੁੰਦੀ ਹੈ ਜੀ, ਕਿਉਂਕਿ ਕਿਸੇ ਨੇ ਘਰ ਪਾਉਣਾ, ਕਿਸੇ ਨੇ ਬੱਚੇ ਵਿਆਹੁਣੇ ਆ, ਕਿਸੇ ਨੇ ਬਾਹਰ ਭੇਜਣੇ ਆ, ਕਿਸੇ ਨੇ ਕੋਈ ਆਪਦਾ ਹੋਰ ਟੀਚਾ ਮਿੱਥਿਆ ਹੁੰਦਾ। ਫਸਲ ਆਪਾਂ ਘਰੇ ਤਾਂ ਰੱਖਣੀ ਨਹੀਂ ਹੁੰਦੀ, ਬਾਹਰੀ ਆਸਾਂ ਬਾਹਲੀਆਂ ਜੁੜੀਆਂ ਹੁੰਦੀਆਂ ਜੀ, ਪਰ ਇਹ ਆਸਾਂ ਘਟ ਰਹੀਆਂ ਦਿਨੋਂ ਦਿਨ ਜੀ। ਕੁਛ ਸਾਡੀਆਂ ਜ਼ਮੀਨਾਂ ਰਿਸਪੌਂਸ ਨਹੀਂ ਦੇ ਰਹੀਆਂ, ਜ਼ਮੀਨਾਂ ਦਾ ਰਿਸਪੌਂਸ ਘਟਦਾ ਜਾ ਰਿਹਾ। ਫਸਲ 2 ਕਰਦੇ ਆ ਜਾਂ 3 ਕਰਦੇ ਆ, ਉਹ 'ਚੋਂ ਮੇਜਰ ਫਸਲ ਤਾਂ ਇੱਕੋ ਹੀ ਹੁੰਦੀ ਹੈ। ਬਿਲਕੁਲ। ਤੇ ਆਹ ਜਿਹੜੀ ਆਇਆ ਸੀਜ਼ਨ ਦੀ ਫਸਲ ਲੱਗੀ ਹੋਈ ਹੈ ਨਰਮਾ, ਮਾਲਵੇ ਏਰੀਏ ਦਾ ਤੇ ਹਰਿਆਣਾ ਰਾਜਸਥਾਨ ਦੀ ਮੁੱਖ ਫਸਲ ਦੇ ਤੌਰ 'ਤੇ ਹੀ ਆ। ਫਿਰ ਤਾਂ ਸਾਨੂੰ ਜਾਇਜ਼ ਜਿਹਾ ਲੱਗਿਆ ਵੀ ਆਸਾਂ ਦੀ ਚਿੱਟੀ ਢੇਰੀ ਲਿਖ ਦਿੱਤਾ ਜਾਵੇ। ਅੱਛਾ, ਇੱਕ ਚੀਜ਼ ਹੋਰ ਆ, ਜਦੋਂ ਜਵਾਨੀ ਦੇ ਵਿੱਚ ਹੁੰਦਾ ਨਾ, ਤੁਹਾਡੀ ਵਾਲੀ ਉਮਰ ਹੋ ਗਈ, ਮੇਰੇ ਵਾਲੀ ਉਮਰ ਹੋ ਗਈ, ਜਦੋਂ ਮੇਰੇ ਵਰਗੇ ਨੂੰ ਲਿਖਣ ਦਾ ਥੋੜਾ ਬਹੁਤਾ ਬਲ ਹੁੰਦਾ ਕਿ ਲਿਖਣਾ ਯਾਰ, ਕਿਤਾਬ ਚੱਕ ਕੇ ਕਾਪੀ ਚੱਕ ਕੇ ਲਿਖਣ ਲੱਗਦਾ, ਤਾਂ ਜਾਂ ਤਾਂ ਮੁਟਿਆਰ ਦੀ ਗੱਲ ਆਉਂਦੀ ਆ ਹਨਾ, ਜਾਂ ਫਿਰ ਟੁੱਟੇ ਦਿਲ ਦੀ ਗੱਲ ਆਉਂਦੀ ਹੈ ਹਨਾ, ਐਦਾਂ ਦੀਆਂ ਗੱਲਾਂ ਆਉਂਦੀਆਂ ਨੇ। ਫਿਰ ਪ੍ਰਗਟ ਨੂੰ ਕੀ ਸੁਝਿਆ ਕਿ ਨਹੀਂ ਯਾਰ ਖੇਤੀਬਾੜੀ ਤੇ ਲਿਖਿਆ ਜਾਵੇ, ਉਹਨਾਂ ਚੀਜ਼ਾਂ ਤੋਂ ਪਰੇ ਹਟ ਗਏ? ਠੀਕ ਹੈ ਜੀ, ਮੈਂ ਤੁਹਾਨੂੰ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਕਿ ਚੇਂਜ ਬੰਦਾ ਉਦੋਂ ਹੀ ਹੁੰਦਾ ਜਦੋਂ ਉਹਦੇ ਹਾਰਟ ਦੇ ਵਿੱਚ ਕੋਈ ਗੱਲ ਜਾ ਕੇ ਵੱਜਦੀ ਹੈ। ਠੀਕ ਹੈ, ਮੈਨੂੰ ਨਫ਼ਰਤ ਸੀਗੀ ਖੇਤੀ ਤੋਂ। ਅੱਛਾ ਜੀ। ਮੈਂ ਨਹੀਂ ਕਰਨੀ। ਮੈਂ 8ਵੀਂ ਕਲਾਸ ਤੋਂ ਪਹਿਲਾਂ ਹੀ ਸੋਚ ਰਿਹਾ ਸੀਗਾ ਵੀ ਆਪਾਂ ਖੇਤੀ ਨਹੀਂ ਕਰਨੀ, ਜਾਂ ਤਾਂ ਮੁਲਾਜ਼ਮ ਲੱਗਾਂਗੇ ਜਾਂ ਕੋਈ ਵਧੀਆ ਕੰਮ ਕਰ ਲਾਂਗੇ। ਅੱਛਾ ਜੀ। ਕਿਉਂਕਿ ਆਪਣੇ ਟੀਚਰ ਆਪਣੇ ਟੀਕਾ ਲਾਉਂਦੇ ਆ ਇੱਕ, ਬਿਲਕੁਲ, ਵੀ ਪੜ੍ਹ ਲਓ ਤਾਂ ਖੇਤੀ ਕਰੋਗੇ, ਨਹੀਂ ਤਾਂ ਜਾਂ ਤਾਂ ਤੁਸੀਂ ਕੋਈ ਵਧੀਆ ਨੌਕਰੀ ਲੈ ਲਓਗੇ। ਸਾਡਾ ਵੀ ਸਵਾਲ ਹੁੰਦਾ ਸੀ ਕਲਾਸ 'ਚ, ਮੈਂ ਮੋਨੀਟਰ ਹੁੰਦਾ ਸੀਗਾ, ਤੇ ਉੱਥੇ ਮੈਂ ਫਿਰ ਇੱਕ ਸਾਡੇ ਮੈਡਮ ਸੀਗੇ ਗੁਰਮੇਲ ਕੌਰ, ਤੇ ਉਹਨਾਂ ਨੂੰ ਮੈਂ ਪੁੱਛਿਆ ਵੀ ਕੀ ਹੋ ਸਕਦਾ ਜੀ, ਪੜ੍ਹਨਾ ਹੱਲ ਹੋ ਜੂਗਾ? ਤੇ ਉਹ ਕਹਿੰਦੇ ਜੀ ਬੱਚਾ ਨੌਨ ਮੈਡੀਕਲ ਕਰੋ, ਬਹੁਤ ਅੱਗੇ ਸਕੋਪ ਆ। ਮੈਂ ਕਰ ਲਿਆ ਤੇ ਪਤਾ ਲੱਗ ਗਿਆ ਵੀ ਸਕੋਪ ਕਿੰਨਾ ਕੁ। ਠੀਕ ਹੈ,
ਉਦੋਂ ਪਤਾ ਲੱਗ ਗਿਆ ਵੀ ਹੁਣ ਜਾਂ ਤਾਂ ਮੈਡੀਕਲ ਲਾਈਨ 'ਚ ਜਾਣਾ ਪਊ ਜਾਂ ਫਿਰ BSc ਕਰਨੀ ਪਊ ਤੇ ਜਾਂ ਇੰਜੀਨੀਅਰਿੰਗ। ਅਸੀਂ ਇੰਜੀਨੀਅਰਿੰਗ ਵੱਲ ਚਲੇ ਗਏ। ਉਦੋਂ ਇੰਜੀਨੀਅਰਿੰਗ ਬਾਹਲੇ ਵੱਡੇ ਲੈਵਲ ਤੇ ਹੁੰਦੀ ਸੀ। ਬਿਲਕੁਲ ਬਿਲਕੁਲ ਪੰਜਾਬ ਦਾ ਹਰ ਬੰਦਾ ਇੰਜੀਨੀਅਰ ਸੀ। ਠੀਕ ਹੈ, ਡਿਪਲੋਮਾ ਵੀ ਕਰ ਰਹੇ ਸੀ ਲੋਕ ਤੇ ਬੀਟੈਕ ਵੀ ਕਰ ਰਹੇ ਸੀ, ਮੈਂ ਵੀ ਕਰ ਲਈ। ਤੇ ਸਿਸਟਮ ਆਪਣੇ ਉਹੀ ਹੁੰਦਾ ਵੀ ਬੰਦਾ ਕੀ ਹੈ ਸਿਸਟਮ ਦੇ ਵਿੱਚ ਸਿਲੇਬਸ ਨੂੰ ਫੋਲੋ ਕਰਦਾ ਵੀ ਇਹਨੂੰ ਮੈਂ ਪੜ੍ਹ ਕੇ ਨੰਬਰ ਸਕੋਰ ਬਣਾ ਲੂੰਗਾ, ਕਾਰਡ ਬਣ ਜਾਣਗੇ ਤੇ ਆਪਾਂ ਨੂੰ ਇਹ ਕਾਰਡ ਦੇਖ ਕੇ ਨੌਕਰੀ ਮਿਲ ਜਾਣੀ ਹੈ। ਪਰ ਇਦਾਂ ਤਾਂ ਹੁੰਦਾ ਨਹੀਂ ਹੈਗਾ। ਬਿਲਕੁਲ ਕੰਪਨੀ ਕਹਿੰਦੀ ਡਿਗਰੀ ਹੈਗੀ ਆ, ਐਕਸਪੀਰੀਅੰਸ ਹੈਗਾ, ਨੌਲੇਜ ਹੈਗੀ ਆ ਤਾਂ ਮੇਰੇ ਕੰਮ ਦਾ ਨਹੀਂ, ਮੈਨੂੰ ਤੇਰੇ ਸਰਟੀਫਿਕੇਟ ਦਾ ਕੋਈ ਮਤਲਬ ਨਹੀਂ ਹੈਗਾ। ਤੇ ਉਹ ਚੀਜ਼ ਫੀਲ ਹੋਈ ਵੀ ਪੜ੍ਹ ਵੀ ਗਏ, ਨੰਬਰ ਵੀ ਆ ਗਏ, ਲੱਗੇ ਨਹੀਂ ਹੈਗੇ। ਅੱਛਾ ਜੀ, ਠੀਕ ਹੈ। ਚਲੋ 1 ਸਾਲ ਦੀ ਨੌਕਰੀ ਕਰਨ ਦਾ ਵੀ ਮੌਕਾ ਮਿਲ ਗਿਆ ਆਪਾਂ ਨੂੰ ਥਰਮਲ ਦੇ ਵਿੱਚ ਤੇ ਉੱਥੇ ਵੀ ਆਪਾਂ ਆਪਦਾ ਸਿੱਕਾ ਜਮਾਇਆ। ਪਰ ਅਸਲ ਦੇ ਵਿੱਚ ਉੱਥੇ ਅਸੀਂ ਕਿਸੇ ਹੋਰ ਤਜਰਬੇ ਦੇ ਤੌਰ ਤੇ ਗਏ ਸੀ, ਉੱਥੇ ਸਾਥੋਂ ਕੰਮ ਹੋਰ ਲੈ ਜਾਂਦਾ ਸੀ। ਅੱਛਾ ਜੀ, ਉੱਥੇ ਅਸੀਂ ਆਖਿਆ ਵੀ ਜਾਂਦਾ ਸੀ, ਅਸੀਂ ਕਹਿ ਦਿੰਦੇ ਵੀ ਸਾਡਾ ਤਾਂ ਜੌਬ ਪ੍ਰੋਫਾਈਲ ਹੋਰ ਹੈ ਜੀ, ਅਸੀਂ ਤੇ ਅਬਜ਼ਰਵ ਕਰਨਾ ਇਦਾਂ ਦੇ, ਸਿੱਧਾ ਸਾਡਾ ਸਿਸਟਮ ਆ, ਸਾਡੇ ਬੌਸ ਇਦਾਂ ਦੇ ਕੰਮ ਕਰਦੇ ਆ। ਉਹਨਾਂ ਦਾ ਬੌਸ ਆ ਕੇ ਸਿੱਧਾ ਕੰਨ ਫੜ ਲਿਆ ਕਰੇ ਵੀ ਆਹ ਕੰਮ ਵੀ ਕਰਨਾ ਪਊਗਾ। ਅੱਛਾ ਜੀ। ਤੇ ਫਿਰ ਸਿਸਟਮ ਲੱਗਿਆ ਵੀ ਇਹਦਾ ਸਿਸਟਮ ਬਹੁਤ ਜ਼ਿਆਦਾ ਪੋਲਿਊਟਡ ਆ, ਇਹਦੇ 'ਚ ਵੀ ਪੋਲਿਟਿਕਸ ਚੱਲਦੀ ਹੈ, ਪ੍ਰਾਈਵੇਟ 'ਚ ਵੀ ਪੋਲਿਟਿਕਸ ਆ, ਸਰਕਾਰੀ 'ਚ ਵੀ ਪੋਲਿਟਿਕਸ ਆ। ਇੱਕ ਸਰਕਾਰੀ ਮੁਲਾਜ਼ਮਾਂ ਦੇ ਆਪਣੇ ਕਾਫੀ ਫਰੈਂਡ ਸਰਕਾਰੀ ਮੁਲਾਜ਼ਮ ਲੱਗੇ ਹੋਏ ਆ, ਇੱਕ ਬੰਦੇ ਦੇ 10-10 ਬੰਦਿਆਂ ਦਾ ਬੋਝ ਆ। ਇਸੇ ਕਰਕੇ ਸਰਕਾਰੀ ਸਿਸਟਮ ਬਹੁਤ ਜ਼ਿਆਦਾ ਉਲਝਿਆ ਹੋਇਆ, ਵਰਕ ਕਾਗਜ਼ੀ ਵਰਕ ਜ਼ਿਆਦੇ ਆ, ਉਹਨਾਂ ਨੂੰ ਗਰਾਊਂਡ ਪੱਧਰ ਤੇ ਐਕਟਿਵ ਹੀ ਨਹੀਂ ਹੋਣ ਦਿੱਤਾ ਜਾਂਦਾ। ਤੇ ਫਿਰ ਮੈਂ ਵੀ ਪਹਿਲਾਂ ਮੈਂ ਸੋਚਦਾ ਸੀ, ਮੈਂ ਆਪਦੇ ਤਾਏ ਨੂੰ ਇੱਕ ਵਾਰੀ ਕਹਿਤਾ ਸੀਗਾ ਵੀ ਮੈਥੋਂ ਨਹੀਂ ਆਹ ਕੰਮ ਹੁੰਦਾ, ਇਹ ਤਾਂ ਗਿਰਿਆ ਹੋਇਆ ਕੰਮ ਖੇਤੀਬਾੜੀ ਦਾ। ਹਾਂ, ਖੇਤੀਬਾੜੀ। ਤੇ ਜਦੋਂ ਮੈਨੂੰ ਪਤਾ ਲੱਗ ਗਿਆ ਸੀ ਵੀ ਹੁਣ ਮੇਰੀ ਜੌਬ 3-4 ਮਹੀਨੇ ਦੀ ਰਹਿ ਗਈ, ਠੀਕ ਹੈ, ਤੇ ਆਪਾਂ ਹੋਰ ਜਗ੍ਹਾ ਸ਼ਿਫਟ ਹੋਣਾ ਪੈਣਾ। ਕਹਿੰਦਾ ਕੰਪਨੀ ਚੇਂਜ ਕਰਨੀ ਪਊ ਤੇ ਜਾਂ ਜਿੱਥੇ ਇਹ ਭੇਜ ਰਹੇ ਆ ਹੁਣ ਆਪਾਂ ਨੂੰ 1500 ਕਿਲੋਮੀਟਰ ਤੇ ਉੱਥੇ ਜਾਣਾ ਪਊਗਾ। ਤੇ ਫਿਰ ਅਸੀਂ ਸਰਚ ਕਰਦੇ ਰਹਿੰਦੇ ਸੀ, ਬੈਠੇ ਰਹਿੰਦੇ ਸੀ, ਜਦੋਂ ਆਪਾਂ ਮਤਲਬ ਦੁਪਹਿਰੇ ਲੰਚ ਟਾਈਮ ਦੇ ਵਿੱਚ ਬਹਿੰਦੇ ਆ ਤੇ ਉੱਥੋਂ ਹੀ ਇੱਕ ਬੰਦੇ ਨੇ ਸੁਝਾਅ ਦਿੱਤਾ, ਕਹਿੰਦਾ ਵੀ ਤੁਸੀਂ ਜ਼ਿਮੀਂਦਾਰ ਹੋ? ਮੈਂ ਕਿਹਾ ਹਾਂਜੀ। ਤੇ ਕਹਿੰਦਾ ਫਿਰ ਅਸੀਂ ਤਾਂ ਲਾ ਲਏ ਆ, ਸਾਡੀ ਤਾਂ ਮਜਬੂਰੀ ਆ ਖੇਤੀ ਕਰਨੀ। ਸਾਡਾ ਤਾਂ ਜੇ ਹੁਣ ਬਾਪੂ ਦੁਕਾਨ ਤੇ ਬਹਿੰਦਾ ਤੇ ਜਿੱਥੋਂ ਉਹ ਕੰਮ ਸ਼ੁਰੂ ਕਰਕੇ ਖਤਮ ਕਰਕੇ ਗਿਆ ਸੀ ਉੱਥੋਂ ਸ਼ੁਰੂ ਕਰ ਲਾਂਗੇ, ਅਸੀਂ ਤਾਂ ਫੇਲ ਨਹੀਂ ਹੁੰਦੇ ਆ। ਤੇ ਤੁਸੀਂ ਕਹਿੰਦਾ ਉੱਥੋਂ ਹੀ ਸ਼ੁਰੂ ਕਰਨਾ ਹੁੰਦਾ ਜਿੱਥੋਂ ਤੁਹਾਡੇ ਪਿਓ ਨੇ ਸ਼ੁਰੂ ਕੀਤਾ ਹੁੰਦਾ। ਉਹ ਵੀ ਰੁਲ ਜਾਂਦਾ ਤੇ ਤੁਸੀਂ ਵੀ ਰੁਲ ਜਾਂਦੇ ਹੋ, ਤੁਹਾਡੇ ਬੱਚੇ ਵੀ ਐਂ ਰੁਲ ਜਾਂਦੇ ਆ, ਤੁਹਾਡੇ ਸੁਪਨੇ ਵੀ ਐਂ ਰੁਲ ਜਾਂਦੇ ਆ। ਮੈਂ ਕਿਹਾ ਗੱਲ ਤਾਂ ਤੁਹਾਡੀ ਬਾਈ ਬਹੁਤ ਜ਼ਿਆਦਾ ਤੁਸੀਂ ਜਾਇਜ਼ ਹੀ ਕਰਤੀ। ਤੇ ਕਹਿੰਦਾ ਕਿੰਨੇ ਕਿੱਲੇ ਆਉਂਦੇ ਆ? ਮੈਂ ਦੱਸਤਾ, ਮੈਂ ਕਿਹਾ ਇੰਨੀ ਕੁ ਪੈਲੀ ਆਉਂਦੀ ਹੈ। ਕਹਿੰਦਾ ਫਿਰ ਤੁਸੀਂ ਤਾਂ ਬਹੁਤ ਵਧੀਆ ਕੁਛ ਕਰ ਸਕਦੇ ਹੋ, ਤੁਸੀਂ ਖੇਤੀ 'ਚ ਜਾਓ। ਤੇ ਮੈਂ ਹੁਣ ਖੇਤੀ ਕੀ ਜਾਵਾਂ, ਮੇਰਾ ਆਪਦਾ ਬਣ 5 ਤੇ ਸੀ, ਮੇਰੇ ਡੈਡੀ ਵਰਗੇ ਖੇਤੀ ਕਰਦੇ ਸੀ। ਇਹਨਾਂ ਦਾ ਹੋਰ ਢੰਗ ਹੁੰਦਾ, ਪ੍ਰੋਬਲਮ ਦੱਸੀ ਜਾ ਕੇ ਬਾਣੀਆਂ ਕੋਲ ਹੁੰਦੇ ਤਾਂ ਵੀ ਆਹ ਲੀਟਰ 3 ਕਿੱਲਿਆਂ 'ਚ ਪੈਂਦਾ, ਪਾ ਦੇ। ਤੇ ਆਪਣੇ ਪਾ ਦਿੰਦੇ ਆ, ਠੀਕ ਹੈ। ਜੇ ਬਾਹਲਾ ਰਿਜ਼ਲਟ ਲੈਣਾ 2.5 'ਚ ਪਾ ਦਿੰਦੇ ਆ, ਠੀਕ ਹੈ। ਜਿਹੜਾ ਜਿਹਾ ਸੂਮ ਹੁੰਦਾ ਥੋੜਾ ਜਿਹਾ 4 'ਚ ਪਾ ਦਿੰਦਾ। ਤੇ ਐਸੇ ਤਰੀਕੇ ਨਾਲ ਸਿਸਟਮ ਚੱਲਦਾ ਗਿਆ। ਮੈਂ ਵੀ ਆ ਕੇ ਥੋੜਾ ਜਿਹਾ ਮਤਲਬ ਇਹਦਾ ਜਿਹੜਾ ਟੱਚ 'ਚ ਰਹਿਣ ਲੱਗ ਗਿਆ ਵੀ ਮੈਂ ਵੀ ਕਹੀ ਕਹਾਣੀ ਚਲਾ ਕੇ ਦੇਖਦਾ ਤੇ ਵੀ ਸਪਰੇਹਾਂ ਸੂਹਾਂ ਸਹੀ ਕਰਿਆ ਕਰਾਂਗੇ, ਆਪਾਂ ਖੇਤੀ ਕਰ ਲਾਂਗੇ ਆਪਦੇ। ਤੇ 2012 ਤੋਂ ਬਾਅਦ ਜਦੋਂ ਐ ਚੱਲੀ ਗਿਆ ਸਿਸਟਮ ਤੇ ਮੈਂ ਹੁਣ ਮੇਰੇ ਅਨਪੜ੍ਹ ਕਾਮੇ, ਠੀਕ ਹੈ, ਮਤਲਬ ਆਪਣਾ ਜਿਹੜਾ ਸੀਰੀ ਸਾਂਝੀ ਹੁੰਦਾ ਉਹਨੂੰ ਤਾਂ ਲੀਟਰ ਦੇਖ ਕੇ ਪਤਾ ਲੱਗ ਜਾ ਕਰੇ ਖਾਲੀ ਤੋਂ ਵੀ ਫਲਾਣੇ ਦਾ ਲੀਟਰ ਆ ਇਹ। ਤੇ ਮੈਂ ਪੜ੍ਹਿਆ ਲਿਖਿਆ, ਮੈਨੂੰ ਪਤਾ ਨਾ ਲੱਗਿਆ ਕਰੇ ਵੀ ਇਹ ਕਾਹਦੇ ਵਾਲਾ। ਤੇ ਮੈਂ ਤਾਂ ਫਿਰ ਉਹਦੀ ਸਰਚ ਮਾਰਿਆ ਕਰਾਂ ਵੀ ਐ ਕਰਕੇ ਵੀ ਇਹ ਤਾਂ ਭਾਈ ਕੱਖਾਂ ਨੂੰ ਮਾਰਨ ਲਈ ਹੈ ਤੇ ਆਹ ਆਪਣੇ ਸੁੰਡੀ ਨੂੰ ਮਾਰਨ ਲਈ ਹੈ। ਤੇ ਫਿਰ ਮੈਂ ਸਾਰੀਆਂ ਉਹਨਾਂ ਦੀਆਂ ਲਿਸਟਾਂ ਤਿਆਰ ਕਰੀਆਂ ਜੀ। ਉਹਦੇ ਵਿੱਚ ਖੇਤੀ ਕਰੌਪ ਪ੍ਰੈਕਟਿਸਾਂ ਪੜ੍ਹਦਾ ਗਿਆ। ਚਲੋ ਠੀਕ ਆ, ਆਪਾਂ ਪੜ੍ਹੇ ਲਿਖੇ ਆ, ਥੋੜ੍ਹੀ ਮੋਟੀ ਅੰਗਰੇਜ਼ੀ ਸਮਝ ਲੈਂਦੇ ਆ, ਬੋਲ ਲੈਂਦੇ ਆ, ਠੀਕ ਹੈ, ਹਿੰਦੀ ਪੜ੍ਹ ਲੈਂਦੇ ਆ। ਪਰ ਜਿਹੜੇ ਬੰਦੇ ਪੜ੍ਹੇ ਨਹੀਂ ਹੋਏ ਉਹ ਖੇਤੀ ਕਰੀ ਜਾਂਦੇ ਆ। ਬਿਲਕੁਲ। ਪਹਿਲੇ ਸਾਲ ਮੈਂ ਵੜਿਆ, ਮੇਰਾ ਝਾੜ ਵੀ ਘਟਿਆ ਤੇ ਨਮੋਛੀ ਬਣ ਜਾਂਦੀ ਆ, ਕੌਨਫੀਡੈਂਸ ਡਾਊਨ ਹੋ ਜਾਂਦਾ, ਸੈਲਫ ਕੌਨਫੀਡੈਂਸ ਬਾਹਲਾ ਜ਼ਿਆਦਾ ਡਾਊਨ ਹੋ ਜਾਂਦਾ ਵੀ ਆਪਾਂ ਵੜ ਕੇ ਖੇਤੀ ਕਰ ਰਹੇ ਆ ਤੇ ਦੂਜੇ ਤਾਂ ਸਾਰੇ ਬੰਦੇ ਤੀਰ ਤੁੱਕੇ ਨਾਲ ਖੇਤੀ ਕਰ ਰਹੇ ਤੇ ਮੇਰੇ ਨਾਲ ਤਾਂ ਦੁੱਗਣੀ ਖੇਤੀ ਕੱਢੀ ਜਾਂਦੇ ਆ। ਆਪਾਂ ਕਿਵੇਂ ਚੱਲੂਗਾ ਕੰਮ? ਪਰ ਅਸੀਂ ਕ੍ਰੌਪ ਪ੍ਰੈਕਟਿਸਾਂ ਮੈਂ ਪੜ੍ਹਦਾ ਰਹਿੰਦਾ ਸੀਗਾ, ਆਪਣੀ ਯੂਨੀਵਰਸਿਟੀ PAU ਦੀਆਂ ਵੀ ਪੜ੍ਹਦਾ ਰਹਿੰਦਾ ਸੀ, ਹੋਰ ਯੂਨੀਵਰਸਿਟੀ ਦੀਆਂ। ਆਪਣੇ ਕ੍ਰੌਪ ਪ੍ਰੈਕਟਿਸ ਬਹੁਤ ਜ਼ਿਆਦਾ ਪਬਲਿਸ਼ ਨਹੀਂ ਹੁੰਦੀ ਹੈਗੀ, ਜੇ ਹੁੰਦੀ ਆ ਤਾਂ ਪੁਰਾਣੀ ਥੋੜ੍ਹੀ ਬਹੁਤ ਮੋਡੀਫਾਈਡ ਹੁੰਦੀ ਆ, ਉਹੀ ਕੰਟੀਨਿਊ ਜਿਹੜੀ ਚੱਲਦੀ ਆ। ਪਰ ਬਾਹਰ ਦੀਆਂ, ਆਸਟ੍ਰੇਲੀਆ ਦੀਆਂ ਜਾਂ ਇਜ਼ਰਾਈਲ ਦੀਆਂ ਉੱਥੇ ਕਾਫੀ ਜ਼ਿਆਦਾ ਕ੍ਰੌਪ ਪ੍ਰੈਕਟਿਸ ਆ ਜਿਹੜੀ ਉਹ ਪ੍ਰਾਈਵੇਟੇਸ਼ਨ ਹੋਇਆ ਹੈਗਾ ਜ਼ਿਆਦਾ। ਉੱਥੇ ਕ੍ਰੌਪ ਪ੍ਰੈਕਟਿਸ ਰਿਲੀਜ਼ ਹੁੰਦੀ ਰਹਿੰਦੀ ਹੈ, ਰਿਸਰਚ ਪੇਪਰ ਰਿਲੀਜ਼ ਹੁੰਦੇ ਰਹਿੰਦੇ ਆ। ਮੈਂ ਕੰਟੀਨਿਊਸਲੀ ਇਹ ਕੰਮ ਉਹਦੀ ਜੌਬ 'ਚ ਸ਼ੁਰੂ ਕਰਤਾ ਸੀ। ਅੱਛਾ ਜੀ। ਮੈਂ ਕਿਹਾ ਵੀ ਇਸ ਚੀਜ਼ ਨੂੰ ਆਪਾਂ ਨੇ ਇਹ ਤੋਂ ਬਿਨਾਂ ਹੱਲ ਨਹੀਂ ਹੋਣਾ ਹੈਗਾ। ਸੋਚ ਲਿਆ ਸੀ ਜੌਬ ਵੇਲੇ ਵੀ ਹੁਣ ਭਾਈ ਖੇਤੀ ਆ ਵੀ ਆਉਣਾ ਹੀ ਪਊ ਖੇਤੀ ਵਾਲੇ ਪਾਸੇ। ਘਰਦਿਆਂ ਨੇ ਵੀ ਕਹਿਤਾ ਸੀ ਵੀ ਅਸੀਂ ਤੈਨੂੰ ਘਰ ਦੂਰਦਾਰ ਨਹੀਂ ਜੌਬ ਕਰਨ ਜਾਣ ਦਿੰਦੇ, ਬਾਹਰ ਆਪਣਾ ਜਾਣ ਦਾ ਸੁਪਨਾ ਹੀ ਹੈ ਨਹੀਂ ਸੀ। ਪਹਿਲੇ ਦਿਨੋਂ ਹੀ ਆਪਾਂ ਠਾਰੀ ਹੋਈ ਆ ਵੀ ਬਾਹਰ ਆਪਾਂ ਜਾਣਾ ਹੀ ਨਹੀਂ ਹੈਗਾ, ਜਾਵਾਂਗੇ ਤਾਂ ਘੁੰਮਣ ਤੇ, ਪਰ ਵਰਕ ਜਾਂ ਇਹਦੇ ਸਟੱਡੀ ਵੀਜ਼ੇ ਵਾਲੇ ਕੰਮ ਤੇ ਆਪਾਂ ਬਹਿਣਾ ਹੀ ਨਹੀਂ ਹੈਗਾ। ਤੇ ਜੌਬ ਵਾਲਾ ਕੰਮ ਵੀ ਛੁੱਟ ਗਿਆ। ਇੱਕ ਵਾਰ ਐਕਸੀਡੈਂਟ ਹੋ ਗਿਆ ਸੀ। ਐਕਸੀਡੈਂਟ ਜਦੋਂ ਮੇਰਾ ਹੋਇਆ ਮੈਨੂੰ ਤਾਂ ਉਸੇ ਨਹੀਂ, ਮੈਨੂੰ ਐਂ ਲੱਗਦਾ ਵੀ ਚੇਂਜ ਕੀਤਾ। ਬਸ 1.5 ਮਹੀਨਾ ਬੈੱਡ ਤੇ ਸੀਗਾ, ਹੋਇਆ ਕੁਛ ਨਹੀਂ, ਕੋਈ ਹੱਡ ਨਹੀਂ ਟੁੱਟਿਆ, ਕੁਛ ਨਹੀਂ ਹੋਇਆ, ਬਸ ਲਿਗਾਮੈਂਟ ਟੁੱਟਿਆ ਸੀਗਾ ਇੱਕ ਵਾਰੀ। ਤੇ 1.5 ਮਹੀਨਾ ਪਿਆ ਰਿਹਾ। ਉਹ 1.5 ਮਹੀਨਾ ਬਸ ਮੋਬਾਈਲ ਤੇ ਹੀ ਰਿਹਾ,
ਅੱਛਾ ਜੀ, ਠੀਕ ਹੈ ਫਿਰ ਕੀਤੀ ਹਾਂ ਭੇਜ ਦੇਣਾ ਬਾਈ ਜੀ ਤੇਰੇ ਕੋਲ ਬੇਲ ਆਈ ਹੈ, ਪ੍ਰਿੰਟ ਕੱਢ ਕੇ ਦੇਈ ਤੇ ਮੈਂ ਬੰਦਾ ਭੇਜਦਾ ਪ੍ਰਿੰਟ ਫੜਾ ਦੇ। ਉਹ ਪ੍ਰਿੰਟ ਪੜੀ ਗਏ, ਪ੍ਰਿੰਟ ਕੱਢ ਕੇ ਕ੍ਰੌਪ ਮਤਲਬ ਇਹਦੇ ਨਾਲ ਹੋ ਗਿਆ ਲਗਾ ਵੀ ਕੰਮ ਤਾਂ ਹੋ ਸਕਦਾ ਪਰ ਆਪਾਂ ਆਪਰੇਟਡ ਨਹੀਂ ਹੈਗੇ। ਠੀਕ ਹੈ, ਖਰਚਾ ਵੀ ਘਟ ਸਕਦਾ ਪਰ ਆਪਾਂ ਘਟਾਉਣ ਦੇ ਹੱਕ 'ਚ ਨਹੀਂ ਹੈਗੇ ਕਿਉਂਕਿ ਆਪਣੀ ਤਾਂ ਗਾਨੀ ਕਿਸੇ ਕੋਲੇ ਹੋਰ ਆ, ਨਿਸ਼ਾਨਾ ਆਪਾਂ ਲਾਉਣਾ ਹੈਗਾ। ਠੀਕ ਹੈ, ਕਈ ਵਾਰੀ ਬਾਣੀਆਂ ਕੋਲੇ ਹੁੰਦੀ ਆ, ਏਜੰਟਾਂ ਕੋਲੇ ਹੁੰਦੀ ਆ, ਆਪਾਂ ਸਾਰਿਆਂ ਤੋਂ ਹੈਲਪ ਲੈਂਦੇ ਆ। ਉਹ ਆਪਣੀ ਹੈਲਪ ਨਹੀਂ ਕਰਦੇ ਜੀ, ਉਹ ਆਪਣਾ ਬਿਜ਼ਨਸ ਕਰਦੇ ਆ। ਉਹਦਾ ਇਮਾਨਦਾਰ ਆਪਦੇ ਕੰਮ 'ਚ, ਆਪਾਂ ਇਮਾਨਦਾਰ ਨਹੀਂ ਹੈਗੇ। ਇੱਕ ਚੀਜ਼ ਹੋਰ ਦੱਸਿਓ, ਠੀਕ ਹੈ ਤੁਹਾਡੀ ਬਾਣੀ ਵਾਲੀ ਗੱਲ ਆ ਗਈ, ਆਪਣੇ ਪਿਓ ਦਾਦੇ ਖੇਤੀ ਕਰਦੇ ਆ, ਉਸ ਤੋਂ ਪਹਿਲਾਂ ਵੀ ਖੇਤੀਬਾੜੀ ਕਰਦੇ ਆ। ਅੱਜ ਵੀ ਜੇ ਸਾਡੇ ਕੋਈ ਸੁੰਡੀ ਪੈਂਦੀ ਆ, ਕੋਈ ਬਿਮਾਰੀ ਪੈਂਦੀ ਆ, ਅਸੀਂ ਜਾ ਕੇ ਸਪਰੇਅ ਵਾਲੇ ਨੂੰ ਕਹਿੰਦੇ ਭਾਈ ਆਹ ਬਿਮਾਰੀ ਦਾ ਕੀ ਇਲਾਜ ਆ। ਹਾਂਜੀ, ਉਸ ਇਨਸਾਨ ਨੂੰ ਕਹਿੰਦੇ ਆ ਜਿਹਨੇ ਕਦੇ ਖੇਤੀ ਨਹੀਂ ਕਰੀ ਹੁੰਦੀ, ਤੇ ਉਹ ਕਿਵੇਂ ਫਿਰ ਸਹੀ ਦੱਸ ਦਿੰਦਾ? ਨਹੀਂ, ਮੈਂ ਤੁਹਾਨੂੰ ਦੱਸਦਾ ਜੀ, ਇਹ ਸਾਰੇ ਵੈਸੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਤਜਰਬੇਦਾਰ ਉਹ ਵੀ ਬੰਦੇ ਬਹੁਤ ਹੈਗੇ ਆ, ਪਰ ਅਸਲ ਦੇ ਵਿੱਚ ਕੀ ਹੈ, ਉਹ ਰਿਸਕ ਬਾਹਲੀ ਵੱਡੀ ਹੈ। ਆਪਣੀ ਤਾਂ ਖੇਤੀ ਮੰਨ ਲਓ 1 ਕਿੱਲਾ 50,000 ਦੀ ਰਿਸਕ 'ਚ ਆ, ਠੀਕ ਹੈ, ਉਹਦੀ ਦੁਕਾਨ ਤਾਂ 2 ਕਰੋੜ ਦੀ ਰਿਸਕ 'ਚ ਆ, ਤੇ ਉਹਦੀ ਰਿਸਕ ਵੀ ਵੱਡੀ ਲਈ ਬੈਠਾ, ਉਹਦੇ ਨਾਲ ਵਾਹ ਵੀ ਅੱਡੋ ਅੱਡ ਬੰਦਿਆਂ ਦਾ ਪੈਂਦਾ। 4 ਬੰਦੇ ਮਾੜੇ ਤੇ ਇੱਕ ਚੰਗਾ ਤੇ 4 ਮਾੜੇ ਵੀ ਟੱਕਰ ਸਕਦੇ ਆ ਉਹਨੂੰ। ਠੀਕ ਹੈ, ਉਹ ਉਹਨਾਂ ਨੂੰ ਮੈਂ ਮਾੜੇ ਨਹੀਂ ਕਹਿੰਦਾ, ਮਾੜੇ ਆਪਾਂ, ਸਮੱਸਿਆ ਆਪਣੀ ਆ, ਪੈਸੇ ਆਪਾਂ ਲਾਉਣੇ ਆ, ਹੱਲ ਇਹਦਾ ਆਪਾਂ ਕਰਨਾ, ਤੇ ਆਪਾਂ ਹੱਲ ਕਿਸੇ ਬੰਦੇ ਤੋਂ ਪੁੱਛਦੇ ਫਿਰਦੇ ਆ। ਇਹ ਇੱਥੇ ਆ ਕੇ ਆਪਾਂ ਇੱਥੇ ਗੈਪ ਬਣਦਾ ਜਿਹੜਾ ਉਹਦੇ 'ਚ ਬਿਜ਼ਨਸ ਹੁੰਦਾ, ਬਸ ਉਹ 'ਚ ਡਰ ਵੀ ਆ, ਉਹ 'ਚ ਆਪਣੇ ਕੋਲੇ ਨੌਲੇਜ ਦੀ ਵੀ ਕਮੀ ਆ। ਆਪਾਂ ਲਿਟਰੇਚਰ ਤਾਂ ਪੜ੍ਹਨਾ ਸ਼ੁਰੂ ਨਹੀਂ ਕੀਤਾ, ਨੌਜਵਾਨ ਖੇਤੀ ਤੋਂ ਭੱਜਦਾ, ਸਭ ਤੋਂ ਗਿਰਿਆ ਹੋਇਆ ਸਮਝਦਾ ਕੰਮ, ਅਨਸਰ ਦੇ ਨੂੰ ਖੇਤੀ ਕਰਦਾ, ਤੇ ਤਾਂ ਤਾਂ ਫੇਲ ਹੁੰਦਾ ਜੀ। ਜੇ ਆਪਾਂ ਇਹਨੂੰ ਸ਼ੌਂਕ ਨਾ ਕਰੀਏ, ਖਰਚਾ ਵੀ ਘਟ ਜੂਗਾ ਤੇ ਆਪਾਂ ਇਹਦੇ ਖੁਦ ਵੀ ਵਿੱਚ ਰਹਾਂਗੇ, ਪਿਆਰ ਹੀ ਹੋ ਜਾਣਾ ਇਹਦੇ ਨਾਲ। ਆਪਾਂ ਨੂੰ ਜਿਹੜੀ ਸਮੱਸਿਆ ਆਪਾਂ ਨੂੰ 7 ਦਿਨਾਂ ਬਾਅਦ ਆਉਣੀ ਆ, ਉਹਦੀ ਫੀਲਿੰਗ ਆਊਗੀ ਆਪਾਂ ਨੂੰ ਇਹਦੇ ਵਿੱਚ, ਕਿਉਂਕਿ ਆਪਾਂ ਉਸ ਚੀਜ਼ ਨੂੰ ਤਜਰਬਾ ਕਰ ਰਹੇ ਵੀ ਆਹ ਸਟੇਜ ਚੱਲ ਰਹੀ ਆ, ਮੌਸਮ ਚੱਲ ਰਿਹਾ, ਦਿਨ ਚੱਲ ਰਿਹਾ, ਆਪਣੇ ਕੋਲੇ ਹਰ 5 ਸਾਲਾਂ ਦਾ ਮਗਰ ਲੈਂਦਾ ਰਿਕਾਰਡ ਹੈ, ਕਿਹੜੇ ਸਮੇਂ ਤੇ ਕਿਹੜੀ ਸਮੱਸਿਆ ਆਈ ਸੀ ਉਹਨੂੰ ਆਪਾਂ ਟਰੇਸ ਨਹੀਂ ਕਰ ਸਕਦੇ। ਬਿਲਕੁਲ ਕਰ ਸਕਦੇ ਆ ਨਾ, 2 ਹੀ ਤਾਂ ਫਸਲਾਂ ਲਾ ਰਹੇ ਆ, 3 ਹੀ ਲਾ ਰਹੇ ਆ, ਸਾਡੇ ਕੋਲ 3 ਮਾਲਵੇ ਵਾਲਿਆਂ ਕੋਲੇ, ਬਾਕੀ ਮਾਝੇ ਦੁਆਬੇ ਵਾਲਿਆਂ ਕੋਲੇ 2-2 ਫਸਲਾਂ ਹੁੰਦੀਆਂ ਜਾਂ 3-3 ਹੁੰਦੀਆਂ, ਤੇ 3 ਫਸਲਾਂ ਤੇ ਆਪਾਂ ਜੇ ਘਰ ਦੇ ਵਿੱਚ 5 ਬੰਦੇ ਖੇਤੀ ਕਰ ਰਹੇ ਆ ਤੇ 3 ਫਸਲਾਂ ਤੇ ਵੀ ਨਹੀਂ ਕੰਮ ਕਰ ਸਕਦੇ। ਤੁਸੀਂ ਆ ਦੇਖੋ ਪੌਲੀ ਹਾਊਸ ਦੇ ਵਿੱਚ ਬੰਦੇ 15-15 ਫਸਲਾਂ ਲੈ ਜਾਂਦੇ, ਉਹਨਾਂ ਕੋਲੇ ਕ੍ਰੌਪ ਕੈਲੰਡਰ ਹੁੰਦਾ। ਠੀਕ ਹੈ, ਯੀਲਡ ਵੀ ਆਉਂਦੀ ਆ, ਖਰਚਾ ਵੀ ਆਪਣੇ ਨਾਲੋਂ ਜ਼ਿਆਦਾ, 1-1 ਕਿੱਲੇ ਤੇ 17-17 ਲੱਖ ਰੁਪਏ ਖਰਚ ਕਰ ਰਹੇ ਆ। ਠੀਕ ਹੈ, ਆਪਾਂ ਬਹੁਤ ਇੰਟਰਵਿਊ ਦੇਖਦੇ ਹੈਗਾ ਸੋਸ਼ਲ ਮੀਡੀਆ ਤੇ ਵੀ, ਭਾਈ ਫਲਾਣੇ ਨੇ 10 ਲੱਖ ਕੱਢ ਲਿਆ, ਇਹਨੇ 15 ਲੱਖ ਕੱਢ ਲਿਆ। ਆਪਾਂ ਉਹਦਾ ਲੱਖ ਦੇਖਦੇ ਆ, ਆਪਾਂ ਉਹਦਾ ਲੱਕ ਨਹੀਂ ਦੇਖਦੇ ਤੇ ਉਹਦੀ ਮਿਹਨਤ ਵੀ ਨਹੀਂ ਦੇਖਦੇ। ਲੱਕ ਤਾਂ ਆਪਾਂ ਕਿਸੇ ਦਾ ਖੋ ਨਹੀਂ ਸਕਦੇ, ਆਪਣਾ ਆਪਣੇ ਨਾਲ ਹੀ ਰਹਿਣਾ। ਇਹ ਹੁੰਦਾ ਜਾਂ ਨਹੀਂ ਹੁੰਦਾ, ਇਹ ਤੁਹਾਨੂੰ ਉਦੋਂ ਫੀਲ ਹੋਣਾ ਜਦੋਂ ਤੁਸੀਂ ਸਫਲ ਜਾਂ ਫੇਲ ਨਹੀਂ ਹੁੰਦੇ ਹੈਗੇ। ਅਸਲ ਮੈਨੂੰ ਲੱਗਦਾ ਵੀ ਸਫਲ ਤਾਂ ਬੰਦਾ ਹੁੰਦਾ ਹੀ ਨਹੀਂ, ਸਾਰੀ ਉਮਰ ਹੀ ਨਹੀਂ ਹੁੰਦਾ, ਤੇ ਹੋਣਾ ਵੀ ਨਹੀਂ ਚਾਹੀਦਾ। ਸਟੂਡੈਂਟ ਬਣ ਕੇ ਹੀ ਰਹਿਣਾ ਚਾਹੀਦਾ, ਸਿੱਖਣਾ ਹੀ ਜਾਣਾ ਚਾਹੀਦਾ ਜੀ। ਤੇ ਤੁਹਾਨੂੰ ਹਰ ਇੱਕ ਜਿਹੜੇ ਵੀ ਪੁਆਇੰਟ ਤੇ ਤੁਹਾਨੂੰ ਲੱਗਦਾ ਵੀ ਵੀਕ ਹੋ, ਉੱਥੇ ਹੀ ਤੁਹਾਨੂੰ ਸਿੱਖਣ ਦੀ ਲੋੜ ਹੁੰਦੀ ਹੈ ਜੀ। ਅੱਛਾ, ਫਿਰ ਪ੍ਰਗਟ ਨੇ ਇਹ ਚੀਜ਼ ਨੂੰ ਕਦੋਂ ਸੋਚਿਆ ਕਿ ਯਾਰ ਮੈਨੂੰ ਜਿਹੜੀ ਜਾਣਕਾਰੀ ਆ ਉਹ ਮੈਂ ਜਿਹੜੇ ਕਿਸਾਨ ਭਰਾ ਆ, ਲੋਕ ਆ, ਉਹਨਾਂ ਦੇ ਨਾਲ ਸਾਂਝੀ ਕਰਾਂ ਯਾਰ, ਜਿੰਨਾ ਕਿ ਮੇਰਾ ਫਾਇਦਾ ਹੁੰਦਾ ਉਹਨਾਂ ਦਾ ਵੀ ਫਾਇਦਾ ਹੋ ਜਾਏ। ਹਾਂ, ਦੇਖੋ ਇਹ ਅਸੀਂ ਪਿਛਲੇ ਦਿਨ ਵੀ ਇੱਕ ਵੀਡੀਓ ਪਾਈ ਹੈਗੀ ਚੈਨਲ ਤੇ, ਵੀ ਕੁਝ ਫਾਰਮਰ ਹੁੰਦੇ ਆ ਵੀ ਮੇਰਾ ਫਾਇਦਾ ਹੋ ਜਾਏ, ਆਪਾਂ ਕਿਸੇ ਨੂੰ ਕਿਉਂ ਦੱਸਗੇ। ਆਪਣੇ ਇੱਕ ਹੋਰ ਗੱਲ, ਸੌਰੀ ਮੈਂ ਰੋਕਦਾ, ਜੇਕਰ ਅਸੀਂ ਕੋਈ ਸਪਰੇਅ ਕਰੀ ਹੁੰਦੀ ਹੈ ਨਾ, ਤਾਂ ਉਹ ਲੀਟਰ ਦੇ ਉੱਪਰਲਾ ਜਿਹੜਾ ਹੁੰਦਾ ਲੇਬਲ ਉਹ ਪੱਟ ਦਿੰਦੇ ਆ ਕਿ ਯਾਰ ਕਿਤੇ ਇਹ ਨਾ ਕਰਦੇ ਮੇਰੀ ਤਾਂ ਸੁੰਡੀ ਮਰ ਗਈ, ਇਹਦੀ ਨਾ ਮਰ ਜਾਏ, ਹੁੰਦਾ ਨਾ। ਤੇ ਫਿਰ ਤੁਹਾਡਾ ਕਿਵੇਂ ਆਇਆ ਕਿ ਯਾਰ ਨਹੀਂ ਯਾਰ ਮੈਂ ਇਹਨਾਂ ਦਾ ਵੀ ਫਾਇਦਾ ਕਰਵਾਉਣਾ? ਨਹੀਂ, ਦੇਖੋ ਇਹ ਸਿਸਟਮ ਮੇਰਾ ਤਾਂ ਨਾ ਤਾਂ YouTube ਵਾਲਾ ਆਉਂਦਾ ਸੀਗਾ ਕੰਮ, ਠੀਕ ਹੈ, ਤੇ ਨਾ ਹੀ ਆਪਣਾ ਸੀਗਾ ਕਿਤਾਬ ਲਿਖਣ ਤਾਂ ਮੈਂ ਕਦੇ ਸੋਚਿਆ ਹੀ ਨਹੀਂ, ਮੈਂ ਕਿਤਾਬ ਪੜ੍ਹਦਾ ਵੀ ਨਹੀਂ ਹੁੰਦਾ ਸੀ। ਜਦੋਂ ਆਪਾਂ 2012 ਤੋਂ ਬਾਅਦ ਪਤਾ ਲੱਗ ਗਿਆ ਵੀ ਇੱਧਰ ਆਉਣਾ ਹੈ, ਤੇ ਫਿਰ ਪੜ੍ਹਨਾ ਪੈਣਾ, ਬਿਲਕੁਲ ਅਜਮਾਉਣਾ ਪੈਣਾ, ਪਰਖਣਾ ਪੈਣਾ ਕੀ ਗਲਤ ਸਹੀ ਹੈ, ਕਿਉਂਕਿ ਕੋਈ ਮੰਨ ਲਓ ਮੈਂ ਕਿਤਾਬ ਲਿਖੀ ਹੈ, ਇਹ ਸਾਰੇ ਜਗ੍ਹਾ ਤੇ ਤਾਂ ਨਹੀਂ ਚੱਲ ਸਕਦੀ ਨਾ। ਨਹੀਂ ਚੱਲ ਸਕਦੀ। ਮੈਂ ਆਪਦੇ ਏਰੀਏ 'ਚ ਰਹਿਣਾ, ਆਪਦੀਆਂ ਚੀਜ਼ਾਂ ਨੂੰ ਜਾਂਚਿਆ, ਪਰਖਿਆ, ਦੇਖਿਆ, ਸਮਝਿਆ, ਮੈਂ ਲਿਖਤਾ। ਕਿਸੇ ਨੇ ਅਜਮਾਉਣਾ, ਆਪਦੇ ਖੇਤ 'ਚ ਅਜਮਾਉਣਾ ਪਊਗਾ ਪਹਿਲਾਂ। ਜੇ ਤਾਂ ਮੇਰੇ ਨੇੜੇ ਬੈਠਾ ਤਾਂ ਸੌਖਾ, ਜੇ ਮੇਰੇ ਤੋਂ 500 ਕਿਲੋਮੀਟਰ ਬੈਠਾ, 1000-2000 ਕਿਲੋਮੀਟਰ ਬੈਠਾ, ਤਾਂ ਉਹ ਇਹਨਾਂ ਚੀਜ਼ਾਂ ਨੂੰ ਪਹਿਲਾਂ ਪਰਖਣਾ ਪਊਗਾ। ਐਸੇ ਤਰੀਕੇ ਨਾਲ ਹੀ ਮੈਂ ਕੰਮ ਕੀਤਾ। ਪਰ ਜਦੋਂ ਆਪਾਂ YouTube ਤੇ ਨਹੀਂ ਹੈਗਾ ਸੀ ਕੋਈ ਇਰਾਦਾ ਆਉਣ ਦਾ, ਜਦੋਂ ਜੀਓ ਆਈ ਹੈ ਨਵੀਂ, ਠੀਕ ਹੈ, ਉਦੋਂ ਲੋਕਾਂ ਨੇ ਦੇਖਣੀਆਂ ਵੀ ਵੱਧ ਕੀਤੀਆਂ ਵੀਡੀਓ। ਬਿਲਕੁਲ, ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਐਦਾਂ ਦਾ ਲਿਟਰੇਚਰ ਵੀ YouTube ਤੇ ਹੈਗਾ। YouTube ਦਾ ਮਤਲਬ ਹੁੰਦਾ ਜੀ ਫਨ। ਬਿਲਕੁਲ, ਠੀਕ ਹੈ, मूवी देख लो, स्टंट देख लो, डबड मूवी देख लो, चलो जी बस काम खत्म। पर हुण तुसीं देखो भी बहुत वड्डे लैवल ते क्रॉप दे नाल संबंधित हैगा, किन्नियां ज़्यादा कैटागरीज बन गई, रसोईयां वाले खाने के किन्ने चैनल बने हुए हैं, ठीक है। मतलब कि हर बंदे कोल जिहड़ा अधिकार बोलण दा सी हुण ओह वीडियो बनाउण दा भी आ गया सी, उदों जियो करके स्पीड वध गई सी, देखण वाले ने देखना सी, बनाउण वाले ने बनाउणीਆਂ सी, ते बनाउण वाले दी लहर च मैं भी खड़ा हो गया, क्योंकि आपां पहलां WhatsApp ग्रुपां च सीगे, ते मैनूं भी मैथों एक मेरे मान लो भी डैडी दी एज दे बंदे ने कहा भाई जी तुसीं ग्रुपां च क्यों टाइम खराब करी जांदे हो,
ਤੁਸੀਂ YouTube ਤੇ ਵੀਡੀਓ ਬਣਾ ਕੇ ਪਾ ਦਿਓ, ਗਰੁੱਪਾਂ 'ਚ ਇੱਕ ਗਰੁੱਪ 'ਚ 200 ਬੰਦਾ ਹੁੰਦਾ, 250 ਬੰਦਾ, ਤੁਸੀਂ ਉਹਦੇ ਨਾਲ ਮੱਥਾ ਮਾਰੋਗੇ, ਤੁਹਾਨੂੰ ਫੋਨ ਕਰਨਗੇ। ਤੇ ਤੁਸੀਂ YouTube ਤੇ ਵੀਡੀਓ ਬਣਾ ਦਿਓ, ਜੇ 1000 ਬੰਦੇ ਨੇ ਦੇਖ ਲਿਓ, 500 ਦਾ ਤਾਂ ਫਾਇਦਾ ਹੋ ਜੂ, ਨਾ 5 ਦਾ 10 ਦਾ ਤਾਂ ਫਾਇਦਾ ਹੋ ਜੂਗਾ। ਤੇ ਜੇ ਉਹ 5 ਲੱਖ ਚੱਲ ਗਈ ਤਾਂ ਤੁਹਾਡਾ 50,000 ਬੰਦੇ ਦਾ ਤਾਂ ਫਾਇਦਾ ਹੋ ਜੂ। ਬਿਲਕੁਲ। ਤੇ ਨਾਲੇ ਤੁਹਾਨੂੰ ਪੈਸੇ ਆਉਣਗੇ। ਤੇ ਮੈਂ ਦੇਖਿਆ, ਮੈਂ ਕਿਹਾ ਵੀ ਇਦਾਂ ਵੀ ਸਿਸਟਮ ਹੁੰਦਾ, YouTube ਪੈਸੇ ਦਿੰਦੀ ਹੈ ਦੇਖਣ ਦੇ, ਆ ਬਣਾਓ ਵੀਡੀਓ ਪਾਉਣ ਦੇ ਪੈਸੇ ਦਿੰਦੀ ਆ। ਤੇ ਮੈਂ ਕਿਹਾ ਚੱਲ ਇਹ ਵੀ ਦੇਖ ਲੈਂਦੇ ਆ ਅਸੀਂ। ਫਿਰ ਉਹ ਦੇਖਿਆ, ਮੇਰੇ ਮਾਮਾ ਸਹੁਰਾ ਜੀ ਨੇ ਵੀ ਮੈਨੂੰ ਕਾਫੀ ਜ਼ਿਆਦਾ ਇਸ ਵਾਰ ਉਹ ਮੋਟੀਵੇਟ ਕੀਤਾ ਵੀ ਛੋਟੇ ਛੋਟੇ ਬੱਚਿਆਂ ਦੀਆਂ ਵੀਡੀਓ ਕਿੰਨੀਆਂ ਚੱਲ ਜਾਂਦੀਆਂ, 200 ਮਿਲੀਅਨ ਚੱਲੀਆਂ ਪਈਆਂ। ਬਿਲਕੁਲ। ਉਹਦੇ 'ਚ ਕੋਈ ਨੌਲੇਜ ਨਹੀਂ, ਬੱਚੇ ਨੇ ਵੀਡੀਓ ਬਣਾਤੀ, ਬੱਚੇ ਨੂੰ ਕਵਰ ਕਰ ਲਿਆ ਕੈਮਰੇ ਦੇ ਵਿੱਚ, ਤੇ ਬੱਚਿਆਂ ਨਹੀਂ ਦੇਖ ਰਹੇ ਆ, ਐਡਾਂ ਚੱਲ ਰਹੀਆਂ, ਪੈਸੇ ਬਣ ਰਹੇ ਆ, ਇੰਟਰਨੈਸ਼ਨਲ ਵੀਡੀਓ ਚੱਲ ਰਹੀਆਂ ਹੈਗੀਆਂ, ਕਹਿੰਦਾ ਵਧੀਆ ਲਾਈਫ ਟਾਈਮ ਇਨਕਮ ਆ ਰਹੀ ਹੈ। ਬਿਲਕੁਲ। ਮੈਂ ਕਿਹਾ ਇਦਾਂ ਵੀ ਹੁੰਦਾ, ਮੈਂ ਕਿਹਾ ਸਾਡੇ ਤਾਂ ਬੰਦੇ ਦੀ ਕੈਟਾਗਰੀ ਹੈ, ਤਾਂ ਇਹਦਾ ਤਾਂ ਵੀਡੀਓ ਦੇਖਣ ਵਾਲੇ ਹੈ ਨਹੀਂ, ਇਹਨਾਂ ਦਾ ਕਮੈਂਟ ਨਹੀਂ ਪਹਿਲਾਂ ਸਹੀ ਹੋਣਾ ਹੈਗਾ, ਪ੍ਰੋਬਲਮ ਦੱਸੀ ਨਹੀਂ ਜਾਣੀ ਹੈਗੀ। ਫਿਰ ਲੈਂਗੁਏਜ ਦੀ ਪ੍ਰੋਬਲਮ ਆ, ਕਈਆਂ ਨੂੰ ਹਿੰਦੀ ਸਮਝ ਆਉਂਦੀ ਹੈ, ਕਈਆਂ ਨੂੰ ਪੰਜਾਬੀ ਸਮਝ ਆਉਂਦੀ ਹੈ, ਤੇ ਆਪਾਂ ਫਿਰ ਥੋੜੇ ਪੰਜਾਬੀ ਵਾਲੇ ਹਿੰਦੀ ਨਾਲ ਖਾਂਦੇ ਆ, ਤੁਹਾਨੂੰ ਪਤਾ ਆਪਣੇ ਇਹਦਾ ਚੱਕਰ ਘੱਟ ਬਣਦੇ ਆ, ਠੀਕ ਹੈ, ਕਿਉਂਕਿ ਆਪਾਂ ਪੜ੍ਹੀ ਬਹੁਤ ਘੱਟ ਹੁੰਦੀ ਹੈ, ਹਿੰਦੀ ਨਾਲ ਆਪਾਂ ਟੱਚ ਨਹੀਂ, ਆਪਣਾ ਪੇਪਰ ਵਰਕ ਕੋਈ ਹਿੰਦੀ ਦੇ ਵਿੱਚ ਨਹੀਂ ਹੈਗਾ। ਜੇ ਕੋਈ ਡਿਪਲੋਮੇ ਇੰਜੀਨੀਅਰ ਵਾਲਾ ਹੈਗਾ, ਉਹਨੇ 5 ਸਾਲ ਹਿੰਦੀ ਪੜ੍ਹੀ ਹੈ, ਤੇ 5 ਸਾਲਾਂ 'ਚ ਤਾਂ ਬੰਦਾ ਕਿਆ ਸਿੱਖਦਾ ਹੈਗਾ। ਤੇ ਹੁਣ ਤਾਂ ਸ਼ੁਰੂ 'ਚ ਲਾ ਦਿੰਦੇ ਆ, ਚੱਲ ਫਿਰ ਵੀ ਬੰਦਾ ਜਿਹੜਾ ਹਿੰਦੀ ਦੇ ਮਾਹੌਲ 'ਚ ਨਹੀਂ ਕ੍ਰੀਏਟ ਹੋ ਸਕਦਾ, ਉਹਨੂੰ ਥੋੜਾ ਜਿਹਾ ਉਹਦੇ ਵਿੱਚ ਝਿਜਕਣਾ ਪੈਂਦਾ ਹੈਗਾ। ਤੇ ਐਦਾਂ ਹੀ ਲਗਾਤਾਰ ਕੰਮ ਚੱਲਦਾ ਗਿਆ, ਵੀਡੀਓ ਪਾਉਂਦੇ ਰਹੇ। ਫਿਰ 6-7 ਮਹੀਨੇ ਚੈਨਲ ਮੋਨਟਾਈਜ਼ ਨਹੀਂ ਹੋਇਆ, ਪਰ ਮੈਨੂੰ ਐਂ ਲੱਗਿਆ ਵੀ ਆਪਾਂ ਬਹੁਤ ਕੁਝ ਕਰ ਲਿਆ। ਅੱਛਾ ਜੀ। 6 ਮਹੀਨਿਆਂ 'ਚ ਆਪਾਂ 180 ਵੀਡੀਓ ਅਪਲੋਡ ਕਰਤੀਆਂ, 70,000 ਸਬਸਕ੍ਰਾਈਬਰ ਹੋ ਗਏ। ਵੀ ਆਪਾਂ ਨੂੰ ਉਮੀਦ ਮੰਨ ਕੇ ਚੱਲੇ ਸੀ ਵੀ ਸਾਡਾ ਤਾਂ 10,000 ਬੰਦਾ ਦੇਖਦਾ ਹੋਊਗਾ ਪੰਜਾਬ 'ਚੋਂ। ਤੇ ਜਦੋਂ 70,000 ਬੰਦਾ ਦੇਖਣ ਲੱਗ ਗਿਆ, ਤੇ 2-3 ਵੀਡੀਓ ਵਧੀਆ ਚੱਲੀਆਂ, ਤੇ ਫਿਰ ਆਪਾਂ ਨੂੰ ਇਹ ਹੁੰਦਾ ਵੀ ਜਿਹੜੀਆਂ ਵੀਡੀਓ ਚੱਲ ਰਹੀਆਂ ਉਹ ਜਿਹੀਆਂ ਹੋਰ ਬਣਾ ਦਿਓ, ਠੀਕ ਹੈ। ਉਹ ਵੀ ਫਿਰ ਬਣਾਈਆਂ, ਪਰ ਜਦੋਂ ਐਂ ਲੱਗਿਆ ਵੀ ਆਪਾਂ ਕਿਸੇ ਕੋਲੇ ਜਾਂਦੇ ਆ, ਕਿਸੇ ਦੇ ਖੇਤ 'ਚ ਜਾਂਦੇ ਆ, ਕੁਛ ਸਿੱਖ ਕੇ ਆ ਰਹੇ ਆ, ਉਹ ਜਮਾ ਰਹੇ ਆ। ਤੇ ਫਿਰ ਇਦਾਂ ਲੱਗਾ ਵੀ ਇਹ ਤਾਂ ਲਿਟਰੇਚਰ 'ਚ ਵੀ ਨਹੀਂ ਛਪਿਆ ਹੋਇਆ, ਇਹ ਫਾਰਮਰ ਨੂੰ ਕਿਵੇਂ ਪਤਾ? ਕਿਉਂਕਿ 100 ਚੋਂ 10 ਬੰਦੇ ਤਾਂ ਫਾਰਮਰ ਇੰਨੇ ਤਜਰਬੇਦਾਰ ਆ ਵੀ ਤੁਸੀਂ ਉਹਨਾਂ ਨੂੰ ਪਿੱਠ ਕਰਕੇ ਖੜਾ ਦਿਓ ਫਸਲ ਵੱਲ, ਤੇ ਉਹ ਦੱਸ ਦੇਣਗੇ ਕੀ ਸਮੱਸਿਆ। ਬਿਲਕੁਲ। ਉਹ ਮੋਟਰਸਾਈਕਲ ਤੇ ਜਾਂ ਦੱਸ ਦੇਣਗੇ ਆਹ ਵਾਹਣ ਚਾਹ ਦਿੱਕਤ ਆ। ਬਿਲਕੁਲ। ਇੰਨੇ ਕੁ ਜ਼ਿਆਦਾ ਤਜਰਬੇਦਾਰ ਫਾਰਮਰ ਹੈਗੇ ਆ, ਪਰ ਕੀ ਹੈ, ਉਹਨਾਂ ਨੂੰ ਐਪਰੀਸ਼ੀਏਸ਼ਨ ਨਹੀਂ ਮਿਲੀ, ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਿਆ ਹੈਗਾ, ਤੇ ਉਹਨਾਂ ਨੇ ਕੰਮ ਕਰਕੇ ਆਪਦੇ ਖੇਤ 'ਚ ਹੀ ਰੱਖ ਲਿਆ, ਜਾਂ ਆਸੇ-ਪਾਸੇ ਜਿਹੜੇ ਵੀ ਆਪਣੇ ਭਾਈ ਸਾਂਝੀ ਹੁੰਦੇ ਆ, ਜਾਂ ਆਪਣੇ ਆਮ ਪਬਲਿਕ, ਲੋਕਲ ਪਬਲਿਕ ਹੁੰਦੀ, ਆਪਾਂ ਨੂੰ ਪਿੰਡ ਪੱਧਰ ਤੇ ਰਹਿੰਦੇ ਤਾਂ ਪਿੰਡ ਵਾਲੇ ਲੋਕ ਹੁੰਦੇ ਜਿਹੜੇ ਐਪਰੀਸ਼ੀਏਟ ਨਹੀਂ ਕਰਦੇ, ਸਮਾਂ ਡੋਮੀਨੇਟ ਕਰਦੇ ਇਹੋ ਜਿਹੇ ਬੰਦੇ ਨੂੰ। ਥੱਲੇ ਨਹੀਂ ਆਪਾਂ ਕਹਿੰਦੇ ਲੱਤ ਖਿੱਚਦੇ, ਤੁਸੀਂ ਕਿਹਾ ਵੀ ਉਹ ਡੱਬੇ ਦਾ ਸਟicker ਪੱਟ ਦਿੰਦੇ ਆ, ਪਰ ਸਟicker ਨਹੀਂ ਪੱਟਦੇ ਜੀ, ਬਾਹਲਾ ਕੁਛ ਹੋ ਜਾਂਦਾ, ਠੀਕ ਹੈ। ਕਿਉਂਕਿ ਇਹਦੇ ਵਿੱਚ ਜ਼ਿਮੀਂਦਾਰ ਆ ਨਾ ਜਿਹੜਾ, ਅਸਲ ਦੇ ਵਿੱਚ ਇੱਥੇ ਪ੍ਰੋਬਲਮ ਪੈਂਦੀ ਆ ਕਿ ਉਸੀ ਉੱਦਾਂ ਦਾ ਆਪਾਂ ਕਹਿ ਰਹੇ ਆ ਵੀ ਆਪਣੀ ਯੂਨਿਟੀ ਆ, ਆਪਣੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ, ਇਹ ਆਪਾਂ ਇਕੱਠੇ ਆ, ਪਰ ਆਪਾਂ ਇੰਟਰਨਲੀ ਟੱਚ 'ਚ ਨਹੀਂ ਹੈਗੇ। ਆਪਾਂ ਜੇ ਆਪਣੀ ਆਮਦਨ ਘੱਟ ਆ, ਆਪਣੀਆਂ ਸਮੱਸਿਆਵਾਂ ਜ਼ਿਆਦਾ ਆ, ਆਪਾਂ ਗਰੀਬ ਹੁੰਦੇ ਜਾ ਰਹੇ ਹਾਂ, ਕਰਜ਼ ਚੜ੍ਹਦੇ ਜਾ ਰਹੇ ਹਾਂ, ਤੇ ਪਰ ਆਪਾਂ ਇੱਕ ਦੂਜੇ ਦੇ ਗਲ ਤਾਂ ਨਾ ਵੱਢ ਗਏ, ਆਪਾਂ ਇੱਕ ਦੂਜੇ ਦੀ ਹੈਲਪ ਤਾਂ ਕਰ ਗਏ, ਆਪਾਂ ਲੱਤਾਂ ਤਾਂ ਨਾ ਖਿੱਚੀ ਇੱਕ ਦੂਜੇ ਦੀਆਂ, ਠੀਕ ਆ। ਜੇ ਮੰਨ ਲਓ ਕਿਸੇ 5 ਬੰਦਿਆਂ ਨੇ ਚੰਗਾ ਕੰਮ ਕਰਤਾ ਪੰਜਾਬ 'ਚ ਬਹੁਤ ਵੱਡੇ ਲੈਵਲ ਤੇ, ਤਾਂ 5 ਇਕੱਠੇ ਨਹੀਂ ਖੜ ਸਕਦੇ, ਆਹ ਸਮੱਸਿਆ, ਠੀਕ ਹੈ। ਲੜਾਈ ਸਰਕਾਰਾਂ ਨਾਲ ਆਪਣੀ, ਤੇ ਪਰ ਆਪਾਂ ਇੱਕ ਦੂਜੇ ਨੂੰ ਜੇ ਡੋਮੀਨੇਟ ਨਾ ਕਰੀਏ, ਜਿਹੜਾ ਕੁਛ ਸਿੱਖਿਆ ਹੋਇਆ, ਮੈਂ ਕਹਿੰਦਾ ਹਰ ਬੰਦੇ ਨੂੰ YouTube ਚੈਨਲ ਬਣਾਉਣਾ ਚਾਹੀਦਾ, ਆਪਦੇ ਵਿਚਾਰ ਹਰ ਇੱਕ ਨੂੰ ਦੱਸਣੇ ਚਾਹੀਦੇ ਆ। ਜੇ ਆਪਾਂ ਵਿਚਾਰ ਹੀ ਨਾ ਕਿਸੇ ਨੂੰ ਆਪਦੇ ਸਾਂਝੇ ਕਰਾਂਗੇ, ਚੰਗੇ ਮਾੜੇ ਦਾ ਪਤਾ ਕਿਵੇਂ ਲੱਗੂ, ਆਪਾਂ ਅੱਗੇ ਕਿਵੇਂ ਵਧਾਂਗੇ? ਪੋਸੀਬਲ ਹੈ ਹੀ ਨਹੀਂ ਹੈਗਾ ਜੀ। ਇਸ ਚੀਜ਼ਾਂ ਨੂੰ ਫਿਰ ਆਪਾਂ ਜਦੋਂ YouTube ਚੈਨਲ 'ਚ ਲੈ ਕੇ ਆਏ, ਤਾਂ ਫਿਰ ਆਪ ਨੂੰ ਵੀ ਫੀਲ ਹੋਇਆ ਵੀ ਕੰਮ ਕਰਨ ਦੀ ਤਾਂ ਬੜੀ ਜ਼ਿਆਦਾ ਲੋੜ ਆ, ਹੈਂ। ਮਿੱਟੀ ਦੇ ਵਾਲਾ ਕੰਮ ਹੋਣਾ ਚਾਹੀਦਾ, ਤੇ ਸਾਡੇ ਤਾਂ ਮਿੱਟੀ ਤਾਂ ਮੈਨੂੰ ਲੱਗਦਾ ਵੀ ਟੈਸਟ ਕਰਾਉਣਾ ਪਾਪ ਹੀ ਹੈ, ਗੁਨਾਹ ਹੀ ਹੈ ਪੰਜਾਬ ਦੇ ਵਿੱਚ ਤਾਂ। ਤੇ ਇੱਦਾਂ ਦੀਆਂ ਫਿਰ ਦੇਖਿਆ ਵੀ ਲੈਬਸ ਵੀ ਹੈ ਨਹੀਂ। ਪਹਿਲੀ ਵਾਰ ਮਿੱਟੀ ਟੈਸਟ ਕਰਾਈ, ਕੋਟੇ ਤੋਂ ਕਰਾਈ, ਫਿਰ ਆਗਰੇ ਤੋਂ ਕਰਾਈ, ਫਿਰ ਦਿੱਲੀ ਤੋਂ ਕਰਾਈ, ਫਿਰ ਇੱਥੋਂ ਆਪਣੇ ਵੀ ਕਰਾਈ, ਫਿਰ ਹੁਣ ਇੱਥੋਂ ਪੰਜਾਬ 'ਚ ਵੀ 2-3 ਲੈਬਾਂ ਵਧੀਆ ਕੰਮ ਕਰ ਰਹੀਆਂ, ਉੱਥੋਂ ਕਰਵਾ ਲਈ। ਪਤਾ ਲੱਗ ਗਿਆ ਵੀ ਆਪਾਂ ਤਾਂ ਇੱਧਰ ਨੂੰ ਚੱਲ ਰਹੇ ਸੀ, ਜਾਣਾ ਤਾਂ ਇੱਧਰ ਨੂੰ ਆ, ਠੀਕ ਹੈ। ਜਦੋਂ ਜਾ ਕੇ ਹਟ ਕੇ ਇੱਧਰ ਨੂੰ ਚੱਲੇ, ਤਾਂ ਝਾੜ ਵੀ ਘਟੇ, ਬਿਲਕੁਲ, ਖਰਚੇ ਵੀ ਘਟੇ, ਜਦੋਂ ਮੌਸਮ ਸਹੀ ਮਿਲ ਗਿਆ ਝਾੜ ਵੀ ਵੱਧ ਗਏ। ਤੇ ਹੁਣ ਜਿਹੜੀ ਸਮੱਸਿਆ ਨੂੰ ਆਪਾਂ ਹੱਲ ਕਰਨ ਦੇ ਲਈ ਪੈਸੇ ਖਰਚਦੇ ਸੀ, ਉਹ ਸਮੱਸਿਆ ਹੀ ਹੈ ਨਹੀਂ ਸੀ, ਹੁਣ ਉਹ ਤੋਂ ਡਰ ਹੀ ਨਹੀਂ ਲੱਗਦਾ। ਹੁਣ ਪਹਿਲਾਂ ਕਿਉਂਕਿ ਘਰ ਮੈਂ ਤਾਂ ਛੋਟਾ ਹੈਗਾ, ਘਰ ਦੇ ਵਿੱਚ ਤਾਂ ਖੇਤੀ ਵੱਡੇ ਹੀ ਕਰਦੇ ਸੀਗੇ, ਤੇ ਉਦੋਂ ਐਂ ਲੱਗਦਾ ਹੁੰਦਾ ਵੀ ਰਿਸਕ ਹੈ ਹਰੇਕ ਕੰਮ ਦੇ ਵਿੱਚ, ਆਪਾਂ ਥੋੜੇ ਜਿਹੇ ਕਰਕੇ ਦਿਖਾ ਦਈਏ। ਬਿਲਕੁਲ। ਪਹਿਲਾਂ 4 ਕਨਾਲਾਂ, ਫਿਰ 8 ਕਨਾਲਾਂ ਕਰਕੇ ਦਿਖਾਇਆ ਵੀ ਕਲੋਰੋ ਪਾਉਣ ਦੀ ਲੋੜ ਨਹੀਂ, ਸਾਰਾ ਪਿੰਡ ਪਾਈ ਜਾਂਦਾ ਕਲੋਰੋ, ਸਾਰੀ ਦੁਨੀਆ ਕਮਲੀ ਆ ਕਲੋਰੋ ਪਾਈ ਜਾਂਦੀ, ਤੂੰ ਕਹਿਣਾ ਵੀ ਪਾਉਣੀ ਨਹੀਂ ਹੈਗੀ, ਹੈ ਵੀ ਸ਼ੌਕ ਹੁੰਦੀ ਨਹੀਂ ਹੈਗੀ, ਝੋਨੇ ਦੇ ਵਿੱਚ ਬੂਟੇ ਸੁੱਕ ਰਹੇ ਆ। ਮੈਂ ਕਿਹਾ ਵੀ ਫਿਰ ਇੱਕ ਕਿਆਰੇ ਦੇ ਸੁਕਾ ਲੈਣੇ, ਸਾਰੇ ਤਾਂ ਨਹੀਂ ਸੁਕਾਉਣੇ ਹੈਗੇ। 5-5 ਲੀਟਰ ਕਲੋਰੋ ਆਉਂਦੀ ਸੀ, ਪੈਸੇ ਵੀ ਲੱਗਦੇ ਸੀ, ਤੇ ਕਈ ਵਾਰ ਜਦੋਂ ਹੁਣ ਲੱਗਦੇ ਤੇ ਮੀਂਹ ਪੈ ਗਿਆ, ਫਿਰ ਕਲੋਰੋ ਦਾ ਕੰਮ ਵੀ ਨਾਲ ਹੀ ਹੋ ਜਾਂਦਾ, ਫਿਰ ਸਿਉਂਕ ਵੀ ਨਹੀਂ ਪੈਂਦੀ ਹੈਗੀ। ਅਸਲ ਦੇ ਵਿੱਚ ਲੋੜ ਹੋਰ ਚੀਜ਼ ਤੇ ਕੰਮ ਕਰਨ ਦੀ ਸੀਗੀ, ਤੇ ਹੁਣ ਇਸ ਵਾਰ ਵੀ ਬੂਟੇ ਸੁੱਕੇ ਆ,
ਜਮਾ ਕਲੋਰੋ ਨਹੀਂ ਪਾਈ। ਡੈਡੀ ਵੀ ਮੰਨ ਰਹੇ ਆ ਵੀ ਇਸ ਚੀਜ਼ ਦੀ ਲੋੜ ਨਹੀਂ ਹੈਗੀ, ਜਿਹੜੇ ਨੇ ਮਰਨਾ ਉਹਨੇ ਤਾਂ ਮਰਨਾ ਬੂਟੇ ਨੇ, ਉੱਥੇ ਹੋਰ ਲਾਉਣਾ ਪੈਣਾ, ਰਿਕਵਰੀ ਆਪਾਂ ਨੂੰ ਦੇਣੀ ਪੈਣੀ ਆ। ਕਦੇ ਵੀ ਕੋਈ ਵੀ ਕ੍ਰੌਪ 100% ਮੈਚੋਰ ਹੋ ਹੀ ਨਹੀਂ ਸਕਦੀ, ਉਹਦੇ ਵਿੱਚ ਘਟੌਤੀ ਤਾਂ ਆਉਂਦੀ ਆ, ਕੀੜੇ ਮਕੌੜਿਆਂ ਕਰਕੇ ਆਵੇ, ਫੰਗਸ ਕਰਕੇ ਆਵੇ, ਮੌਸਮ ਕਰਕੇ ਆਵੇ, ਕਿਉਂਕਿ ਕੁਦਰਤ ਦੇ ਵਿੱਚ ਹੀ ਖੇਤੀ ਹੋਣੀ ਹੈ ਨਾ। ਬਿਲਕੁਲ ਕੋਈ ਸੁੱਚ ਤਾਂ ਛੱਡਣੀ ਨਹੀਂ ਹੈਗੀ ਜਾ ਕੇ ਤੁਸੀਂ ਬਾਣ ਦੇ ਵਿੱਚ ਬੂਟਿਆਂ ਨੂੰ ਕਰੰਟ ਵਗ ਗਿਆ ਇਕੱਲੇ ਇਕੱਲੇ ਨੂੰ, ਤੇ ਜੇ ਬਾਣ 'ਚ ਕਰੰਟ ਨਾ ਹੋਊਗਾ ਤਾਂ ਜਾਊ ਕਿੱਥੋਂ ਆ। ਠੀਕ ਹੈ, ਮਿੱਟੀ ਆਪਣੀ ਮੇਨ ਆ, ਫਸਲ ਤਾਂ ਚੇਂਜ ਹੁੰਦੀ ਰਹਿੰਦੀ ਆ। ਤੁਸੀਂ ਆ ਦੇਖੋ ਵੀ ਐਤਕੀ ਕਿੰਨਾ ਜ਼ਿਆਦਾ ਰੌਲਾ ਪਿਆ, ਜਨਰੇਟਰ ਛੱਡੇ ਨਹੀਂ ਗਏ ਲੋਕਾਂ ਤੋਂ। ਜਿਹਦੀ 30 ਦੀ ਮੋਟਰ ਆ, 35 ਦੀ ਮੋਟਰ ਆ, ਕਿੱਥੋਂ ਜਨਰੇਟਰ ਚਲਾ ਕੇ ਝੋਨਾ ਨੂੰ ਪਾਲ ਦੂਗਾ ਉਹ, ਜੇ ਲਾਈਟ ਦੀ ਕਮੀ ਆ ਰਹੀ ਹੈ। ਤੇ ਜੇ ਬਿੱਲ ਲੱਗ ਗਏ ਫਿਰ ਸੋਚੋ ਕੀ ਹੋਊਗਾ। ਅੱਛਾ ਇੱਕ ਚੀਜ਼ ਦੱਸਿਓ, ਜਿਵੇਂ ਹੁਣ ਤੁਸੀਂ ਖੇਤੀਬਾੜੀ ਵੱਲ ਆਏ ਹੋ, ਹੁਣ ਬੜੇ ਜਦੋਂ ਹੁਣ ਘਰ ਦੇ ਵਿੱਚ ਵੀ, ਜਦੋਂ ਜਿਵੇਂ ਤੁਸੀਂ ਕਿਹਾ ਕਿ ਮੇਰੇ ਵੀ ਆਪਾਂ ਨੂੰ ਸਕੂਲਾਂ ਦੇ ਵਿੱਚ ਵੀ ਇਹੀ ਸਿਖਾਇਆ ਜਾਂਦਾ ਕਿ ਭਾਈ ਤੂੰ ਕਿਸੇ ਨੌਕਰੀ ਪੇਸ਼ੇ ਲੱਗ ਜਾ, ਘਰਾਂ ਦੇ ਵਿੱਚ ਵੀ ਪੜ੍ਹ ਲਾ ਤੂੰ ਬਸ, ਪੜ੍ਹ ਲਾ ਹਨਾ, ਪੜ੍ਹ ਲਾ, ਘਰਾਂ ਦੇ ਵਿੱਚ ਵੀ ਇਹੀ ਸਿਖਾਇਆ ਜਾਂਦਾ ਕਿਸੇ ਨੌਕਰੀ ਪੇਸ਼ੇ ਲੱਗ ਜਾ, ਨਹੀਂ ਤਾਂ ਆਪਦੇ ਪਿਓ ਵਾਂਗੂ ਧੱਕੇ ਖਾਏਗਾ ਖੇਤਾਂ। ਹਾਂ ਬਸ ਆਈ ਇਹ ਧਾਰਨਾ ਜੀ, ਧਾਰਨਾ। ਹਾਂ ਮਤਲਬ ਫਾਇਦੇ ਦਾ ਸੌਦਾ ਹੈਗਾ। ਹਾਂ ਫਾਇਦਾ ਜੀ, ਪੂਰਾ ਵਧੀਆ ਫਾਇਦਾ। ਦੇਖੋ ਜਿਹਦੇ ਕੋਲ ਤਾਂ ਘਰੋਂ ਜ਼ਮੀਨ ਆ, ਆਪਾਂ ਕਹਿ ਰਹੇ ਆ ਵੀ ਇਹ ਤਾਂ ਹੁਣ ਇਹ ਦੇਖੋ ਆਪਾਂ ਇਕੁਐਲਿਟੀ ਤਾਂ ਕਰ ਨਹੀਂ ਸਕਦੇ ਕਿਸੇ ਕੰਮ ਦੇ ਵਿੱਚ ਵੀ। 5 ਕਿੱਲੇ ਵਾਲੇ ਨੂੰ 50 ਕਿੱਲਿਆਂ ਵਾਲੇ ਵੱਲ ਨਹੀਂ ਦੇਖਣਾ ਚਾਹੀਦਾ, 5 ਵਾਲੇ ਨੂੰ 4 ਵੱਲ ਦੇਖਣਾ ਚਾਹੀਦਾ, ਜਾਂ ਆਪਦੇ, ਮੈਂ ਤਾਂ ਕਹਿੰਦਾ ਵੀ ਆਪਦੇ ਵੱਲ ਹੀ ਦੇਖਣਾ ਚਾਹੀਦਾ। ਮੇਰੇ ਕੋਲ ਚੰਗੀ ਜ਼ਮੀਨ ਆ, ਮੈਂ ਰਿਸਕ ਲੈ ਸਕਦਾ, ਪਰ ਮੈਂ ਕਿਸੇ ਨੂੰ ਤਾਂ ਨਹੀਂ ਕਹਿ ਸਕਦਾ ਵੀ ਤੂੰ ਵੀ ਏਦਾਂ ਕਰ। ਬਿਲਕੁਲ ਠੀਕ ਹੈ, ਆਪਾਂ ਆਪਦਾ ਕੰਮ ਕਰ ਰਹੇ ਆ ਵੀ ਮੈਂ ਭਾਈ ਖਰਚਾ ਘਟਾ ਲਿਆ, ਤੁਹਾਡੇ ਤੋਂ ਘਟਦਾ ਤਾਂ ਘਟਾ ਲਓ। ਆਹ ਸਮੱਸਿਆ ਇਹਨੂੰ ਸਮਝ ਲਓ, ਇਹਨੂੰ ਇਦਾਂ ਹੱਲ ਹੋਣਾ। ਤੁਸੀਂ ਤੁਹਾਨੂੰ ਸਮੱਸਿਆ ਵੀ ਨਹੀਂ ਸਮਝ ਆਈ, ਹੱਲ ਵੀ ਗਲਤ ਤਰੀਕੇ ਨਾਲ ਕਰ ਲਿਆ, ਫਿਰ ਤਾਂ ਫਸਲ ਨੇ ਤਾਂ ਦਿਨ ਬੀਤਦੇ ਜਾ ਰਹੇ ਆ, ਝਾੜ ਵੱਲ ਵਧਣ ਦੀ ਬਜਾਏ ਤਾਂ ਫਿਰ ਝਾੜ ਘਟ ਜਾਣਾ ਨਾ ਹੈਗਾ ਨਾ। ਅੱਛਾ ਜਦੋਂ ਇੱਕ ਚੀਜ਼ ਹੋਰ ਆ, ਜਦੋਂ ਤੁਸੀਂ ਖਰਚਾ ਘਟਾਉਣ ਦੀ ਗੱਲ ਕਰਦੇ ਹੋ, ਘਰੇ ਜਦੋਂ ਕਿਹਾ ਕਿ ਕਲੋਰੋ ਪਾਉਣੀ ਨਹੀਂ ਹੈਨਾ, ਖਰਚਾ ਘਟਾਉਣ ਦੀ ਗੱਲ ਕਰਦੇ ਹੋ, ਤਾਂ ਆਲਾ ਦੁਆਲਾ ਜਿਹੜਾ ਹੁੰਦਾ ਨਾ, ਆਲਾ ਦੁਆਲਾ ਬੜਾ ਮੈਟਰ ਕਰਦਾ ਸਾਡੇ ਵਾਲਾ, ਕਿ ਯਾਰ ਆਹ ਕੀ ਕਰਦਾ, ਆਹ ਕੀ ਕਰਦਾ, ਆਹ ਹੀ ਕਰਦਾ। ਜੋ ਤੁਸੀਂ ਕਿਸੇ ਨੂੰ ਵੀ ਕਹਿੰਦੇ ਹੋਗੇ ਕਿ ਯਾਰ ਤੂੰ ਐਂ ਨਾ ਕਰ, ਤੂੰ ਐਂ ਕਰ ਲਾ, ਤਾਂ ਉਦੋਂ ਨਹੀਂ ਕਹਿੰਦੇ ਕਿ ਤੂੰ ਤਾਂ ਭਾਈ 12 ਦਾ ਆਇਆ ਸੀ, ਤਾਂ ਬਹੁਤ ਟਾਈਮ ਦੇ ਪੁਰਾਣੇ, ਤੂੰ ਕਿਵੇਂ ਸਿਖਾਏਂਗਾ ਸਾਨੂੰ। ਹਾਂ ਨਹੀਂ, ਅਸਲ ਦੇ ਵਿੱਚ ਕੀ ਆ ਨਾ, ਆਪਣੇ ਜਨਰੇਸ਼ਨ ਗੈਪ ਚੱਲਦਾ ਜੀ ਪੰਜਾਬੀਆਂ ਦੇ ਵਿੱਚ, ਖਾਸ ਕਰਕੇ ਕਿਸਾਨਾਂ ਦੇ ਵਿੱਚ। ਸਾਰੇ ਆਪਾਂ ਉਸ ਨੂੰ ਨਹੀਂ ਕਹਿ ਸਕਦੇ, ਕਿਤੇ ਨਹੀਂ ਹੋਊਗਾ, ਪਰ 70% ਲੋਕਾਂ ਜਨਰੇਸ਼ਨ ਗੈਪ ਚੱਲਦਾ। ਦਾਦੇ ਦੀ ਪਿਓ ਨੇ ਨਹੀਂ ਮੰਨੀ ਹੁੰਦੀ, ਪੋਤਾ ਮੰਨ ਲੈਂਦਾ ਹੁੰਦਾ। ਠੀਕ ਹੈ ਜੀ, ਇਹ ਚੱਲਦਾ। ਦਾਦੇ ਦੇ ਚੱਕਰ ਪੋਤੇ ਨਾਲ ਮਿਲ ਜਾਂਦੇ, ਪਿਓ ਨਾਲ ਘੱਟ ਮਿਲਦੇ ਹੁੰਦੇ। ਫਿਰ ਉਹਨਾਂ ਦਾ ਵੀ ਐਂ ਚੱਲਦਾ ਹੁੰਦਾ, ਉਹਨਾਂ ਨੇ ਐ ਹੁੰਦਾ ਵੀ ਮੇਰਾ ਪਿਓ ਉਹ ਸੀਗਾ, ਤੇ ਐਂ ਸਿਸਟਮ ਚੱਲਦਾ। ਇਹ ਗੈਪ ਰਹਿੰਦਾ ਹੈਗਾ ਸੋਚ ਦਾ, ਕਿਉਂਕਿ ਜਿਹੜਾ ਕੰਮ ਤੁਸੀਂ 17 ਸਾਲ ਦੀ ਉਮਰ 'ਚ ਕਰ ਸਕਦੇ ਹੋ, ਉਹ ਉਸ ਤਰੀਕੇ ਨਾਲ ਸੋਚ ਤੁਸੀਂ 47 ਸਾਲ ਦੀ ਉਮਰ 'ਚ ਨਹੀਂ ਸਕਦੇ, ਤੇ 77 ਸਾਲ ਦੀ ਉਮਰ 'ਚ ਜਾ ਕੇ ਤੁਸੀਂ ਉੱਦਾਂ ਕਿਵੇਂ ਸੋਚੋਗੇ। ਬਿਲਕੁਲ ਠੀਕ ਹੈ। ਜੇ ਕੋਈ ਬੰਦਾ ਵੈਸੀ ਪੈਸ਼ਨੇਟ ਹੋਵੇ, ਤਾਂ ਫਿਰ ਆਪਾਂ ਕਹਿ ਸਕਦੇ ਹਾਂ ਵੀ ਉਸ ਬੰਦੇ ਨੇ ਕੋਈ ਜਵਾਨੀ 'ਚ ਉਹ ਤੋਂ ਐਂ ਲੱਗਦਾ ਵੀ ਮੈਥੋਂ ਆਹ ਕੰਮ ਕਰ ਦੋ, ਮੈਂ ਖੁੰਝ ਗਿਆ, ਤੇ ਮੇਰਾ ਪੋਤਾ ਨਾ ਖੁੰਝੇ, ਮੈਂ ਇਹਨੂੰ ਹਰ ਪੱਖੋਂ ਰੈਡੀ ਕਰਦੇ ਆ। ਫਿਰ ਤੰਗੋਂ ਪੜਾਉਂਦੇ ਆ, ਖੇਤੀ ਦੇ ਵਿੱਚ ਘੱਟ ਲਾਉਂਦੇ ਆ ਲੋਕਾਂ ਨੂੰ, ਕਿਉਂਕਿ ਘਾਟਾ ਚੱਲਿਆ ਹੋਇਆ। ਕਿਉਂਕਿ ਆਪਣਾ ਜਿਹੜਾ ਹੁਣ ਖੇਤੀ ਹੋ ਰਹੀ ਹੈ, ਹੁਣ ਤਾਂ ਚੱਪੇ 'ਚ ਖੇਤੀ ਹੋ ਰਹੀ ਹੈ, ਪਹਿਲਾਂ ਤਾਂ ਹੋ ਨਹੀਂ ਰਹੀ ਸੀ ਨਾ। ਪਹਿਲਾਂ ਜ਼ਮੀਨਾਂ ਦੇ ਵਿੱਚ ਹੇਰ ਫਸਲ ਜ਼ਿਆਦਾ ਚੱਲਦਾ ਸੀ, ਫਸਲਾਂ ਦਾ ਵੀ ਬਦਲ ਹੁੰਦਾ ਸੀ, ਮੌਸਮੀ ਖੇਤੀ ਸੀ। ਪੁੱਛ ਕੇ ਦੇਖੋ ਆਪਣੇ ਤੋਂ ਵੀ ਕਿੰਨੀਆਂ ਫਸਲਾਂ ਨੁਕਸਾਨ ਹੁੰਦਾ ਸੀ, 2-2 ਸਾਲਾਂ 3-3 ਸਾਲਾਂ ਦਾ ਕਾਲ ਪੈ ਜਾਂਦਾ ਸੀ। ਆਪਾਂ ਤਾਂ ਕਾਲ ਹੀ ਨਹੀਂ ਦੇਖਿਆ ਕਦੇ। ਠੀਕ ਹੈ, ਆਪਾਂ ਰੱਜਿਆਂ ਨੂੰ ਰਜਾਉਣ ਤੇ ਲੱਗੇ ਹੋਏ ਆ। ਆਪਾਂ ਕਹਿ ਦਿੰਦੇ ਆ ਵੀ ਖੇਤੀ ਦੇ ਵਿੱਚ ਐਂ ਘਾਟਾ ਨਹੀਂ ਹੈਗਾ ਜੀ, ਅਸਲ ਆਪਣੇ ਖਰਚ ਵਾਲੇ ਜ਼ਿਆਦਾ ਵਧੇ ਹੋਏ ਆ। ਬਿਲਕੁਲ। ਜੇ ਮਾਰ ਰਿਹਾ ਤਾਂ ਛੋਟਾ ਜ਼ਿਮੀਦਾਰ ਮਾਰ ਰਿਹਾ। ਕਿਉਂ ਮਾਰ ਰਿਹਾ? ਕਿਉਂਕਿ ਉਹਨੇ ਆਪਦੇ ਆਪਣਾ ਮੁਕਾਬਲਾ ਹੀ 50 ਕਿੱਲੇ ਵਾਲੇ ਨਾਲ ਕਰ ਰੱਖਿਆ। ਉਹ ਕਹਿੰਦਾ ਮੈਂ ਲੈਣਾ 4x4 ਹੈ। ਇੱਥੇ ਚੱਕਰ ਪੈਂਦਾ ਹੈਗਾ ਜੀ। ਜੇ ਤੁਹਾਡੇ ਕੋਲੇ ਸਾਧਨ ਸੀਮਤ ਹੈ ਤਾਂ ਤੁਹਾਡੇ ਖਰਚੇ ਵੀ ਸੀਮਤ ਹੋਣੇ ਚਾਹੀਦੇ ਆ। ਹੁਣ ਮੈਂ ਸਬਸਿਡੀਆਂ ਦੇ ਖਿਲਾਫ ਹੁੰਨਾ ਵੀ ਇਹ ਮਿੱਠਾ ਜ਼ਹਿਰ ਆ, ਜੇ ਵੱਧ ਖਾ ਲਓਗੇ ਤਾਂ ਇਹ ਜ਼ਹਿਰ ਇਹਦਾ ਰਿਐਕਸ਼ਨ ਹੀ ਕਰਨੀ ਹੈ, ਮਾਰਨਾ ਤੁਹਾਨੂੰ। ਠੀਕ ਹੈ, ਆਪਣੇ ਕੋਲ ਇੱਕ ਸੰਦ ਹੈ, ਉਹ ਵੀ ਆਪਾਂ ਸਬਸਿਡੀ ਤੇ ਨਹੀਂ ਲਿਆ ਹੋਇਆ, ਬਾਕੀ ਆਪਣੇ ਕੋਲ ਸਾਰੇ ਨਾਰਮਲ ਸੰਦ ਹੈ, ਕਿਰਾਏ ਤੇ ਖੇਤੀ ਕਰਾ ਲੈਂਦੇ ਆ। ਤੇ ਮੈਥੋਂ ਜਿਹੜੇ 4 ਗੁਣਾ ਛੋਟੇ ਫਾਰਮਰ ਆ, ਉਹਨਾਂ ਕੋਲ ਮੇਰੇ ਨਾਲੋਂ 20-20 ਗੁਣਾ ਸੰਦ ਆ ਜੀ। ਅੱਛਾ ਜੀ। ਠੀਕ ਹੈ ਜੀ। ਖਰਚਾ ਕਿੱਥੋਂ ਵਧਣਾ, ਰਿਪੇਅਰ ਕਿੱਥੋਂ ਆਉਣੀ ਹੈ, ਕਿੰਨੇ ਕੁ ਤੁਸੀਂ ਪੈਸੇ ਕਮਾ ਲਓਗੇ। ਵੀ ਜਿਹੜੇ ਬੰਦੇ ਨੇ ਕਿਰਾਏ ਤੇ ਕੰਮ ਕਰਨਾ, ਉਹਨੂੰ ਸਬਸਿਡੀ ਦੇਣ ਦੀ ਕੀ ਲੋੜ ਆ। ਉਹਨੇ ਤਾਂ ਗਾਹਾਂ ਵਾਲੇ ਤੋਂ ਪੈਸੇ ਲੈਣੇ ਆ। ਤੇ ਉਹਨੇ ਦੇਖਿਆ ਹੁੰਦਾ ਮੇਰੇ ਸਾਲ 'ਚ ਪੂਰੇ ਹੋ ਜਾਣਗੇ, 2 ਸਾਲਾਂ 'ਚ ਪੂਰੇ ਹੋ ਜਾਣਗੇ। ਤੇ ਫਿਰ ਐ ਹੁਣ ਤੁਸੀਂ ਦੇਖੋ ਵੀ ਆਪਾਂ ਹੁਣ ਚਲੋ ਇਹ ਤਾਂ ਨਰਮਾ ਲਾਇਆ ਹੋਇਆ, ਜੇ ਕਣਕ ਲੱਗੀ ਹੋਵੇ ਫਿਰ ਮੈਨੂੰ ਤਾਂ ਕੰਬਾਈਨ ਦੀ ਵੀ ਲੋੜ ਆ, ਮੈਂ ਕੰਬਾਈਨ ਲੈ ਕੇ ਆਵਾਂ। ਹਰੇਕ ਬੰਦਾ ਹੀ ਕੰਬਾਈਨ ਲੈ ਕੇ ਆਵੇ, ਇਹ ਤਾਂ ਪੋਸੀਬਲ ਨਹੀਂ ਨਾ ਹੈਗਾ। ਸੋਸਾਇਟੀ ਤਾਂ ਉਦਾਂ ਹੀ ਚੱਲਦੀ ਹੈ ਨਾ। ਹੁਣ ਜੇ ਮੰਨ ਲਓ ਮੈਂ ਆਪਦੀ ਸਿਸਟਰ ਦਾ ਵਿਆਹ ਕਰਨਾ ਹੈਗਾ, ਠੀਕ ਹੈ, ਤਾਂ ਮੈਂ ਪੈਲਸ ਥੋੜੀ ਖਰੀਦ ਲੂੰਗਾ ਜਾਂ ਪੈਲਸ ਬਣਾਉਂਗਾ ਥੋੜੀ। ਮੈਂ ਜਿਹੜੇ ਸਿਸਟਮ ਚੱਲ ਰਿਹਾ ਉਹਦੇ ਵਿੱਚ ਮੈਂ ਦੇਖੋ ਵੀ 4 ਪੈਲਸ ਬਣੇ ਹੋਏ ਆ, ਉਹਨਾਂ ਦੇ ਵਿੱਚੋਂ ਮੈਂ ਕਿਹੜੇ 'ਚ ਮੇਰੀ ਜੇਬ ਕਿਹੜੇ ਵੱਲ ਲੈ ਕੇ ਜਾ ਰਹੀ ਹੈ। ਹਾਂ, ਇਸੇ ਤਰ੍ਹਾਂ ਖੇਤੀ ਦੇ ਵਿੱਚ ਸੀਗਾ, ਹਰ ਬੰਦੇ ਨੇ ਪਰਾਲੀ ਦਾ ਹੱਲ ਕਰਨਾ ਝੋਨੇ ਦਾ, ਪਰ ਹਰ ਬੰਦੇ ਕੋਲ ਹੀ ਸੰਦ ਹੋਵੇ। ਇਹ ਤਾਂ ਆਪਾਂ ਪੰਜਾਬ ਨੂੰ ਪਿੱਛੇ ਵੱਲ ਲੈ ਕੇ ਜਾ ਰਹੇ ਹਾਂ ਨਾ। ਇਨਵੈਸਟਮੈਂਟ ਜ਼ਿਮੀਂਦਾਰਾਂ ਦੀ ਹੋ ਰਹੀ ਹੈ, ਕੰਪਨੀਆਂ ਨੇ ਤਾਂ ਪਹਿਲਾਂ ਕਰ ਰੱਖਿਆ। ਉਹਨਾਂ ਨੇ ਤਾਂ 40 ਦਾ ਤਿਆਰ ਕਰਿਆ ਤੇ 60 ਦਾ ਮਾਰਕੀਟ 'ਚ ਲੈ ਕੇ ਆਂਦਾ, ਤਾਂ ਉਦੋਂ ਤੋਂ ਗੌਰਮੈਂਟ ਨੇ ਸਬਸਿਡੀ ਲੈ ਕੇ ਫੇਰ ਤੁਹਾਨੂੰ ਦਿੱਤਾ ਹੈਗਾ। ਉਹਨਾਂ ਨੇ ਪੈਸੇ ਕਮਾਏ ਆ ਤੇ ਡੀਲਰਾਂ ਨੇ ਵੀ ਕਮਾ ਲਏ। ਤੁਸੀਂ
ਕਮਾਓਗੇ ਤਾਂ ਜੇ ਤੁਹਾਡੇ ਕੋਲੇ ਖਰਚਾ ਘਟੂਗਾ। ਤੁਸੀਂ ਤਾਂ ਵਧਾ ਲਿਆ, ਤੁਸੀਂ ਤਾਂ 5 ਕਿੱਲਿਆਂ ਦੀ ਕਮਾਈ 6ਵੇਂ ਸਾਲ ਵਿੱਚ ਪਾਤੀ ਤੇ ਮਤਲਬ ਕਿ ਫਿਰ ਓਵਰਆਲ ਇਸੇ ਕਰਕੇ ਲਿਮਟਾਂ ਦਾ ਫਾਇਦਾ ਨਹੀਂ ਹੋਇਆ, ਲੋਨ ਕਰਾਏ ਲੋਨਾਂ ਦਾ ਫਾਇਦਾ ਨਹੀਂ ਹੋਇਆ ਹੈਗਾ। ਓਵਰਆਲ ਆਪਣੀ ਇਕਨੋਮਿਕਸ ਇਸੇ ਕਰਕੇ ਪੰਜਾਬ ਦੀ ਡਾਊਨ ਆ। ਸਬਸਿਡੀਆਂ ਜੇ ਪੰਜਾਬ 'ਚ ਹੀ ਦੇ ਰਹੀਆਂ ਤਾਂ ਸਟੇਟ ਦੇ ਰਹੀ ਹੈ ਨਾ, ਬੋਝ ਤਾਂ ਇਕੱਲੇ ਬੰਦੇ ਤੇ ਪੈਣਾ ਨਾ। ਤੁਸੀਂ ਅੱਜ ਕੋਈ ਲਾਸ ਹੁੰਦਾ, ਆਪਾਂ ਕਹਿੰਦੇ ਆ ਬਿਜਲੀ ਆਪਾਂ ਨੂੰ ਫ੍ਰੀ ਮਿਲ ਰਹੀ ਹੈ, ਮੋਟਰਾਂ ਦੀ ਫ੍ਰੀ ਨਹੀਂ ਮਿਲ ਰਹੀ ਜੀ, ਇਹਦਾ ਖਰਚਾ ਕਿਸੇ ਹੋਰ ਪਾਸਿਓਂ ਕੱਢਿਆ ਜਾ ਰਿਹਾ। ਠੀਕ ਹੈ, ਜੇ ਤੁਹਾਨੂੰ ਸੰਦਾਂ ਦੀ ਸਬਸਿਡੀ ਆਈ ਹੈ ਤਾਂ ਉਹਦਾ ਖਰਚਾ ਤਾਂ ਕਿਸੇ ਹੋਰ ਪਾਸਿਓਂ ਕੱਢਿਆ ਜਾ ਰਿਹਾ ਨਾ। ਠੀਕ ਹੈ, ਸਰਕਾਰਾਂ ਦੀ ਨੀਤੀ ਸਰਕਾਰਾਂ ਹੀ ਜਾਣਦੀਆਂ, ਉਹਨਾਂ ਨੇ ਕਿਆ ਕਰਨਾ ਕਿਆ ਕਰਾਉਣਾ, ਪਰ ਅਸਲ ਦੇ ਵਿੱਚ ਆਪਾਂ ਨੂੰ ਤਾਂ ਆਪਦੇ ਖੇਤ ਤੱਕ ਸੀਮਿਤ ਰਹਿਣਾ ਚਾਹੀਦਾ। ਇਹ ਜਿੰਨੇ ਤਜਰਬੇ ਹੋ ਸਕਦੇ ਆ ਉਨੀ ਕਰ ਲੈਣੇ ਚਾਹੀਦੇ ਆ। ਅੱਛਾ, ਜਿਹੜੇ ਜਿੰਨੇ ਕੁ ਤਜਰਬੇ ਹੁਣ ਤੱਕ ਪ੍ਰਗਟ ਨੇ ਕੀਤੇ ਆ ਸਾਰੇ ਤਜਰਬੇ ਇਹਦੇ 'ਚ ਫਿਰ ਨਾ ਇਹਦੇ ਵਿੱਚ ਸਿਰਫ ਨਰਮੇ ਦੀ ਕਿਤਾਬ ਬਾਰੇ ਆ ਜੀ, ਨਰਮੇ ਦੀ ਗੱਲਬਾਤ ਬਾਰੇ, ਨਰਮੇ ਦੀ ਫਸਲ ਬਾਰੇ ਆ, ਮਿੱਟੀ ਦੀ ਸੰਰਚਨਾ ਬਾਰੇ ਆ। ਕਿਉਂਕਿ ਆਪਾਂ ਜੇ ਆਪਣੇ ਕੋਲੇ ਮੁੱਢਲੀ ਜਾਣਕਾਰੀ ਨੂੰ ਆਪਣੇ ਨੀਂਹ ਨਹੀਂ ਭਰੀ ਹੈਗੀ ਤਾਂ ਕਦਾਂ ਛੱਤ ਕਦੋਂ ਨਿਕਲਣੀ ਹੈ। ਠੀਕ ਹੈ, ਸ਼ੁਰੂਆਤ ਤਾਂ ਨੀਂਹ ਤੋਂ ਹੋਣੀ ਹੈ ਨਾ, ਨੀਂਹ ਤੇ ਆਪਾਂ ਸਾਰਾ ਜ਼ੋਰ ਲਾਇਆ ਹੁੰਦਾ, ਜੇ ਨੀਂਹ ਮਾੜੀ ਹੋਈ ਤਾਂ ਫਿਰ ਤਾਂ ਤੇੜਾ ਚੱਲਣਗੀਆਂ। ਠੀਕ ਹੈ, ਇਹ ਤਾਂ ਨੀਂਹ ਹੈ ਜੀ। 17 ਕਿਤਾਬਾਂ ਦੇ ਕੰਮ ਚੱਲ ਰਿਹਾ ਅੱਡੋ ਅੱਡ ਫਸਲਾਂ ਦੇ ਉੱਤੇ। ਅੱਛਾ ਜੀ। ਹਾਂ, ਕਿਉਂਕਿ ਅਸਲ ਦੇ ਵਿੱਚ ਸੁਸਾਇਟੀ ਦੇ ਵਿੱਚ ਆਪਾਂ ਹਰ ਬੰਦਾ ਕਹਿੰਦਾ ਵੀ ਚੰਗਾ ਹੋਵੇ, ਮਾੜਾ ਨਾ ਹੋਵੇ। ਚੰਗੇ ਨੂੰ ਕੋਈ ਐਪਰੀਸ਼ੀਏਟ ਕਰਕੇ ਨਹੀਂ ਬਚਦਾ ਤੇ ਮਾੜੇ ਤੇ ਮਿਲੀਅਨ ਵਿਊ ਹੁੰਦੇ ਆ, ਤੇ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਸੁਸਾਇਟੀ ਦੇ ਵਿੱਚ ਚੰਗਾ ਹੋਊਗਾ? ਹੋ ਹੀ ਨਹੀਂ ਸਕਦਾ ਨਾ ਜੀ। ਇਹ ਇੱਕ ਦੇਖੋ, ਇਕੱਲੇ ਬੰਦੇ ਨੇ ਜਿਹੜਾ ਯੋਗਦਾਨ ਪਾਉਣਾ ਉਹ ਆਪਾਂ ਕਹਿ ਰਹੇ ਕੱਲਾ ਐਮਐਲਏ ਪਾ ਦੇ, ਕੱਲਾ ਐਮਪੀ ਪਾ ਦੇ। ਐਮਪੀ ਕਿੱਥੋਂ ਪਾ ਦੇ? ਉਹ ਤਾਂ ਚਿਚੜਾ ਵਾਂਗੂ ਲੱਗੇ ਹੋਏ ਚਮਚੇ। ਠੀਕ ਹੈ, ਉਹਨੇ ਦੱਸਿਆ ਥੱਲੇ ਆਹ ਰਿਪੋਰਟ ਆ ਰਹੀ ਹੈ, ਥੱਲੇ ਆਹ ਰਿਪੋਰਟ ਆ ਰਹੀ ਹੈ, ਆਪਾਂ ਇੱਧਰ ਨਹੀਂ ਜਾਣਾ, ਉਹ ਬੰਦੇ ਨੂੰ ਨਹੀਂ ਮਿਲਣਾ, ਫਲਾਣੇ ਬੰਦੇ ਨੂੰ ਮਿਲਣਾ। ਇਹ ਸਿਸਟਮ ਤਾਂ ਜੀ ਆਪਾਂ ਕੱਲੇ ਨੂੰ ਆਪਦੇ ਨੂੰ ਕੰਮ ਕਰਨ ਦੀ ਲੋੜ ਆ, ਫੇਰ ਸੁਧਰ ਸਕਦਾ, ਨਹੀਂ ਅਦਰਵਾਈਜ਼ ਤਾਂ ਇਹ ਅਫਸਰਸ਼ਾਹੀ ਬਹੁਤ ਜ਼ਿਆਦਾ ਕਰਪਟ ਹੋ ਚੁੱਕੀ ਹੈ ਜੀ। ਅੱਛਾ, ਇਹ ਚੀਜ਼ ਦੀ ਫਿਰ ਜਿਵੇਂ ਇਹ ਚੀਜ਼ ਬਾਰੇ ਕਦੋਂ ਸੋਚਿਆ, ਲੋੜ ਕਿਵੇਂ ਪਈ? ਜਿਵੇਂ ਤੁਸੀਂ ਸੋਚਿਆ, ਮੈਂ ਤਾਂ ਯਾਰ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਕਿਤਾਬ ਲਾਵਾਂ। ਹਾਂ ਜੀ, YouTube ਤੇ ਚਲੋ ਆਪਣੀ ਜਿਹੜੀ ਚੀਜ਼ ਆ ਲੋਕਾਂ ਦੇ ਨਾਲ ਸਾਂਝੇ ਕਰਦੀ, ਆਪਣੇ ਤਜਰਬੇ ਲੋਕਾਂ ਦੇ ਨਾਲ ਸਾਂਝੇ ਕਰਦੇ ਕਿ ਭਾਈ ਖਰਚਾ ਕਿਵੇਂ ਘਟਾਈਏ, ਲੋਕਾਂ ਦੇ ਖਾਨੇ ਦੇ ਵਿੱਚ ਗੱਲਾਂ ਜਿਹੜੀਆਂ ਪਾਉਂਦੀ ਸੀ। ਉਸ ਤੋਂ ਬਾਅਦ ਗੱਲ ਕਿਵੇਂ ਇਹ ਦਿਮਾਗ ਦੇ ਵਿੱਚ ਆਈ, ਜ਼ਿਹਨ ਦੇ ਵਿੱਚ ਆਈ ਕਿ ਯਾਰ ਕਿਤਾਬਾਂ ਵੱਲ ਵਧਿਆ ਜਾਵੇ, ਕਿਤਾਬਾਂ ਲੋਕਾਂ ਤੱਕ ਜਿਹੜੀਆਂ ਪਹੁੰਚ ਜ਼ਿਆਦਾ ਨਜ਼ਦੀਕ ਕਰਦੀਆਂ ਨੇ। ਨਹੀਂ ਦੇਖੋ, ਮੈਂ ਇਹ ਸਮਝਦਾ ਵੀ ਜਿਹੜਾ ਨੌਜਵਾਨ ਮਜਬੂਰੀ ਨਾਲ ਖੇਤੀ ਕਰ ਰਿਹਾ ਨਾ, ਕਿਸੇ ਨਾਲ ਮੈਂ ਪਰਸਨਲ ਟੱਚ 'ਚ, ਕੋਈ ਮੇਰਾ ਚੈਨਲ ਦੇਖ ਰਿਹਾ, ਮੰਨ ਲਓ 70 ਵੀਡੀਓ ਪਾਈਆਂ ਹੋਈਆਂ, ਉਹਨੇ 5 ਦੇਖੀਆਂ, ਉਹਦਾ ਤਾਂ ਅਧੂਰਾ ਹੀ ਆ ਕੰਮ। ਬਿਲਕੁਲ। ਤੇ ਕਿਸੇ ਵੀਡੀਓ 'ਚ ਆਪਾਂ ਸਾਰਾ ਕੁਝ ਦੱਸ ਵੀ ਨਹੀਂ ਸਕਦੇ। ਹੁਣ ਆਪਾਂ ਇੰਟਰਵਿਊ ਕਰ ਰਹੇ ਹਾਂ, ਮੰਨ ਲਓ ਇਹ 25-30 ਮਿੰਟਾਂ ਦੀ ਬਣ ਗਈ, ਪਰ ਸਾਰੀ ਗੱਲਬਾਤ ਇਹਦੇ 'ਚ ਹੋ ਨਹੀਂ ਨਾ ਸਕਦੀ। ਸਾਰੀ ਗੱਲ ਤਾਂ ਮੰਨ ਲਓ ਕਿਸੇ ਕਲਾਕਾਰ ਦੇ ਉਸ ਤੇ ਜਾਂ ਐਕਟਰ ਦੇ, ਜਿਵੇਂ ਧੋਨੀ ਤੇ ਫਿਲਮ ਬਣੀ ਸੀਗੀ, ਹੁਣ ਉਹ ਸਾਰਾ ਕੁਝ ਤਾਂ ਨਹੀਂ ਜ਼ਿੰਦਗੀ ਦਾ ਦੱਸਤਾ ਉਸ ਫਿਲਮ ਨੇ, ਤੇ ਨਾ ਹੀ ਕੋਈ ਵੀਡੀਓ ਦੱਸ ਸਕਦੀ ਹੈ ਇੱਦਾਂ, ਤੇ ਨਾ ਹੀ ਇਹ ਕਿਤਾਬ ਦੱਸ ਸਕਦੀ ਹੈ, ਪਰ ਜਾਗ ਲਾ ਸਕਦੀ ਹੈ, ਮੋਟੀਵੇਸ਼ਨ ਮਿਲ ਸਕਦੀ ਹੈ। ਨਰਮੇ ਦੀ ਫਸਲ ਨਾਲ ਸੰਬੰਧਿਤ ਇਹਦੇ ਵਿੱਚ ਜਿਹੜੀ ਮੁੱਢਲੀ ਜਾਣਕਾਰੀ ਚਾਹੀਦੀ ਹੈ, ਮੇਨ ਕੰਮ ਤਾਂ ਇਹੀ ਹੈ ਵੀ ਸਮੱਸਿਆ ਸਮਝ ਆ ਜੇ। ਹੱਲ ਤਾਂ ਉਹਦੇ 4-5 ਤਰੀਕਿਆਂ ਨਾਲ ਹੁੰਦੇ ਆ, ਉਹ ਆਪਣੀ ਜੇਬ ਨਾਲ ਜੁੜੇ ਹੁੰਦੇ ਆ। ਆਪਾਂ ਸਸਤਾ ਕਰਨਾ, ਮਹਿੰਗਾ ਕਰਨਾ, ਪਹਿਲਾਂ ਕਰਨਾ ਕਿ ਆਉਣ ਤੋਂ ਬਾਅਦ ਕਰਨਾ, ਇਹ ਸਮੱਸਿਆਵਾਂ ਤੇ ਗੱਲ ਕੀਤੀ ਗਈ ਆ। ਮੇਨ ਆਪਣੀ ਮਿੱਟੀ ਆ ਨਾ, ਫਸਲ ਦਾ 3-4 ਮਹੀਨਿਆਂ ਦੀ ਪ੍ਰਾਹੁਣੀ ਆ, ਮਹਿਮਾਨ ਆ, ਇਹਦਾ ਲੱਗੀ ਪਾਲੀ ਪੋਚੀ ਤੇ ਵੱਢੀ ਗਈ, ਉਦੋਂ ਅਗਲੀ ਫਸਲ ਆ ਰਹੀ ਆ। ਇਹ ਦੇਖਣ ਵਾਲੀ ਗੱਲ ਆ ਵੀ ਇਹ ਕੀ ਲੈ ਗਈ ਤੇ ਕੀ ਛੱਡ ਗਈ। ਠੀਕ ਹੈ, ਆਪਣੇ ਖੇਤ ਦੇ ਵਿੱਚ ਆਪਣੇ ਖੇਤ ਦੀ ਸੰਰਚਨਾ ਕਿੰਨੀ ਕੁ ਖਰਾਬ ਕਰ ਗਈ, ਕਿੰਨੀ। ਹੁਣ ਆਪਣੇ ਆਮ ਰੀਤ ਚੱਲਦੀ ਹੈਗੀ ਆ ਵੀ ਝੋਨਾ ਦਾ ਜੀ ਪਾਣੀ ਖਤਮ ਕਰ ਦੂ ਤੇ ਨਰਮਾ ਪਾਣੀ ਬਚਾ ਦੂਗਾ, ਹੈਂ, ਪਰ ਦੋਨੇ ਗੱਲਾਂ ਮੇਲ ਨਹੀਂ ਖਾਂਦੀਆਂ ਹੈਗੀਆਂ ਜੀ। ਠੀਕ ਹੈ, ਕਿਉਂਕਿ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਨਰਮਾ ਲੱਗਦਾ ਸੀ, ਅੱਜ ਕੱਲ੍ਹ 5 'ਚ ਹੀ ਲੱਗਦਾ। 5 ਚੋਂ ਵੀ 50% ਝੋਨੇ ਦਾ ਆ ਗਿਆ, ਕਿਉਂਕਿ ਜਿੱਥੇ ਪਾਣੀ ਚੰਗੇ ਆ ਮੋਟਰਾਂ ਵੱਧ ਗਈਆਂ ਤੇ ਪਾਣੀ ਲਾਉਣਾ ਸ਼ੁਰੂ ਕਰਤਾ। ਦੇਖੋ, ਇਹ ਚੀਜ਼ਾਂ ਤਾਂ ਆਪਣੇ ਖੇਤਾਂ ਨਾਲ ਜੁੜੀਆਂ ਹੋਈਆਂ। ਜਿਹੜੀ ਨਰਮੇ ਦੀ ਫਸਲ ਨਾਲ ਸੰਬੰਧਿਤ ਗੱਲ ਸੀਗੀ, ਆਪਾਂ ਉਹ ਇਸ ਬੁੱਕ 'ਚ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਮੇਰੀ ਜਦੋਂ ਆਪਾਂ ਮਿਲਦੇ ਰਹਿੰਦੇ ਨਾ ਫਾਰਮਰ ਦੇ ਵਿੱਚ, ਮੇਰੇ ਚੱਕਰ ਜ਼ਿਆਦਾ ਮੇਰੇ ਵੱਡੀ ਏਜ ਵਾਲਿਆਂ ਨਾਲ ਮਿਲਦੇ ਆ, ਜਾਂ ਡੈਡੀ ਦੀ ਏਜ ਹੋ ਗਈ, ਜਿਵੇਂ ਤੁਸੀਂ ਵੀ ਮੇਰੇ ਤੋਂ ਵੱਡੇ ਹੋ, ਜਾਂ ਮੇਰੇ ਦਾਦੇ ਦੀ ਏਜ ਦੇ ਜਿਹੜੇ ਕਿਸਾਨ ਆ ਉਹਨਾਂ ਨਾਲ ਮੇਰੇ ਚੱਕਰ ਜ਼ਿਆਦਾ ਮਿਲਦੇ ਆ। ਨੌਜਵਾਨਾਂ ਨਾਲ ਵੀ ਮਿਲਦੇ ਆ, ਪਰ ਨੌਜਵਾਨ ਚੇਂਜ ਨਹੀਂ ਚਾਹੁੰਦਾ ਹੈਗਾ। ਉਹ ਤਾਂ ਕਹਿੰਦਾ ਵੀ ਮੈਨੂੰ ਤੂੰ ਦੱਸ ਵੀ ਮੈਂ 500 ਲਾਵਾਂ ਕਿ 1000 ਲਾਵਾਂ, ਮੇਰਾ ਹੱਲ 5-7 ਮਿੰਟਾਂ 'ਚ ਹੋ ਜੇ, 5-7 ਦਿਨਾਂ 'ਚ ਹੀ ਹੋ ਜੇ। ਐਵੇਂ ਹੋ ਨਹੀਂ ਸਕਦਾ ਜੀ। ਜੇ ਇੰਨਾ ਕੋਈ ਵਧੀਆ ਪ੍ਰੋਡਕਟ ਹੋਵੇ ਤਾਂ ਕੰਪਨੀ 500 ਦਾ ਤਿਆਰ ਕਰਕੇ 5000 'ਚ ਵੇਚੇ, ਤੇ ਲੋਕ ਲੈਣ ਵਾਲੇ ਹੈਗੇ ਆ। ਲੋਕਾਂ ਦਾ ਬਜਟ ਹੈਗਾ, ਚੰਗੇ ਜ਼ਿਮੀਂਦਾਰਾਂ ਦਾ ਬਜਟ ਐਡਾ ਹੈਗਾ, ਪਰ ਹੱਲ ਨਹੀਂ ਹੋਣਾ ਜੀ। ਉਹਨੇ ਇੱਕ ਫਾਇਦਾ 4 ਨੁਕਸਾਨ ਕਰ ਦੇਣੇ ਆ। ਨੁਕਸਾਨ ਤੁਹਾਨੂੰ 2 ਸਾਲਾਂ ਬਾਅਦ ਪਤਾ ਲੱਗਣੇ ਆ, ਉਦੋਂ ਨੂੰ ਕੰਪਨੀ ਨੇ ਬਿਲੀਅਨ ਇਕੱਠੇ ਕਰ ਲੈਣੇ। ਅੱਛਾ, ਇੱਕ ਚੀਜ਼ ਹੋਰ ਆ ਕਿ ਖੇਤੀਬਾੜੀ ਢਾਂਚੇ ਨੂੰ, ਜਿਵੇਂ ਹੁਣ ਅਸੀਂ ਅਕਸਰ ਗੱਲਬਾਤ ਕਰਦੇ ਹਾਂ, ਖੇਤੀਬਾੜੀ ਤੇ ਗੱਲਬਾਤ ਹੁੰਦੀ ਹੈ, ਹਨਾ, ਖੇਤੀਬਾੜੀ ਮਾਹਿਰਾਂ ਦੇ ਨਾਲ ਹੁੰਦੀ ਆ। ਉਹ ਕਹਿੰਦੇ ਯਾਰ ਖੇਤੀਬਾੜੀ ਢਾਂਚੇ ਨੂੰ ਬਦਲਣ ਦੀ ਜ਼ਰੂਰਤ ਆ, ਸਾਨੂੰ ਕੁਦਰਤੀ ਖੇਤੀ ਵੱਲ ਆਉਣਾ ਹੀ ਪੈਣਾ, ਸਾਨੂੰ ਆਹ ਜਿਹੜੀਆਂ ਰੇਹਾਂ ਸਪਰੇਹਾਂ ਮਹਿੰਗੀਆਂ ਨੇ ਇਹਨਾਂ ਨੂੰ ਛੱਡਣਾ ਹੀ ਪੈਣਾ, ਜੇਕਰ ਅਸੀਂ ਖੇਤੀਬਾੜੀ ਢਾਂਚੇ ਨੂੰ ਬਚਾਉਣਾ ਆ। ਦੇਖੋ, ਮੈਂ ਇਹ ਸਮਝਦਾ ਜੀ ਕਿ ਮੰਨ ਲਓ ਆਪਣਾ ਸਰੀਰ ਆ, ਠੀਕ ਹੈ, ਮਿੱਟੀ ਵੀ ਆਪਣਾ ਇੱਕ ਸਰੀਰ ਆ ਖੇਤ ਦੇ ਲਈ। ਠੀਕ ਹੈ, ਜੇ ਆਪਣੇ ਸਰੀਰ ਦੇ ਵਿੱਚ ਕੋਈ ਫਾਲਟ ਆ, ਆਪਣੀਆਂ 10 ਤਰ੍ਹਾਂ ਦੀ ਮੈਡੀਸਨ ਚੱਲ ਰਹੀ ਆ। ਬਿਲਕੁਲ,
ਕਦੇ ਆਪਾਂ ਬਲੱਡ ਕੰਟਰੋਲ ਕਰਨ ਦੀ ਖਾ ਰਹੇ ਹਾਂ, ਕਦੇ ਆਪਾਂ ਸ਼ੂਗਰ ਕੰਟਰੋਲ ਕਰਨ ਦੀ ਖਾ ਰਹੇ ਹਾਂ, ਕਦੇ ਕੋਈ ਆਪਣੇ ਮਤਲਬ ਸਰੀਰ 'ਚ ਕੋਈ ਫਾਲਟ ਆ 5-6 ਆਪਾਂ ਸਾਰੀਆਂ ਕਹਿ ਦਈਏ ਵੀ ਇਹਦਾ ਜ਼ਹਿਰ ਆ ਸਾਰੀਆਂ, ਇਹਨਾਂ ਨੂੰ ਕਰੋ ਬੰਦ ਤੇ ਇਹਨੂੰ ਕੱਲੀ ਖੁਰਾਕ ਦਿਓ, ਪੋਸੀਬਲ ਹੈ? ਉਹਨਾਂ ਨੂੰ ਪਹਿਲਾਂ ਘੱਟ ਕਰਨਾ ਪਊਗਾ, ਉਹਦੇ ਪੈਰਾਮੀਟਰ ਚੈੱਕ ਕਰਨੇ ਪੈਣਗੇ ਵੀ ਇਹ ਹੁਣ ਜੇ ਬੰਦ ਕਰੀਏ ਤੇ ਬਚ ਜੂ। ਜ਼ਮੀਨ ਨੂੰ ਕੋਈ ਜ਼ਹਿਰ ਇੱਕ ਦਿਨ 'ਚ ਤਾਂ ਲੱਗਿਆ ਨਹੀਂ, ਖਾਦਾਂ ਪਾ ਰਹੇ ਆ, ਰੇਹਾਂ ਸਪਰੇਹਾਂ ਪਾ ਰਹੇ ਆ, ਈਵਨ ਕਿ ਗਲਤ ਤਰੀਕੇ ਨਾਲ ਪਾ ਰਹੇ ਆ। ਜਿਹੜੀ ਚੀਜ਼ ਉੱਤੇ ਸਪਰੇਅ ਹੋਣੀ ਚਾਹੀਦੀ ਥੱਲੇ ਪੈ ਰਹੀ ਹੈ, ਜਿਹੜੀ ਥੱਲੇ 50 ਕਿਲੋ ਪੈਣੀ ਚਾਹੀਦੀ 2 ਕੁਇੰਟਲ ਪੈ ਰਹੀ ਹੈ। ਪੈਰਾਮੀਟਰ ਤਾਂ ਹੈ ਨਹੀਂ, ਲੋਕਾਂ ਕੋਲੇ ਗਾਈਡੈਂਸ ਨਹੀਂ ਗਈ ਇਸ ਚੀਜ਼ ਦੀ। ਜੇ ਗਾਈਡੈਂਸ ਗਈ ਹੈ ਤਾਂ ਉਹਦੇ ਨਾਲ ਟੱਚਬਿਲਿਟੀ ਹੋਈ ਨਹੀਂ ਲੋਕਾਂ ਦੇ ਵਿੱਚ। ਜਿਵੇਂ ਆਪਾਂ ਕਹਿੰਦੇ ਵੀ ਆਹ ਚੀਜ਼ ਵਾਇਰਲ ਹੋ ਗਈ, ਉਹ ਗਿਆਨ ਕਦੇ ਵਾਇਰਲ ਨਹੀਂ ਹੁੰਦਾ, ਇਹ ਤਾਂ ਗਿਣਵੇਂ ਚੁਣਵੇਂ ਬੰਦਾ ਦੇ ਹਜਮ ਆਉਂਦਾ ਹੁੰਦਾ, ਨਹੀਂ ਤਾਂ ਉਲਟੀਆਂ ਲੱਗਦੀਆਂ ਹੁੰਦੀਆਂ ਸਾਰਿਆਂ ਨੂੰ। ਠੀਕ ਹੈ, ਇਸ ਚੀਜ਼ ਦੇ ਕਰਕੇ ਮਹਿਕਮੇ ਦਾ ਤਾਲਮੇਲ ਹੈਗਾ, ਉਹਨਾਂ ਦਾ ਕੰਮ ਉੱਪਰ ਰਿਪੋਰਟ ਦੇਣਾ, ਕੰਮ ਕਰਨਾ। ਸਾਰੇ ਅਫਸਰ ਮਾੜੇ ਨਹੀਂ ਹੈਗੇ, ਸਾਰੇ ਚੰਗੇ ਵੀ ਨਹੀਂ ਹੈਗੇ, ਵੀ ਨਹੀਂ ਹੈਗੇ, ਆਲਸੀ ਤਾਂ ਆਪਾਂ। ਉਹਨਾਂ ਨੂੰ ਮਿਹਨਤੀ ਬਣਾਉਣਾ ਆਪਣਾ ਹੀ ਕੰਮ ਆ। ਤੁਸੀਂ 10 ਬੰਦੇ ਡੇਲੀ ਗੇੜਾ ਮਾਰੋ ਇੱਕ ਪਿੰਡ ਚੋਂ ਵੀ ਸਾਡੀ 10 ਸਮੱਸਿਆ ਜੀ ਹੱਲ ਕਿਵੇਂ ਨਾ ਹੋਊਗੀ। ਉਹਨਾਂ ਦਾ ਸਵਾਲ ਹੀ ਜਾਇਜ਼ ਹੋਣਾ ਚਾਹੀਦਾ ਨਾ। ਉਹਨਾਂ ਦਾ ਸਵਾਲ ਤਾਂ ਇਹ ਹੈ ਵੀ ਕਿੰਨੇ ਪੈਸੇ ਲੱਗਣਗੇ, ਸਮੱਸਿਆ ਹੱਲ ਕਰੋ। ਠੀਕ ਹੈ, ਸਵਾਲ ਇਹ ਹੋਣਾ ਚਾਹੀਦਾ ਵੀ ਸਮੱਸਿਆ ਸਮਝਾ ਦਿਓ, ਆਈ ਕਾਹਤੋਂ ਆ, ਅੱਗੇ ਤੋਂ ਨਾ ਆਵੇ। ਖੇਤੀ ਇੱਕ ਵਾਰ ਤਾਂ ਕਰਨੀ ਨਹੀਂ ਹੈਗੀ, ਵਾਰ-ਵਾਰ ਕਰਨੀ ਹੈ। ਹੁਣ ਤੁਸੀਂ ਆਹ ਨਰਮੇ ਦੀ ਫਸਲ ਬਾਰੇ ਆਪਾਂ ਇਹਦੇ ਵਿੱਚ ਗੱਲ ਕੀਤੀ ਹੈ ਕਿ ਖੇੜਾ ਪੈਂਦਾ, ਖੇੜਾ ਇੱਕ ਕਾਰਨ ਕਰਕੇ ਤਾਂ ਪੈਂਦਾ ਨਹੀਂ ਹੈਗਾ। ਉਹ ਪਾਣੀ ਨਾਲ ਵੀ ਜੁੜਿਆ ਹੋਇਆ, ਉਹ ਖੁਰਾਕ ਨਾਲ ਵੀ ਜੁੜਿਆ ਹੋਇਆ, ਮਿੱਟੀ ਦੀ ਸਿਹਤ ਨਾਲ ਵੀ ਜੁੜਿਆ ਹੋਇਆ, ਤੁਹਾਡੇ ਪ੍ਰਬੰਧ ਨਾਲ ਵੀ ਜੁੜਿਆ ਹੋਇਆ। ਤੁਸੀਂ ਕਿੰਨੇ ਕਾਲਸੀ ਹੋ? ਤੁਸੀਂ 15 ਦਿਨਾਂ ਬਾਅਦ ਗੇੜਾ ਮਾਰਦੇ ਹੋ ਕਿ 30 ਦਿਨਾਂ ਬਾਅਦ ਗੇੜਾ ਮਾਰਦੇ ਹੋ? ਅਸਲ ਦੇ ਵਿੱਚ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਜੁੜ ਗਏ ਨਾ ਕਿ ਕਿਹੜੀ ਸਮੱਸਿਆ ਕਦੋਂ ਆਉਣੀ ਆ, ਉਹਦਾ ਹੱਲ ਕੀ ਆ, ਤਾਂ ਤੁਸੀਂ ਹੱਲ ਘੱਟ ਕਰਨ ਬਾਰੇ ਘੱਟ ਸੋਚੋਗੇ, ਤੁਸੀਂ ਡਿਟੈਕਟ ਕਰਨ ਬਾਰੇ ਜ਼ਿਆਦਾ ਸੋਚੋਗੇ। ਸਮੱਸਿਆ ਸਮਝ ਆ ਗਈ, ਹੁਣ ਡਾਕਟਰ ਮੰਨ ਲਓ ਵੀ ਤੁਹਾਡੇ ਪੇਟ ਦੇ ਵਿੱਚ ਪੱਥਰੀ ਆ, ਠੀਕ ਹੈ, ਤੇ ਡਾਕਟਰ ਨੂੰ ਸਮਝ ਹੀ ਨਹੀਂ ਆਈ ਹੈਗੀ ਪੱਥਰੀ ਆ, ਉਹਨੇ ਅਲਟਰਾ ਸਕੈਨ ਕਰਨ ਬਾਰੇ ਸੋਚਿਆ ਹੀ ਨਹੀਂ ਹੈਗਾ, ਤੇ ਤੁਹਾਨੂੰ ਪੇਨ ਕਿਲਰ ਦੇਈ ਜਾਂਦਾ, ਤੇ ਫਿਰ ਉਹਦੀ ਵੀ ਰੌਂਗ ਪ੍ਰੈਕਟਿਸ ਆ ਨਾ। ਜਾਂ ਤਾਂ ਉਹ ਡਾਕਟਰ ਨੇ ਜਾਣਾ ਤੇ ਜਾਂ ਤੁਹਾਨੂੰ ਡਾਕਟਰ ਚੇਂਜ ਕਰਨਾ ਪੈਣਾ, ਫਿਰ ਹੱਲ ਹੋ ਸਕਦਾ। ਕੁੱਲ ਮਿਲਾ ਕੇ ਤਾਂ ਇਹੀ ਆ ਕਿ ਸਾਨੂੰ ਆਪਣੇ ਖੇਤ ਦਾ ਡਾਕਟਰ ਖੁਦ ਹੀ ਬਣਨਾ ਪੈਣਾ। ਬਿਲਕੁਲ ਜੀ, ਆਪ ਆ ਮਾਲਕ, ਆਪਾਂ ਇਹਦੇ ਮਾਲਕੀ ਤਾਂ ਫੇਰ ਹੀ ਜਿਤਾ। ਆਪਾਂ ਤਾਂ ਨੌਕਰੀ ਵੀ ਨਹੀਂ ਜਿਤਾ ਰਹੇ ਜੀ, ਆਪਾਂ ਨੌਕਰ ਵੀ ਨਹੀਂ ਹੈਗੇ ਖੇਤ ਦੇ, ਆਪਾਂ ਮਾਲਕ ਬਣੇ ਫਿਰਦੇ ਆ। ਮਾਲਕ ਜ਼ਮੀਨ ਦੇ ਤਾਂ ਇਹਦੇ ਵਿੱਚ ਰਹਿਣ ਵਾਲੀਆਂ ਮਾਈਕਰੋ ਆਰਗੈਨਿਜ਼ਮ ਨੇ, ਗੰਡੋਏ ਨੇ, ਹੋਰ ਕੀਟ ਪ੍ਰਬੰਧ, ਜਿਹੜਾ ਸਾਰਾ ਸਿਸਟਮ ਚੱਲਦਾ ਇਹਦੇ ਵਿੱਚ, ਅਸਲੀ ਮਾਲਕ ਉਹ ਨੇ। ਉਹਨਾਂ ਨੂੰ ਤਾਂ ਮਾਰ ਕੇ ਆਪਾਂ ਸਾਈਡ ਤੇ ਲਾ ਰੱਖਿਆ ਤੇ ਆਪਾਂ ਮਾਲਕ ਖੁਦ ਬਣੇ ਬੈਠੇ ਆ। ਆਪਣੇ ਨਾਲ ਤਾਂ ਇਹਨਾਂ ਦਾ ਮਲਕੀਅਤ ਆ ਆਪਣੇ ਨਾਲ, ਪਰ ਆਪਾਂ ਮਾਲਕ ਨਹੀਂ ਹੈਗੇ। ਕਿਉਂਕਿ ਜਿਹੜਾ ਅਸਲ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਵਿੱਚ ਖੇਤੀ 'ਚ ਵੱਡਾ ਬਦਲਾਅ ਹੋਣਾ ਚਾਹੀਦਾ। ਬਿਲਕੁਲ ਠੀਕ ਹੈ, ਤੁਸੀਂ ਐਂ ਦੇਖੋ ਵੀ ਆਪਣੀ ਮਲਕੀਅਤ ਵਿੱਚ ਕਿੰਨੇ ਲੋਕ ਖੇਤੀ ਕਰਦੇ ਆ, 100 ਦੇ ਵਿੱਚੋਂ 20 ਮਲਕੀਅਤ ਵਾਲੇ ਹੋਣਗੇ, 80 ਠੇਕੇ ਵਾਲੇ ਬੰਦੇ, ਤੇ ਠੇਕੇ ਵਾਲਾ ਥੋੜੀ ਪਿਆਰ ਕਰੂਗਾ। ਤੁਸੀਂ ਆਪਦੇ ਘਰ ਦੇ ਵਿੱਚ ਰਹਿੰਦੇ ਹੋ, ਸਫਾਈ ਕਰਦੇ ਹੋ, ਆਪਦੀ ਰੋਟੀ ਆਪ ਵਗੈਰਾ ਤਿਆਰ ਕਰਦੇ ਹੋ, ਤੁਹਾਡੇ ਘਰ ਦੇ ਵਿੱਚ ਸਿਸਟਮ ਬਣਦਾ ਆਪਣਾ, ਸਫਾਈ ਰੱਖਦੇ ਆ। ਆਪਾਂ ਹੋਟਲ 'ਚ ਜਾਵਾਂਗੇ, 4 ਦਿਨ ਰਵਾਂਗੇ, ਸਫਾਈ ਰੱਖਾਂਗੇ ਆਪਾਂ ਉੱਥੇ? ਪੀਜੀ 'ਚ ਰਹਿੰਦੇ ਆ ਮੁੰਡੇ, ਉਹ ਆਪਦਾ ਉਹਨੂੰ ਘਰ ਮੰਨ ਸਕਦੇ ਆ? ਨਹੀਂ ਮੰਨ ਸਕਦੇ ਨਾ। ਜੇ ਠੇਕੇ ਵਾਲੀ ਜਗ੍ਹਾ ਦੇ ਵਿੱਚ ਜਾ ਕੇ ਆਪਾਂ ਖੇਤੀ ਕਰਦੇ ਆ, ਉੱਥੇ ਆਪਣਾ ਮਤਲਬ ਇਹੀ ਹੈ ਵੀ 5 ਲਾਉਣੇ 50 ਕਮਾਉਣੇ। ਬਿਲਕੁਲ ਠੀਕ ਹੈ, ਪਰ ਆਪਦੇ ਘਰ ਵਾਲੀ ਜ਼ਮੀਨ 'ਚ ਹੁੰਦਾ ਵੀ 5 ਲਾ ਕੇ 40 ਕਮਾਏ ਜਾਣ, ਪਰ ਅਗਲੇ ਸਾਲ ਵੀ 40 ਆਉਣ, ਅਗਲੇ ਕਿਤੇ 35 ਨਾ ਜਾਣ। ਆਪਣੀ ਜ਼ਮੀਨ ਦੀ ਸਿਹਤ ਨਹੀਂ ਖਰਾਬ ਹੋਣੀ ਚਾਹੀਦੀ। ਪਰ ਠੇਕੇ ਵਾਲੇ ਦੇ ਕੀ ਹੈ, ਇੱਕ ਬੰਦੇ ਦਾ ਮੈਨੂੰ ਫੋਨ ਪਹਿਲਾਂ ਆਇਆ, 1 ਸਾਲ ਹੋ ਗਿਆ, ਮੈਨੂੰ ਯਾਦ ਆ ਹਜੇ ਵੀ ਉਸ ਤਰੀਕੇ ਨਾਲ, ਵੀ ਸਾਡੇ ਗਵਾਂਢੀ ਨੇ ਇੱਦਾਂ ਕਰਕੇ ਮੇਰੀ ਖੇਤ ਵਰਗਾ ਪਾਣੀ ਹੈ, ਮੇਰੇ ਖੇਤ ਵਰਗੀ ਮਿੱਟੀ ਹੈ, ਮੈਥੋਂ ਫਸਲ ਵੱਧ ਕੱਢ ਲੈਂਦਾ, ਪਰ ਉਹ ਬਾਣ 1 ਸਾਲ ਵਾਸਤੇ ਲੈਂਦਾ, ਤੇ ਉਦੋਂ ਬਾਅਦ ਉਹ ਹੋਰ ਬਾਂਹ 'ਚ ਵਗ ਜਾਂਦਾ। ਉਦੋਂ ਬਾਅਦ ਜਿਹੜਾ ਬੰਦਾ ਆਉਂਦਾ ਉਹ 'ਚੋਂ ਫਸਲ ਨਹੀਂ ਨਿਕਲਦੀ ਹੈਗੀ। ਕਹਿੰਦਾ ਕਿਆ ਕਰਨਾ? ਮੈਂ ਕਿਹਾ ਜੀ ਆਹ ਕਰਨਾ। ਉਹ ਮੈਂ ਹੁਣ ਦੱਸ ਨਹੀਂ ਸਕਦਾ ਵੀ ਉਹਨੇ ਕੀ ਗਲਤ ਰੌਂਗ ਪ੍ਰੈਕਟਿਸ ਕੀਤੀ ਸੀਗੀ। ਵੀ ਉਹ ਇੱਕ ਵਾਰ ਤਾਂ ਆਪਾਂ ਕਹਿੰਦੇ ਨਾ ਵੀ ਆਹ ਮੰਨ ਲਓ ਸਟੈਰੋਟਾਈਪ ਆ, ਵੀ ਇਹਨੇ ਇੱਕ ਵਾਰ ਤਾਂ ਬੰਦਾ ਬਚਾਤਾ, ਜਿਵੇਂ ਐਕਚੁਅਲੀ ਕਰੋਨਾ ਸਟੈਰੋਇਡ ਵਿਕ ਗਿਆ, ਠੀਕ ਹੈ ਜੀ, ਤੇ ਉਹਨਾਂ ਦੇ 4-5 ਨੁਕਸਾਨ ਵੀ ਆ। ਉਹ ਬੋਡੀ ਟੂ ਬੋਡੀ ਮੈਟਰ ਕਰਦਾ, ਜ਼ਮੀਨ ਟੂ ਜ਼ਮੀਨ ਵੀ ਮੈਟਰ ਕਰਦਾ। ਜਦੋਂ ਉਹ ਚੀਜ਼ ਉਹਨੇ ਖੇਤ 'ਚ ਪਾ ਲਈ, ਆਪਦੀ ਫਸਲ ਤਾਂ ਕੱਢ ਲਈ, ਛੱਡ ਕੇ ਵਗ ਗਿਆ ਹੋਰ ਖੇਤ 'ਚ, ਉੱਥੇ ਜਿਹੜਾ ਬਾਅਦ 'ਚ ਬੰਦਾ ਆਇਆ ਉਹ ਤਾਂ ਫਸਲ ਨਹੀਂ ਨਿਕਲੀ ਹੈਗੀ। ਉਹ ਬਾਣ 67,000 ਨੂੰ ਸੀਗਾ, ਬਾਅਦ 'ਚੋਂ 70 ਹੋ ਗਿਆ। ਉਹ 67 ਵਾਲਾ ਤਾਂ ਪੈਸੇ ਪੂਰੇ ਕਰਕੇ 70 ਵਾਲਾ ਡੁੱਬ ਗਿਆ। ਇਹ ਜਿਹੜੇ 80% ਲੋਕ ਠੇਕੇ ਦੀ ਖੇਤੀ ਕਰ ਰਹੇ ਆ, ਨਾ ਤਾਂ ਪਰਾਲੀ ਦਾ ਹੱਲ ਹੋਵੇ ਤੇ ਨਾ ਜਿੰਨਾ ਚਿਰ ਲਿਟਰੇਚਰ ਵੀ ਨਹੀਂ ਪਹੁੰਚ ਸਕਦਾ ਇਹਨਾਂ ਬੰਦਿਆਂ ਤੱਕ, ਕਿਉਂਕਿ ਇਹਨਾਂ ਨੂੰ ਤਾਂ ਮਤਲਬ ਸਿਰਫ ਹੈਗਾ ਵੀ ਆਪਾਂ ਠੇਕਾ ਲਾਇਆ, ਠੇਕਾ ਪੂਰਾ ਕਰਨਾ, ਤੇ ਆ ਜਿਹੜੀ ਆਪਣੀਆਂ ਸਿਸਟਮ ਬਾਕੀ ਖਰਚੇ ਹੈਗੇ ਉਹ ਕਾਊਂਟ ਹੀ ਨਹੀਂ ਕਰਦੇ ਹੈਗੇ। ਜ਼ਮੀਨ ਨਾਲ ਪਿਆਰ ਉਹਨਾਂ ਚਿਰ ਨਹੀਂ ਹੋ ਸਕਦਾ ਜਿੰਨਾ ਚਿਰ ਆਪਾਂ ਆਪਣੇ ਕੋਲੇ 5 ਸਾਲਾਂ ਦਾ ਰਿਕਾਰਡ ਨਹੀਂ ਹੈਗਾ। ਠੀਕ ਹੈ, ਇਹ ਜਿਹੜੇ ਹੁਣ ਮੰਨ ਲਓ ਵੱਡੇ ਕਿਸਾਨ ਨੇ, ਮੰਨ ਲਓ 20 ਕਿੱਲੇ ਆਪਦੇ ਆ, 40 ਕਿੱਲੇ ਠੇਕੇ ਤੇ ਲਏ ਹੋਏ ਆ, ਉਹਨਾਂ ਕੋਲ ਸੰਸ ਜਿਹੜਾ ਸਾਰਾ ਉਹ ਖਰਚਾ ਨਹੀਂ ਲਾਉਂਦੇ ਹੈਗੇ ਉਸ ਤਰੀਕੇ ਦੇ ਨਾਲ। ਉਹਨਾਂ ਦਾ ਜਿਹੜਾ ਬੈਲੈਂਸ ਬਣਦਾ ਹੈਗਾ ਉਹ ਸਾਰਾ ਇਕੱਠਾ ਬਣਦਾ, ਐਵਰੇਜ ਨਿਕਲਦੀ ਹੈ ਪਰ ਏਕੜ ਵੀ ਆਪਾਂ ਇੰਨਾ ਖਰਚ ਕਰਿਆ ਸੀ, ਇੰਨੇ ਕੁ ਬਚ ਗਏ, ਉਹ ਪਲੱਸ ਰਹਿੰਦੇ ਆ। ਉਹਨਾਂ ਨੂੰ ਜਦੋਂ ਆਪਦੇ ਨਾਲ 2.5 ਕਿੱਲਿਆਂ ਨਾਲ ਕੰਪੇਅਰ ਕਰਦਾ ਜੀ, ਉਹ ਤਾਂ ਫਿਰ ਮੰਨ ਜਾਈ ਜਾਂਦਾ ਜੀ, ਉਹਦਾ ਕੋਈ ਹੱਲ ਨਹੀਂ ਹੋ ਸਕਦਾ। ਉਹਨੂੰ ਗਾਈਡੈਂਸ ਉਹ ਆਪ ਵੀ ਨਹੀਂ ਸਿੱਖਣਾ ਚਾਹੁੰਦਾ, ਉਹਨੂੰ ਸਿਖਾਊਗਾ ਕੌਣ? ਨਹੀਂ ਸਿਖਾ ਸਕਦਾ ਜੀ ਉਹਨੂੰ ਕੋਈ। ਕਿਸੇ ਨੂੰ ਧੱਕੇ ਤਾਂ ਆਪਾਂ ਸਿਖਾ ਨਹੀਂ ਸਕਦੇ ਜੀ, ਰੱਜੇ ਨੂੰ ਆਪਾਂ ਨਹੀਂ ਰਜਾ ਸਕਦੇ, ਤੇ ਭੁੱਖੇ ਨੂੰ
ਤਾਂ ਆਪਾਂ ਜੇ ਕੁਝ ਦਈਏ ਤਾਂ ਉਹ ਲੈ ਸਕਦਾ, ਪਰ ਆਪਾਂ ਨੂੰ ਸਿੱਖਣ ਦੀ ਭੁੱਖ ਹੀ ਨਹੀਂ ਨਾ ਹੈਗੀ ਆਪਾਂ ਲੋਕਾਂ ਨੂੰ, ਇਹ ਪ੍ਰੋਬਲਮ ਆ ਜੀ। ਇੱਕ ਚੀਜ਼ ਹੋਰ ਆ, ਜੇ ਤੁਸੀਂ ਕੀ ਮੰਨਦੇ ਹੋ, ਜੇ ਨੌਜਵਾਨ ਪੀੜ੍ਹੀ ਪੜ੍ਹੀ ਲਿਖੀ ਪੀੜ੍ਹੀ ਖੇਤੀ ਦੇ ਵਿੱਚ ਆਊ ਤਾਂ ਲੱਗਦਾ ਕਿ ਖੇਤੀਬਾੜੀ ਦਾ ਢਾਂਚੇ ਨੂੰ ਅਸੀਂ ਮੁਨਾਫੇ ਵਾਲੇ ਸੌਦੇ ਵੱਲ ਲਿਜਾ ਸਕਦੇ ਹਾਂ ਤੇ ਖੇਤੀਬਾੜੀ ਦੇ ਢਾਂਚੇ ਨੂੰ ਛੇਤੀ ਮਤਲਬ ਜਿਹੜਾ ਆ ਤਬਦੀਲ ਕਰ ਸਕਦੇ ਹਾਂ, ਬਦਲਿਆ ਜਾ ਸਕਦਾ ਛੇਤੀ? ਹਾਂਜੀ, ਨਹੀਂ ਬਦਲਣ ਤੇ ਟਾਈਮ ਤਾਂ ਲੱਗੂਗਾ ਜੀ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਤੁਸੀਂ ਕੁਦਰਤੀ ਖੇਤੀ ਵੱਲ ਆਉਣਾ ਚਾਹੀਦਾ, ਬਿਲਕੁਲ ਆਉਣਾ ਚਾਹੀਦਾ ਜੀ, ਆਪਦੇ ਪਰਿਵਾਰ ਪੱਧਰ ਤੇ ਆਉਣਾ ਚਾਹੀਦਾ। ਪਰ ਕੁਦਰਤੀ ਖੇਤੀ ਨੂੰ ਦੇ ਜਿਹੜੇ ਕਿਸਾਨ ਆ ਨਾ ਉਹ ਲਿਮਟਿਡ ਆ, ਉਹਨਾਂ ਦੀ ਐਪਰੀਸ਼ੀਏਸ਼ਨ ਵੀ ਹੈ ਨਹੀਂ, ਨਾ ਗੌਰਮੈਂਟ ਵੱਲੋਂ ਨਾ ਸੁਸਾਇਟੀ ਵੱਲੋਂ। ਆਪਾਂ ਸਾਰੇ ਲੋਕ ਇਕੱਠੇ ਰਹਿੰਦੇ ਆ, ਆਪਣੇ ਜੋ 100 ਬੰਦਿਆਂ ਦੇ ਵਿੱਚੋਂ 2 ਬੰਦੇ ਕੋਈ ਵੱਖਰਾ ਕੰਮ ਕਰਦੇ, ਚੰਗਾ ਕਰਦੇ ਆ, ਉਹ 98 ਉਹਦੇ ਨਾਲ ਨਹੀਂ ਤੁਰਦੇ। 98 ਦੇ ਵਿੱਚੋਂ 20 ਵੀ ਨਹੀਂ ਉਹਨੂੰ ਕਹਿੰਦੇ ਬਾਈ ਤੁਸੀਂ ਵੈਰੀ ਗੁੱਡ ਕੀਤਾ, ਤੁਹਾਡਾ ਸਮਾਨ ਅਸੀਂ ਖਰੀਦ ਲਾਂਗੇ, ਠੀਕ ਹੈ। ਹਾਂ ਇਦਾਂ ਕਹਿੰਦੇ ਆ ਵੀ ਜੇ ਕੋਈ ਮੰਨ ਲਓ ਤੁਸੀਂ ਆਪਦੇ ਖੇਤ ਖੇਤੀ ਕਰਦੇ ਹੋ, ਮੰਨ ਲਓ ਤੁਸੀਂ ਸਰੋਂ ਲਾਉਣੇ ਹੋ, ਉਹ ਆਪਦਾ ਤੇਲ ਕੱਢ ਕੇ ਵੇਚਣਗੇ, ਆਖਣਗੇ ਲੈ ਤਾਂ ਹੁਣ ਲੋਕਾਂ ਨੂੰ ਲੁੱਟਣ ਲੱਗ ਗਿਆ। ਇਦਾਂ ਦੀ ਭਾਸ਼ਾ ਯੂਜ਼ ਕਰਦੇ ਆ ਆਪਣੇ ਫਾਰਮਰ ਆ ਜਿਹੜੀ ਜ਼ਮੀਨ ਆਪਣੀ ਹੁਣ ਕੈਮੀਕਲ ਖੇਤੀ ਤੋਂ ਠੇਕੇ ਵਾਲੀ ਗੱਲ ਪਹਿਲਾਂ ਵੀ ਕੀਤੀ ਹੈ ਵੀ ਇਹ ਹੁਣ ਇੱਕ ਨਸ਼ੇ ਦੇ ਤੌਰ ਤੇ ਲੱਗੀ ਹੋਈ ਆ। ਖਾਦਾਂ ਜ਼ਰੂਰੀ ਆ, ਬਹੁਤੇ ਫਾਰਮਰ ਨੂੰ ਖਾਦਾਂ ਬਾਰੇ ਨਹੀਂ ਪਤਾ ਹੈਗਾ ਵੀ ਯੂਰੀਆ ਦਾ ਕਿਆ ਕੰਮ ਆ, DAP ਦਾ ਕਿਆ ਕੰਮ ਆ, ਪੋਟਾਸ਼ ਦਾ ਕਿਆ ਕੰਮ ਆ। ਆਪਾਂ ਇਹ 'ਚ ਸਾਰੇ ਨਿਊਟ੍ਰੀਐਂਟ ਤੇ ਗੱਲ ਕੀਤੀ ਆ, ਇਹਦਾ ਕਿਆ ਕੰਮ ਆ, ਠੀਕ ਹੈ। ਜੇਕਰ ਆਪਣੀ ਮੰਨ ਲਓ ਤੁਹਾਡਾ ਹੀ ਹੈਗਾ, ਮੰਨ ਲਓ ਤੁਸੀਂ ਬਹੁਤ ਜ਼ਿਆਦਾ ਗਰਮੀ ਦੇ ਵਿੱਚੋਂ ਆਏ ਹੋ, ਠੀਕ ਹੈ, ਤੁਸੀਂ ਟੇਬਲ ਤੇ ਬੈਠੇ ਹੋ, ਨਹਾਤੇ ਨਹੀਂ ਧੋਤੇ ਨਹੀਂ ਹੈਗੇ, ਖਾਣਾ ਤੁਸੀਂ ਖਾ ਨਹੀਂ ਸਕਦੇ, ਤੁਹਾਡਾ ਸਰੀਰ ਸਟ੍ਰੈਸ ਦੇ ਵਿੱਚ ਆ, ਆਪਣੀ ਜ਼ਮੀਨ ਦਾ ਸਟ੍ਰੈਸ ਦੇ ਵਿੱਚ ਆ, ਉੱਪਰ ਇਹਨੂੰ ਖਾਣਾ ਪਾ ਰਹੇ ਆ, ਆਪਾਂ ਖਾਣਾ ਵੀ ਨਹੀਂ ਪਾ ਰਹੇ, ਜ਼ਹਿਰ ਪਾ ਰਹੇ ਆ, ਤੇ ਉਹ ਤਾਂ ਫਿਰ ਉਹਨੂੰ ਲੈਣ ਦੀ ਅਵਸਥਾ ਦੇ ਵਿੱਚ ਹੀ ਹੈ ਨਹੀਂ, ਤੇ ਪਲਾਂਟ ਉੱਥੇ ਕਿਵੇਂ ਹੈਲਥੀ ਹੋਣਗੇ ਜੀ? ਕਿਉਂਕਿ ਜਿਹੜੀਆਂ ਜ਼ਮੀਨਾਂ ਨਸ਼ੇ ਤੇ ਲੱਗੀਆਂ ਹੋਈਆਂ, ਖਾਦਾਂ ਬਹੁਤ ਜ਼ਿਆਦਾ ਪੈ ਰਹੀਆਂ, ਅਨਰਿਕਮੈਂਡਡ ਪੈ ਰਹੀਆਂ, ਲੋੜ ਤੋਂ ਹੁਣ ਮੰਨ ਲਓ ਮੇਰੇ ਖੇਤ 'ਚ ਪੋਟਾਸ਼ ਜ਼ਿਆਦਾ ਆ, ਜੇ ਹੁਣ ਮੈਂ ਆਪਦੇ ਖੇਤ 'ਚ ਪੋਟਾਸ਼ ਸਿੱਟੀ ਜਾਊਂਗਾ ਤਾਂ ਪੈਸੇ ਦਾ ਵੇਸਟੇਜ ਹੋਣੇ ਆ, ਫਾਇਦਾ ਕਿਆ ਹੋ ਜਾਣਾ ਮੇਰਾ? ਕੋਈ ਫਾਇਦਾ ਨਹੀਂ ਹੋਣਾ ਹੈਗਾ। ਕੁਦਰਤ ਨੇ ਮੇਰੇ ਖੇਤ 'ਚ ਸਲਫਰ ਤੇ ਪੋਟਾਸ਼ ਦੋਨੇ ਜ਼ਿਆਦਾ ਪਾਏ ਹੋਏ ਆ, ਇਹਦਾ ਟੈਸਟ ਕਰਨ ਤੋਂ ਬਾਅਦ ਹੀ ਪਤਾ ਲੱਗਣਾ ਨਾ ਮੈਨੂੰ ਕਿ ਮੇਰੇ ਖੇਤ 'ਚ ਮੰਨ ਲਓ 100 ppm ਚਾਹੀਦੀ ਹੈ, 200 ppm ਚਾਹੀਦੀ ਹੈ, 800 ppm ਹੈ ਜੀ, ਉਹਨੂੰ ਘਟਾਉਣ ਬਾਰੇ ਮੈਨੂੰ ਸੋਚਣਾ ਪੈਣਾ ਹੈਗਾ। ਮੰਨ ਲਓ ਕੋਈ ਫਸਲ ਹੈ, ਉਹਦੇ ਵਿੱਚ ਕੋਈ ਘਾਟ ਆ, ਉਹਦਾ ਪਾ ਕੇ ਪੂਰੀ ਕੀਤੀ ਜਾ ਸਕਦੀ ਹੈ, ਉਹਦੇ ਵਿੱਚ ਕੋਈ ਵਾਅਦਾ ਕਿਵੇਂ ਕੱਢੋਗੇ ਤੁਸੀਂ? ਕੱਢ ਹੀ ਨਹੀਂ ਸਕਦੇ ਤੁਸੀਂ। ਇਹਨਾਂ ਸਮੱਸਿਆਵਾਂ ਦੇ ਨਾਲ ਤੁਸੀਂ ਕਹਿੰਦੇ ਵੀ ਕੁਦਰਤੀ ਖੇਤੀ ਵੱਲ ਆਉਣਾ ਚਾਹੀਦਾ, ਇਹਨਾਂ ਨੂੰ ਪਹਿਲਾਂ ਘੱਟ ਕਰਨਾ ਪੈਣਾ। ਕੁਦਰਤੀ ਖੇਤੀ ਵੱਲ ਆਇਆ ਜਾ, ਪੰਜਾਬ 'ਚ ਕੁਦਰਤੀ ਖੇਤੀ ਹੀ ਹੁੰਦੀ ਸੀ ਜੀ, ਬਾਕੀ ਸਟੇਟਾਂ ਸਾਰੇ ਕਿਤੇ ਕੁਦਰਤੀ ਹੁੰਦੀ ਸੀ, ਨੈਚੁਰਲ ਹੁੰਦੀ ਸੀ, ਬਾਣ ਖਾਲੀ ਪਏ ਰਹਿੰਦੇ ਜੀ। ਹੁਣ ਵੀ ਜਾ ਕੇ ਦੇਖੋ ਤੁਸੀਂ ਗੰਗਾ ਨਗਰ, ਪਾਦਮਪੁਰ, ਵਿਜੇ ਨਗਰ ਕਿੰਨੇ ਬਾਣ ਖਾਲੀ ਪਏ ਆ, ਪਰ ਅਸਲ ਦੇ ਵਿੱਚ ਆਪਣਾ ਕੀ ਆ, ਆਪਣੀ ਧਾਰਨਾ ਪ੍ਰੈਕਟਿਸ ਇਸ ਤਰੀਕੇ ਨਾਲ ਬਣ ਗਈ ਵੀ ਹਰ ਵਾਰ ਨਵੀਂ ਮਿੱਟੀ ਮੰਨ ਕੇ ਖੇਤੀ ਸ਼ੁਰੂ ਕਰਦੇ ਆ 4-5 ਚੀਜ਼ਾਂ ਤਾਂ ਪਾਉਣੀਆਂ ਪੈਣਗੀਆਂ। ਫਿਰ ਪਹਿਲਾਂ ਆਏ ਨਹੀਂ ਪਤਾ ਪਹਿਲਾਂ ਦੀ ਫਸਲ ਵਿੱਚ ਵਾਹੀ ਹੈ ਜਾਂ ਪਹਿਲਾਂ ਖਾਦਾਂ ਪਹਿਲਾਂ ਹੀ ਮਿੱਟੀ 'ਚ ਵੱਧ ਸੀ, ਹੋਰ ਪਾਈਆਂ ਸੀ, ਤੇ ਆਪਾਂ ਨੂੰ ਹੁਣ ਪਾਉਣ ਦੀ ਕੀ ਲੋੜ ਆ, ਬਿਨਾਂ ਖਾਦਾਂ ਤੋਂ ਕਰ ਲੈਂਦੇ ਆ। ਇਹ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਚਿਰ ਹੱਲ ਕੁਦਰਤੀ ਖੇਤੀ ਵੱਲ ਉਹਨਾਂ ਚਿਰ ਨਹੀਂ ਆਇਆ ਜਾ ਸਕਦਾ ਜਿੰਨਾ ਚਿਰ ਆਪਾਂ ਨੂੰ ਪਹਿਲਾਂ ਐਸ ਮਿੱਟੀ ਨਾਲ ਨਹੀਂ ਪਿਆਰ ਹੁੰਦਾ। ਤੁਸੀਂ ਆਟੋਮੈਟਿਕ ਇਹਨੂੰ 4-5 ਸਾਲਾਂ 'ਚ ਕਨਵਰਟ ਕਰ ਸਕਦੇ ਹੋ। ਉਧਰ ਵੱਲ ਮੈਂ ਨਹੀਂ ਕੀਤਾ ਹੈਗਾ, 2012 ਤੋਂ ਮੈਂ ਇੱਧਰਲੀ ਸਾਈਡ ਕੰਮ ਕਰ ਰਿਹਾ, ਮੈਂ ਹਜੇ ਤੱਕ ਪੂਰਾ ਖੇਤ ਆਰਗੈਨਿਕ ਨਹੀਂ ਹੈਗਾ। ਮੈਂ ਕਿੱਦਾਂ ਕਹਦੇ ਆਰਗੈਨਿਕ ਆ, ਠੀਕ ਹੈ, ਕਿਉਂਕਿ ਮੈਂ ਇਸ ਚੀਜ਼ ਨੂੰ ਘੱਟ ਕਰ ਰਿਹਾ। ਜਦੋਂ ਆਰਗੈਨਿਕ ਆਵਾਂਗੇ ਸਰਟੀਫਿਕੇਸ਼ਨ ਲੈ ਕੇ ਆਵਾਂਗੇ, ਪਰ ਆਪਾਂ ਬੇਫਾਲਤੂ ਝੂਠ ਬੋਲੀ ਜਾਗੇ, ਉਹ ਤਾਂ ਇੱਕ ਵਾਹ ਕਰਾਉਣ ਵਾਸਤੇ ਕੰਮ ਆ ਜੀ, ਉਸ ਚੀਜ਼ ਤੋਂ ਬਚਣਾ ਚਾਹੀਦਾ। ਬਹੁਤੇ ਫਾਰਮਰਾਂ ਨੇ ਇਸ ਤਰੀਕੇ ਨਾਲ ਕੰਮ ਸ਼ੁਰੂ ਕਰਕੇ ਬੰਦ ਵੀ ਕਰਾ ਲਿਆ, ਪਰ ਜਿਨ੍ਹਾਂ ਨੂੰ ਐਪਰੀਸ਼ੀਏਸ਼ਨ ਨਹੀਂ ਮਿਲੀ ਹੈਗੀ, ਸੁਸਾਇਟੀ ਨੇ ਨਹੀਂ ਉਹ ਕੀਤਾ, ਕੁਛ ਉਹ ਛੱਡ ਗਏ, ਕਿਉਂਕਿ ਕੰਮ ਰਿਸਕੀ ਆ। ਕੰਮ ਤਾਂ ਅਸਲ ਤਾਂ ਬਿਜ਼ਨਸ ਹੀ ਆ ਨਾ ਹੋ ਰਿਹਾ। ਫਸਲ ਲਾਉਣੇ ਆ, ਖਰਚੇ ਕਰਦੇ ਆ, ਬੀਜ ਵੱਢ ਕੇ ਉਹਨੂੰ ਕੱਢ ਕੇ ਵੇਚ ਦਿੰਦੇ ਆ, ਸਰਕਾਰ ਲਵੇ ਕੋਈ ਪ੍ਰਾਈਵੇਟ ਬੰਦਾ ਲਵੇ, ਬਚੇ ਹੋਏ ਪੈਸੇ ਹੀ ਕੰਮ ਦੇ ਆ ਨਾ। ਆਹ ਨਰਮਾ ਕੀ ਕੰਮ ਦਾ ਮੇਰੇ, ਠੀਕ ਹੈ, ਇਹ ਤੋਂ ਜਿਹੜਾ ਪੈਸਾ ਬਣਨਾ ਉਹ ਕੰਮ ਦਾ, ਉਹਨੇ ਕੰਮ ਹੱਲ ਕਰਨੇ ਨਾ। ਮੰਨ ਲਓ ਰਾਸ਼ਨ ਲੈ ਕੇ ਆਉਣਾ, ਨਰਮਾ ਤਾਂ ਉਹਨੇ ਲੈਣਾ ਨਹੀਂ ਹੈਗਾ, ਠੀਕ ਹੈ, ਕਿਉਂਕਿ ਬਹੁਤੇ ਜ਼ਿਮੀਂਦਾਰਾਂ ਦਾ ਕੰਮ ਇਦਾਂ ਹੀ ਚੱਲਦਾ ਕਿ ਉਹਨਾਂ ਦੇ ਜ਼ਮੀਨ ਦੇ ਖਰਚੇ ਵੀ, ਉਹਨਾਂ ਦੇ ਚੁੱਲ੍ਹੇ ਦੀ ਰੋਟੀ ਵੀ, ਉਹਨਾਂ ਦਾ ਸਾਰਾ ਜਿਹੜਾ ਖਰਚਾ ਹੁੰਦਾ 1 ਸਾਲ ਦਾ ਉਹ ਬਾਣੀਆਂ ਚਲਾਉਂਦਾ। ਉਹਨੂੰ ਪਤਾ ਹੁੰਦਾ ਵੀ ਇਹਨੇ 15 ਕਿੱਲਿਆਂ ਦੀ ਖੇਤੀ ਕੀਤੀ ਹੋਈ ਹੈ, ਤੈਨੂੰ ਇੰਨਾ ਕੁ ਪੈਸਾ ਆਪਾਂ ਸਾਲ 'ਚ ਸਪਲਾਈ ਕਰਨਾ। ਉਹ ਇੱਕ ਕਮਜ਼ੋਰੀ ਬਣੀ ਹੋਈ ਹੈ ਜੀ। ਉਸ ਤੋਂ ਜ਼ਿਮੀਂਦਾਰ ਉਦੋਂ ਨਿਕਲ ਸਕਦਾ ਜਦੋਂ ਉਹਨੇ ਆਪ ਦਾ ਕੋਈ ਐਕਸਟਰਨਲ ਇਨਕਮ ਸੋਰਸ ਬਣਾ ਲਿਆ, ਜਾਂ ਤਾਂ ਕੋਈ ਆਪਦੀ ਚੀਜ਼ ਬਣਾ ਕੇ ਵੇਚਣ ਲੱਗ ਜੇ, ਤੇ ਜਾਂ ਖੇਤੀ ਛੱਡੂਗਾ ਹੋਰ ਕੰਮ 'ਚ ਜਾਊਗਾ, ਫਿਰ ਉਹਨੂੰ ਬਾਣੀਆਂ ਕਿੰਨੂ ਪੈਸਾ ਮਿਲਣੋਂ ਹਟ ਜੂਗਾ। ਤੇ ਜੇ ਉਹ ਬਾਣੀਆਂ ਦੀ ਦੁਕਾਨ ਤੋਂ ਸਮਾਨ ਲੈਣੋਂ ਹਟ ਗਿਆ ਤਾਂ ਫਿਰ ਉਹ ਸਪਲਾਈ ਬੰਦ ਕਰ ਦੂਗਾ, ਜੇ ਉਹ ਕੈਸ਼ ਕਾਊਂਟਰ ਤੇ ਵਗ ਗਿਆ ਹੋਰ ਤੇ ਬਾਣੀਆਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਇਹਦੇ ਬਾਰੇ ਵੀ ਜਿਹੜਾ ਡੁਪਲੀਕੇਟ ਮਾਲ ਸਪਲਾਈ ਹੁੰਦਾ, ਜਾਂ ਆਪਾਂ ਚੀਜ਼ ਲੋੜ ਹੀ ਨਹੀਂ ਹੈਗੀ, ਚੀਜ਼ ਇੱਕ ਪਵਾਉਣੀ ਹੈ 4 ਪਵਾਤੀਆਂ, ਤਾਂ ਉਹ ਬੋਝ ਜ਼ਿਮੀਂਦਾਰ ਤੇ ਪੈ ਰਿਹਾ। ਉਹ ਵਿਚਾਰਾ ਬਹੁਤ ਹੌਲੀ ਹੌਲੀ ਮਰਦਾ ਜਾ ਰਿਹਾ। ਬਹੁਤੇ ਮਰ ਗਏ, ਬਹੁਤਿਆਂ ਨੇ ਹਜੇ ਮਰਨਾ 4-5 ਸਾਲਾਂ 'ਚ। ਬਹੁਤ ਬੁਰਾ ਹਾਲ ਹੋਣ ਵਾਲਾ ਜ਼ਿਮੀਂਦਾਰਾਂ ਦਾ, ਤੇ ਆੜਤਾਂ ਨਾਲ ਦੀ ਨਾਲ ਬੰਦ ਹੋ ਜਾਣਗੀਆਂ। ਉਹ ਕਿੱਥੇ ਜਾਣਗੇ, ਉਹਨਾਂ ਦਾ ਕੰਮ ਹੋਰ ਸ਼ੁਰੂ ਕਰਨਾ ਪੈਣਾ। ਜ਼ਿਮੀਂਦਾਰਾ ਫੇਲ ਹੋ ਰਿਹਾ ਤਾਂ ਇਸੇ ਕਈ ਕਾਰਨ ਹੈ, ਕੋਈ ਇੱਕ ਕਾਰਨ ਕਰਕੇ ਨਹੀਂ। ਉਹਦਾ ਆਪ ਦਾ ਵੀ ਯੋਗਦਾਨ ਆ, ਸੁਸਾਇਟੀ ਦਾ ਵੀ ਯੋਗਦਾਨ ਆ, ਸਰਕਾਰਾਂ ਦਾ ਵੀ ਯੋਗਦਾਨ ਆ, ਸਿਸਟਮ ਦਾ ਵੀ ਬਹੁਤ ਵੱਡਾ ਯੋਗਦਾਨ ਆ ਜੀ। ਤੁਸੀਂ ਸਰਕਾਰ ਨੇ ਫਾਰਮਰ ਨੂੰ ਲਿਮਟਿਡ ਬਣਾ ਰੱਖਿਆ ਹੈ। ਫਾਰਮਰ ਅਨਲਿਮਟਿਡ ਬੰਦਾ ਜੀ। ਇੱਕ ਬੰਦਾ ਤਾਂ ਕਹਿ ਰਿਹਾ ਮੈਂ ਕਿੱਲੇ 'ਚੋਂ 5 ਲੱਖ ਕੱਢ ਰਿਹਾ, ਇੱਕ ਬੰਦਾ ਕਹਿੰਦਾ ਮੈਨੂੰ ਤਾਂ 50 ਵੀ ਨਹੀਂ ਬਚਦਾ, ਠੀਕ ਹੈ। ਫਾਸਲਾ ਬਹੁਤ ਵੱਡਾ।
ਉਹ ਕਹਿੰਦਾ ਵੀ ਮੇਰੇ ਲਈ 5 ਲੱਖ ਸੁਪਨਾ, ਤੇ ਉਹ 5 ਲੱਖ ਵਾਲਾ ਕਹਿੰਦਾ ਮੈਂ ਤਾਂ 10 ਲੱਖ ਕੱਢਣਾ, ਉਧਰ ਨੂੰ ਮੇਰਾ ਟਰੈਕ ਜਾ ਰਿਹਾ ਹੈਗਾ। ਕਈ ਬੰਦੇ ਸੱਚ ਵੀ ਬੋਲ ਰਹੇ ਆ, ਕਈ ਬੰਦੇ ਝੂਠ ਵੀ ਬੋਲ ਰਹੇ ਆ, ਪਰ ਨਿਕਲ ਸਕਦਾ ਜੀ। ਮੈਂ ਜਦੋਂ ਖੇਤੀ ਨੂੰ ਦੇਖਿਆ, ਖੇਤੀ 1 ਕਿੱਲੇ ਚੋਂ ਪੰਜਾਬ ਦੇ 40 ਲੱਖ ਰੁਪਏ ਤੱਕ ਇਨਕਮ ਹੋ ਸਕਦੀ ਹੈ, ਪਰ ਤੁਸੀਂ 40 ਲੱਖ ਵਾਲੀ ਮਿਹਨਤ ਦਾ ਗ੍ਰਾਫ ਤਾਂ ਦੇਖੋ ਜਾ ਕੇ ਬੰਦੇ ਦਾ। ਉਹਨੇ ਕੈਨੇਡਾ ਵਾਲਾ ਬੰਦਾ 2 ਘੰਟੇ ਸੌਂ ਸਕਦਾ, ਤੇ ਪੰਜਾਬ ਵਾਲਾ ਕਿਉਂ ਨਹੀਂ 2 ਘੰਟੇ ਸੌਂ ਸਕਦਾ? ਉਹ ਕਹਿੰਦਾ ਮੈਂ ਦਿਨੇ ਵੀ 4 ਘੰਟੇ ਸੌਣਾ ਤੇ ਰਾਤ ਨੂੰ 8 ਘੰਟੇ ਸੌਣਾ। ਪਰ 40 ਲੱਖ ਤੇ ਮਿਹਨਤ 40 ਲੱਖ ਵਾਲੀ ਹੋਊ। ਹਾਂ ਜੀ, 40 ਲੱਖ ਵਾਲੀ। ਕਿਉਂਕਿ ਅਸਲ ਦੇ ਵਿੱਚ ਕੀ ਹੈ ਨਾ, ਆਪਣੇ ਲੋਕ ਇਨਕਮ ਨੂੰ ਦੇਖਦੇ ਆ, ਤੁਸੀਂ ਕਿੰਨਾ ਕਮਾ ਰਹੇ ਹੋ ਚੈਨਲ ਤੋਂ, ਮੈਂ ਕਿਉਂ ਦੇਖਾਂ? ਤੁਹਾਡੀ ਮਿਹਨਤ ਨੂੰ ਦੇਖ ਕੇ ਜੇ ਮੈਂ ਕੁਝ ਕਾਪੀ ਕਰ ਗਿਆ, ਮੈਂ ਆਪਦੀ ਮਿਹਨਤ ਵਧਾ ਲਈ, ਤਾਂ ਉਹ ਫਾਇਦਾ ਮੈਂ ਤੁਹਾਡੇ ਬਰਾਬਰ ਪਹੁੰਚ ਜਾ। ਅਸਲ 'ਚ ਨਹੀਂ ਪਹੁੰਚ ਸਕਦਾ। 2.5 ਕਿੱਲੇ ਵਾਲਾ ਜਦੋਂ 5 ਕਿੱਲੇ ਵਾਲੇ ਨੂੰ 50 ਕਿੱਲੇ ਵਾਲੇ ਨੂੰ ਦੇਖਦਾ, ਇਹਦੇ ਕੋਲੇ ਵੱਡੇ ਸੰਦ ਨੇ, ਇਹ ਵਧੀਆ ਲਗਜ਼ਰੀ ਗੱਡੀਆਂ 'ਚ ਰਹਿੰਦਾ, ਮੈਂ ਵੀ ਆਹ ਗੱਡੀ ਲੈਣੀ ਆ, ਮੈਂ ਵੀ ਕੋਠੀ ਪਾਉਣੀ ਆ। ਦੇਖੋ, ਇਹ ਸੁਪਨੇ ਤਾਂ ਹੈਗੇ, ਸਾਰਿਆਂ ਦੇ ਹੈਗੇ ਆ, ਪਰ ਅਸਲ ਦੇ ਵਿੱਚ ਇਹਦੇ ਮਿਹਨਤ, ਇਹਦੇ ਵਿੱਚ ਇਕਨੋਮਿਕਸ, ਪੈਸਾ, ਉਹ ਤੁਹਾਨੂੰ ਇਕੱਠਾ ਕਰਨ 'ਚ ਟਾਈਮ ਲੱਗਦਾ ਜੀ। ਬਿਲਕੁਲ। ਅੱਛਾ, ਹੁਣ ਜੇ ਤੁਹਾਡੀ ਬੁੱਕ ਦੀ ਗੱਲ ਕਰੀਏ, ਭਾਵ ਜੇ ਨਰਮੇ ਦੀ ਬਿਜਾਈ ਤੋਂ ਲੈ ਕੇ ਨਰਮੇ ਦੀ ਚਗਾਈ ਤੱਕ ਦੇ ਆਪਣੇ ਤਜਰਬੇ ਪੂਰੇ ਇਸ ਦੇ ਵਿੱਚ ਸਾਂਝੇ? ਹਾਂ ਜੀ, ਨਰਮੇ ਦੀ ਬਿਜਾਈ ਤੋਂ ਲੈ ਕੇ ਨਰਮੇ ਦੀਆਂ ਛਟੀਆਂ ਪੱਟਣ ਤੱਕ। ਅੱਛਾ ਜੀ। ਹਾਂ, ਟਿੰਡੇ ਖੜਾਉਣ ਤੱਕ। ਹਾਂ, ਆਪਣੇ ਬਹੁਤੇ ਫਾਰਮਰ ਹੁੰਦਾ ਨਾ ਕਿ ਹਰ ਇੱਕ ਚੀਜ਼ ਦੇ 2 ਰਾਹ ਹੁੰਦੇ ਆ ਜੀ, ਇੱਕ ਪੋਜ਼ਿਟਿਵ, ਇੱਕ ਨੈਗੇਟਿਵ। ਜਿੱਦਾਂ ਪੋਜ਼ਿਟਿਵ ਸਮੇਂ ਸਿਰ ਹੋ ਗਿਆ ਤਾਂ ਕੰਮ ਦਾ, ਨਹੀਂ ਉਹ ਵੀ ਨਹੀਂ ਕੰਮ ਦਾ, ਨੈਗੇਟਿਵ ਤਾਂ ਵੈਸੇ ਹੀ ਕੰਮ ਦਾ ਨਹੀਂ ਹੁੰਦਾ। ਇਸ ਬੁੱਕ ਦੇ ਵਿੱਚ ਤੁਹਾਨੂੰ ਐਪਰੀਸ਼ੀਏਸ਼ਨ ਆਪ ਖੁਦ ਹੀ ਦੇਵੋਗੇ ਤੁਸੀਂ, ਵੀ ਆਹ ਮੈਂ ਕੰਮ ਇਸ ਬੁੱਕ ਤੋਂ ਪੜ੍ਹ ਕੇ ਕੀਤਾ ਤੇ ਮੈਨੂੰ ਸਹੀ ਲੱਗਿਆ, ਇਹ ਮੈਂ ਹੁਣ 4 ਨੂੰ ਹੋਰ ਦੱਸ ਦਿਆਂ। ਠੀਕ ਹੈ, ਕਿਉਂਕਿ ਤਜਰਬਾ ਜਿੰਨਾ ਕੜ ਕੇ ਪਰਵੱਕ ਹੁੰਦਾ ਜੀ, ਉਹ ਤੁਸੀਂ ਆਪ ਹੀ ਕਰ ਸਕਦੇ, ਤੁਹਾਨੂੰ ਨਹੀਂ ਕੋਈ ਕਰਾ ਸਕਦਾ। ਤੁਹਾਨੂੰ ਮੈਂ ਕੋਈ ਸ਼ਾਰਟਕਟ ਦੱਸਤਾ ਵੀ ਇੱਥੋਂ ਸਿੱਧਾ ਰਾਹ ਜਾਂਦਾ ਹੈ, ਪਰ ਇਹ ਕੱਚਾ ਹੈ ਜੀ। ਜੇ ਤਾਂ ਤੁਸੀਂ ਪਹਿਲਾਂ ਕੱਚੇ ਰਾਹਾਂ 'ਚ ਧੱਕੇ ਉਹ ਖਾਦੇ ਹੋਏ, ਮਤਲਬ ਤੁਹਾਨੂੰ ਪਤਾ ਹੋਇਆ, ਫੀਲਿੰਗ ਹੋਈ ਵੀ ਕੱਚੇ ਰਾਹ 'ਚ ਤਾਂ ਟਾਈਮ ਵੱਧ ਵੀ ਲੱਗ ਸਕਦਾ, ਸ਼ਾਰਟਕਟ ਤੋਂ ਕੀ ਲੈਣਾ, ਆਪਾਂ ਲੰਮਾ ਕੱਟ ਅਪਣਾ ਲਾਂਗੇ। ਇਹ ਇੱਕ ਤਰੀਕੇ ਦਾ ਸ਼ਾਰਟਕਟ ਦਿੱਤੇ ਹੋਏ ਤੁਹਾਨੂੰ। 106 ਪੇਜਾਂ 'ਚ ਮੈਂ ਕੀ ਲਿਖ ਦੂੰ? ਕਿੰਨਾ? ਮੈਂ 1600 ਪੇਜ 'ਚ ਵੀ ਨਹੀਂ ਕੁਛ ਲਿਖ ਸਕਦਾ, ਮੈਥੋਂ ਵੀ ਬਹੁਤ ਗੁਣੀ ਗਿਆਨੀ ਬੈਠੇ ਆ, ਪਰ ਸਮਝਣ ਵਾਲੇ ਬੰਦੇ ਨੂੰ ਇਹ ਭਾਸ਼ਾ ਸਮਝ ਆ ਸਕਦੀ ਹੈ। ਕਿਉਂਕਿ ਜਿਹੜੀ ਟੈਕਨੀਕਲ ਭਾਸ਼ਾ ਹੁੰਦੀ ਹੈ, ਜਿਹਦੇ ਵਿੱਚ ਆਪਾਂ ਕਿਹਾ ਵੀ ਆਹ ਤੱਤ ਇਦਾਂ ਕੰਮ ਕਰਦਾ ਜੀ, ਇਦਾਂ ਬੜਾ ਵੱਡਾ ਲਿਖਿਆ ਹੁੰਦਾ, ਆਪਾਂ ਇਹ 'ਚ ਬਹੁਤ ਥੋੜਾ ਲਿਖਿਆ ਹੋਇਆ ਤੇ ਉਹਨੂੰ ਉਸ ਭਾਸ਼ਾ 'ਚ ਲਿਖਿਆ ਹੋਇਆ ਜਿਵੇਂ ਆਪਾਂ ਗੱਲਾਂ ਕਰੀ ਜਾਂਦੇ ਬੈਠੇ। ਇਹਨੂੰ ਬਹੁਤ ਕੋਈ ਜ਼ਿਆਦਾ ਟਫ ਪੰਜਾਬੀ ਜਾਂ ਇੰਗਲਿਸ਼ ਨਹੀਂ ਲਿਖਿਆ ਹੋਇਆ, ਇਹ ਪੰਜਾਬੀ ਭਾਸ਼ਾ ਆਮ ਸਮਝ ਆ ਸਕਦੀ ਹੈ, ਨੌਜਵਾਨਾਂ ਨੂੰ ਤਾਂ ਖਾਸ ਕਰਕੇ ਸਮਝ ਆ ਸਕਦੀ। ਅੱਛਾ, ਕਿੰਨੇ ਸਮੇਂ ਦੇ ਵਿੱਚ? ਤਜਰਬਾ ਤਾਂ 12 ਤੋਂ ਲੈ ਕੇ 21 ਤੱਕ ਦਾ, 20 ਤੱਕ ਦਾ ਗਾ, ਲਿਖੀ ਕਿੰਨੇ ਸਮੇਂ ਦੇ ਵਿੱਚ? 3 ਸਾਲਾਂ ਦੇ ਵਿੱਚ ਲਿਖੀ ਹੈ ਭਰਾ। ਅੱਛਾ ਜੀ। ਹਾਂ ਜੀ, ਕਿਉਂਕਿ ਦੇਖੋ, ਮੈਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਬਹੁਤ ਮਿਲ ਜਾਂਦੀਆਂ। ਲਿਟਰੇਚਰ ਵਾਸਤੇ ਤੁਹਾਨੂੰ ਮੈਗਜ਼ੀਨ ਬਹੁਤ ਮਿਲ ਜਾਂਦੇ ਆ, ਲਿਟਰੇਚਰ ਪੇਪਰ ਮਿਲ ਜਾਂਦੇ ਆ ਜਿਹੜੇ ਪਬਲਿਸ਼ ਹੁੰਦੇ ਆ, ਰਿਸਰਚ ਪੇਪਰ ਮਿਲ ਜਾਂਦੇ ਆ, ਪਰ ਜਿੰਨਾ ਚਿਰ ਤੁਸੀਂ ਆਪਦੇ ਖੇਤ 'ਚ ਲਾ ਕੇ ਜਮਾ ਕੇ ਮੋਹਰ ਨਹੀਂ ਲਾਉਂਦੇ, ਉਹਨਾਂ ਚਿਰ ਉਹ ਤੁਹਾਡੇ ਵਾਸਤੇ ਬਲਬਲੇ ਹੁੰਦੇ ਆ। ਉਹ ਇੱਕ ਤਰ੍ਹਾਂ ਦੀ ਸੁਣੀ ਸੁਣਾਈ ਗੱਲ ਹੁੰਦੀ। ਅੱਛਾ, ਇਹ ਚੀਜ਼ ਪੱਕੀ ਆ ਵੀ ਇਹਦੇ 'ਚ ਤਜਰਬੇ ਹੀ ਲਿਖੇ, ਇਹਦੇ 'ਚ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਹੈਗੀਆਂ? ਨਾ ਜੀ, ਸੁਣੀਆਂ ਸੁਣਾਈਆਂ ਗੱਲਾਂ ਉਹਨਾਂ ਨੂੰ ਪਹਿਲਾਂ ਪਰਖ ਲਿਆ ਗਿਆ ਜੀ। ਅੱਛਾ, 3 ਸਾਲ ਤੋਂ ਲਗਾਤਾਰ ਪਰਖ ਰਹੇ ਆ ਉਹਨਾਂ ਚੀਜ਼ਾਂ ਨੂੰ। ਜਦੋਂ ਉਹ ਕਸਵੱਟੀ ਤੇ ਉਤਰੀਆਂ ਵੀ ਇਦਾਂ ਮੇਰੇ ਖੇਤ 'ਚ ਇਹਨਾਂ ਦੇ ਰਿਸਪੌਂਸ ਦੇ ਕੇ ਗਈਆਂ, ਤੁਸੀਂ ਵਰਤ ਸਕਦੇ ਹੋ ਬਿਨਾਂ ਕਿਸੇ। ਹੁਣ ਇਹਦੇ ਇੱਕ ਦਲਾਲ ਘੋਲ ਦੀ ਗੱਲ ਕੀਤੀ ਗਈ ਆਪਾਂ ਨੂੰ। ਦੇਖੋ, ਆਪਣੇ ਬਹੁਤੇ ਕਿਸਾਨ ਡਾਕਟਰ ਸੁਰਿੰਦਰ ਦਲਾਲ ਬਾਰੇ ਨਹੀਂ ਜਾਣਦੇ, ਜਿਹੜੇ ਕਿ ਬੰਦੇ ਦਾ ਮੂੰਹ ਪੜ੍ਹ ਕੇ ਬੰਦਾ ਦੱਸ ਦਿੰਦੇ ਸੀ ਵੀ ਕੀ ਸੋਚ ਰਿਹਾ। ਇੰਨਾ ਜ਼ਿਆਦਾ ਵਧੀਆ ਮਨੋਵਿਗਿਆਨ ਦੇ ਸੀਗੇ ਉਹ। ਉਹਨਾਂ ਨੇ ਖੇਤੀਬਾੜੀ ਦੇ ਵਿੱਚ ਬਹੁਤ ਵਧੀਆ ਕਿਸਾਨਾਂ ਦੇ ਲਈ ਸਿਰਮੌਰ ਕੰਮ ਕੀਤਾ ਹੋਇਆ। ਨਹੀਂ ਐਪਰੀਸ਼ੀਏਟ ਹੋਇਆ, ਵੱਖਰੀ ਗੱਲ ਹੈ। ਸਰਕਾਰਾਂ ਨੇ ਕਿਹਨੂੰ ਐਪਰੀਸ਼ੀਏਟ ਕਰਨਾ, ਕਿਹਨੂੰ ਨਹੀਂ ਕਰਨਾ, ਇਹ ਉਹਨਾਂ ਦਾ ਸਿਸਟਮ ਆ। ਠੀਕ ਹੈ, ਪਰ ਸੁਸਾਇਟੀ ਨੂੰ ਤਾਂ ਇਹ ਦੇਖਣਾ ਚਾਹੀਦਾ ਵੀ ਜੇ ਕੋਈ ਚੰਗਾ ਕੰਮ ਕਰ ਰਿਹਾ ਤਾਂ ਉਸ ਦੀ ਮਾਨੀ ਲਈ ਜਾਵੇ, ਜਾਂ ਉਸ ਨੂੰ ਦੱਸਿਆ ਜਾਵੇ ਵੀ ਤੁਸੀਂ ਇੱਥੇ ਗਲਤ ਹੋ, ਉਹ ਬੰਦਾ ਹੋਰ ਚੰਗਾ ਕੰਮ ਕਰ ਲੇਗਾ। ਪਰ ਜਦੋਂ ਉਹਨਾਂ ਨੇ ਵੀ ਖੇਤ 'ਚ ਦੇਖਿਆ ਵੀ ਆਹ ਚੀਜ਼ ਥੱਲੇ ਪਾਉਣ ਦੀ ਲੋੜ ਨਹੀਂ ਹੈਗੀ, ਆਹ ਕੀੜੇ ਤੋਂ ਡਰਨ ਦੀ ਲੋੜ ਨਹੀਂ ਹੈਗੀ, ਆਹ ਸੁੰਡੀ ਤੋਂ ਡਰਨ ਦੀ ਲੋੜ ਨਹੀਂ ਹੈਗੀ, ਆ ਇੱਦਾਂ ਤੁਸੀਂ ਫਸਲ ਦੀ ਗਰੋਥ ਕਰਵਾ ਸਕਦੇ ਹੋ, ਬਹੁਤ ਸਸਤੇ ਤਰੀਕੇ ਨਾਲ ਕਰਵਾ ਸਕਦੇ ਹੋ, ਤਾਂ ਉਹ ਚੀਜ਼ਾਂ ਨੂੰ ਆਪਾਂ ਜਿਹੜੇ ਇਹਦੇ ਵਿੱਚ ਬੁੱਕ ਦੇ 'ਚ ਕਨਕਲੂਡ ਕੀਤਾ, ਤਾਂ ਮੈਨੂੰ ਨਹੀਂ ਲੱਗਦਾ ਵੀ ਫਾਰਮਰ ਨੂੰ ਖਰਚੇ ਦੇ ਨਾਲ ਹਰ ਸਮੱਸਿਆ ਹੱਲ ਹੋ ਜੂਗੀ। ਉਹਨੂੰ ਸਮੱਸਿਆ ਸਮਝ ਆ ਗਈ ਤਾਂ ਉਹ ਘੱਟ ਖਰਚੇ ਨਾਲ ਵੀ ਹੱਲ ਹੋ ਸਕਦੀ ਹੈ। ਅੱਛਾ, ਹੁਣ ਤੱਕ ਫਿਰ ਪ੍ਰਗਟ ਕਿੰਨੇ ਕੁ ਕਿਸਾਨ ਭਰਾਵਾਂ ਦੇ ਜਿਹੜੇ ਖਰਚੇ ਆ ਘਟਾ ਚੁੱਕਿਆ ਆ? ਮੈਂ ਤਾਂ ਇਹ ਦੇਖਦਾ ਜੀ, ਮੈਂ ਆਪਦੇ ਆਪ ਨੂੰ ਕੰਪੇਅਰ ਆਪਦੇ ਨਾਲ ਹੀ ਕਰਦਾ ਹੁੰਦਾ, ਪਿਛਲੇ ਸਾਲ ਨਾਲ। ਠੀਕ ਹੈ, ਮੈਂ ਆਪਦੇ ਗਵਾਂਢੀ ਨਾਲ ਨਹੀਂ ਕੰਪੇਅਰ ਕਰਨਾ, ਮੈਂ ਕੋਈ ਆਪਦੇ ਮਾਸੀ ਦੇ ਮੁੰਡੇ, ਮਾਮੇ ਦੇ ਮੁੰਡੇ ਨਾਲ ਨਹੀਂ ਕੰਪੇਅਰ ਕਰਨਾ ਹੈਗਾ। ਮੈਂ ਦੇਖਣਾ ਹੈਗਾ ਵੀ ਮੇਰੀ ਜੇ ਆਮਦਨ ਵੱਧਦੀ ਆ, ਖਰਚਾ ਘੱਟ ਹੋਣਾ ਚਾਹੀਦਾ। ਠੀਕ ਹੈ, ਪਤਾ ਹੀ ਆਪਾਂ ਨੂੰ ਵੀ ਫਸਲ ਆ ਜਿਹੜੀ ਉਹ ਮੌਸਮ ਦੇ ਥੱਲੇ ਪਲਣੀ ਆ। ਇੱਥੇ ਕੋਈ ਸੁੱਚਤਾ ਲਾਈ ਨਹੀਂ ਹੋਈ ਵੀ ਇਹਨੂੰ ਆਹ ਮੌਸਮ ਚਾਹੀਦਾ, ਇਹ ਛੱਡ ਦਿਓ, ਉਹ ਛੱਡ ਦਿਓ। ਪੋਲੀ ਹਾਊਸ ਵਾਲਾ ਕੰਮ ਤਾਂ ਹੈ ਨਹੀਂ, ਓਪਨ ਫਾਰਮਿੰਗ ਆ। ਓਪਨ ਫਾਰਮਿੰਗ ਦੇ ਵਿੱਚ ਮੇਰਾ ਖਰਚਾ ਜਦੋਂ 15,000 ਤੋਂ 8 ਹੋਇਆ, 8 ਤੋਂ 6 ਹੋਇਆ, 6 ਤੋਂ 4 ਹੋਇਆ, ਤਾਂ ਫਿਰ ਆਪਣਾ ਕੌਨਫੀਡੈਂਸ ਫੇਰ ਵੱਧਦਾ। ਤੇ ਪਰ ਜਦੋਂ ਮੇਰੇ ਟੱਚ ਦੇ ਫਾਰਮਰ ਆ ਜਿਹੜੇ, ਆਪਾਂ ਕਹਿ ਦਿੰਦੇ ਨਾ ਵੀ ਹੁਣ ਤੁਸੀਂ ਕਲੋਰੋ ਵਾਲੀ ਗੱਲ ਕੀਤੀ ਸੀ ਪਹਿਲਾਂ, ਜਾਂ ਨਰਮੇ 'ਚ ਵੀ ਪੈਂਦੀ ਆ, ਨਰਮੇ 'ਚ ਵੀ ਪਾਉਂਦੇ ਆ ਲੋਕ ਵੀ ਬੂਟੇ ਸੁੱਕਣ ਵਾਲੀ ਸਮੱਸਿਆ। ਮੈਂ ਕਿਹਾ ਵੀ ਬੂਟੇ ਸੁੱਕਣ ਦੀ ਸਮੱਸਿਆ ਹੋਰ ਆ, ਤੁਸੀਂ 10 ਬੂਟਿਆਂ 'ਚ ਨਾ ਪਾਓ। ਠੀਕ ਹੈ, ਜਾਂ ਤੁਸੀਂ 10 ਬੂਟਿਆਂ ਦੀ ਸਿਉਂਕ ਇਕੱਠੀ ਕਰਕੇ ਇੱਕ ਦੀ ਜੜ 'ਚ ਪਾ ਦਿਓ, ਤੇ ਉਹ ਬੂਟੇ ਨੂੰ ਤੁਸੀਂ 10 ਦਿਨ ਲਗਾਤਾਰ ਉਹ ਕਰੋ, ਚੈੱਕ ਕਰਦੇ ਰਹੋ, ਫਿਰ ਤਾਂ ਉਹਨੂੰ ਖਾ ਜਾਣਾ ਚਾਹੀਦਾ।
ਬਿਲਕੁਲ ਠੀਕ ਹੈ। ਮਰੀ ਹੋਈ ਚੀਜ਼ ਨੂੰ ਸਿਉਂਖ ਨੇ ਖਾਣਾ ਹੀ ਹੈ ਜੀ, ਇਹ ਕੁਦਰਤੀ ਪ੍ਰਵਿਰਤੀ ਹੈ, ਉਹਨਾਂ ਨੇ ਕੰਮ ਲਾਇਆ ਹੋਇਆ, ਹਰ ਇੱਕ ਚੀਜ਼ ਨੂੰ ਕੰਮ ਲਾਇਆ ਹੋਇਆ, ਪੱਦੇ ਨੂੰ ਵੀ ਭੜਕਣ ਵਾਸਤੇ ਕੰਮ ਲਾਇਆ ਹੋਇਆ, ਭੜਕਦਾ ਹੀ ਫਿਰਦਾ ਜੀ। ਤੇ ਜਦੋਂ ਬੂਟਾ ਮਰ ਰਿਹਾ, ਮਰ ਕੇ ਗਲਣਾ ਛੱਡਣਾ ਸ਼ੁਰੂ ਹੋ ਗਿਆ, ਜਿਹੜਾ ਵੀ ਪਾਰਟ ਹੋ ਗਿਆ, ਆਪ ਹਰਾ ਖੜਾ ਉਹਦਾ ਕੋਈ ਪਾਰਟ ਮਰ ਗਿਆ, ਉਹਨੂੰ ਸਿਉਂਖ ਨਹੀਂ ਖਾਣਾ ਜੀ। ਬਿਲਕੁਲ ਠੀਕ ਹੈ। ਆਪਣੇ ਖੇਤ ਦੇ ਵਿੱਚ ਕਿੰਨਾ ਕਚਰਾ ਵਚਰਾ ਪਿਆ ਹੈਗਾ, ਇਸ ਨੂੰ ਵੀ ਸਿਉਂਖ ਨਹੀਂ ਖਾਣਾ ਹੈਗਾ। ਬਾਣਾ 'ਚ ਸਿਉਂਖ ਨਾ ਹੋਵੇ ਤਾਂ ਬਾਣ ਨਮਰਦਾ ਜੀ, ਬਾਣ ਖਤਮ ਹੈ, ਨਿੱਲ ਹੈ, ਕੋਈ ਨਹੀਂ ਹੈਗਾ ਬਾਣ 'ਚ। ਨਵੀਂ ਮਿੱਟੀ, ਨਵੇਂ ਬਾਣ, ਜਦੋਂ ਆਪਾਂ ਬਾਣ ਪਟਾ ਲੈਂਦੇ 5-7 ਫੁੱਟ, ਮਤਲਬ ਟਿੱਬਾ ਚੱਕਿਆ ਖਾਲੀ ਹੈ, ਉੱਥੇ ਕੋਈ ਮਾਈਕਰੋ ਆਰਗੈਨਿਜ਼ਮ ਨਹੀਂ ਹੈਗਾ, ਨਾ ਜ਼ਿਆਦਾ ਵਧੀਆ ਕੋਈ ਸਿਉਂਖ ਨਹੀਂ ਹੈਗੀ, ਕੋਈ ਹੋਰ ਚੀਜ਼ ਨਹੀਂ, ਉੱਥੇ ਬੂਟੇ ਕਿਉਂ ਸੁੱਕ ਜਾਂਦੇ ਫਿਰ? ਉਹਦੇ ਸਿਉਂਖ ਤਾਂ ਆਈ ਨਹੀਂ ਹੈਗੀ ਹਜੇ ਤੱਕ। ਤੁਸੀਂ ਜਮਾਂ ਨਵੀਂ ਮਿੱਟੀ ਪੁੱਟ ਲਿਆਓ 20 ਫੁੱਟ 25 ਫੁੱਟ ਤੋਂ ਜਾ ਕੇ, ਉਹਦੇ 'ਚ ਬੂਟਾ ਲਾ ਦਿਓ, ਬੂਟਾ ਸੁੱਕੂਗਾ, ਕਿਉਂਕਿ ਉਹਦੇ ਕੋਲੇ ਖੁਰਾਕ ਹੀ ਨਹੀਂ ਹੈਗੀ, ਉਹਦੇ ਕੋਲੇ ਬੂਟੇ ਨੇ ਜੜ੍ਹਾਂ ਹੀ ਨਹੀਂ ਡਿਵੈਲਪ ਕੀਤੀਆਂ, ਜਾਂ ਉਹਦੀ ਪੀਐਚ ਖਰਾਬ ਆ, ਕੋਈ ਕਰੈਕਟਰ ਨਹੀਂ ਵਧੀਆ ਹੈਗਾ। ਬਰਮੀ ਕੰਪੋਸਟ ਦੇ ਵਿੱਚ ਬੂਟਾ ਲਾ ਦਿਓ, ਨਾਲ 2 ਮੁੱਠੀਆਂ ਸਿਉਂਖ ਪਾ ਦਿਓ, ਤੇ ਬੂਟਾ ਚੱਲ ਪਊਗਾ ਮਿੱਟੀ ਦੇ ਵਿੱਚ ਸਹੀ ਰੇਸ਼ੋ ਦੇ ਵਿੱਚ। ਜੇਕਰ ਬੂਟਾ ਲੱਗਿਆ ਹੋਇਆ, ਆਪਾਂ ਦੇਖਦੇ ਹਾਂ ਕਲੋਰੋ ਦੇ ਨਾਲ ਜਾਂ ਹੋਰ ਕਿਸੇ ਸਮੱਸਿਆ ਦੇ ਨਾਲ, ਆਪਾਂ ਜਦੋਂ ਗਲਤ ਤੱਥ ਦੇ ਨਾਲ ਕੋਈ ਚੀਜ਼ ਪੇਸ਼ ਕਰਦੇ ਨੇ, ਜਾਂ ਧਾਰਨਾ ਬਣ ਜਾਂਦੀ ਹੈ ਵੀ ਫਲਾਣੇ ਨੇ ਪਾਇਆ ਉਹਦਾ ਨਰਮਾ ਤਾਂ ਸਹੀ ਹੋ ਗਿਆ, ਮੇਰੇ 'ਚ ਵੀ ਉਹੀ ਸਮੱਸਿਆ, ਮੈਂ ਵੀ ਉਹੀ ਪਾਲਾਂ, ਇਹ ਇੱਥੇ ਆ ਕੇ ਮਾਰ ਪੈਂਦੀ ਆ, ਇੱਥੇ ਆ ਕੇ ਆਪਣੇ ਖਰਚੇ ਵੱਧਦੇ ਆ। ਜਦੋਂ ਤੁਹਾਨੂੰ ਸਮੱਸਿਆ ਸਮਝ ਆਉਣ ਲੱਗ ਗਈਆਂ, ਤੁਹਾਡੇ ਖਰਚੇ ਘਟ ਜਾਣੇ ਹੈਗੇ ਆਟੋਮੈਟਿਕ ਜੀ। ਅੱਛਾ, ਜਿਹੜਾ ਹੁਣ ਕਿਸਾਨ ਭਰਾ ਕੋਈ ਸਾਨੂੰ ਦੇਖ ਰਿਹਾ, ਜੇ ਬੁੱਕ ਤੁਹਾਡੀ ਖਰੀਦਣਾ ਚਾਹੁੰਦੇ, ਤੁਹਾਡੀ ਬੁੱਕ ਲੈਣਾ ਚਾਹੁੰਦੇ, ਰਾਬਤਾ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦੇ ਆ, ਕਿੱਥੋਂ ਜਿਹੜੇ ਖਰੀਦ ਸਕਦੇ ਆ? ਹਾਂਜੀ, ਇਹ ਬੁੱਕ ਆਪਾਂ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਵੀ ਘਰੋਂ ਘਰ ਪਹੁੰਚਾਈ ਜਾਵੇ, ਮੰਡੀਆਂ 'ਚ ਕਿਸਾਨਾਂ ਦੇ ਘਰਾਂ 'ਚ ਰੱਖੀ ਕਿਤਾਬ। ਪਰ ਹੁਣ ਆਪਣੇ ਬਾਈ ਜੱਸ ਨੇ, ਪਬਲਿਸ਼ਰ ਨੇ ਜਿਹੜੇ ਪਟਿਆਲੇ ਤੋਂ, ਕਿਤਾਬ ਆਰਟ ਵਾਲੇ, ਉਹਨਾਂ ਨੇ ਇਹਨੂੰ ਐਮਾਜ਼ਨ ਤੇ ਅਵੇਲੇਬਲ ਕਰਾਤਾ। ਤੁਸੀਂ ਮੇਰਾ ਨਾਮ ਸਰਚ ਕਰਦੇ ਹੋ ਪ੍ਰਗਟ ਸਿੰਘ, ਜਾਂ ਨਰਮਾ ਲਿਖਦੇ ਹੋ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ, ਤਾਂ ਇਹ ਤੁਹਾਨੂੰ ਕਿਤਾਬ ਉੱਥੇ ਸ਼ੋਅ ਹੋ ਜਾਂਦੀ ਹੈ, ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ, ਇੰਡੀਆ ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਅੱਛਾ ਜੀ, ਕੋਈ ਪ੍ਰੋਬਲਮ ਨਹੀਂ। ਹੁਣ ਆਖਰੀ ਸੁਨੇਹਾ ਕੀ ਰਹੇਗਾ ਆਖਰੀ ਕਿਸਾਨ ਭਰਾਵਾਂ? ਹਾਂ, ਕਿਸਾਨ ਭਰਾਵਾਂ ਦੀ ਇਹੀ ਬੁੱਕ ਦੇ ਲਈ ਮੈਂ ਮੰਗੂਗਾ ਬਈ ਕੀ ਰਹੇਗਾ ਸੁਨੇਹਾ, ਕੀ ਦਿਓਗੇ? ਮੈਂ ਤੁਹਾਨੂੰ ਬੁੱਕ ਦੇ ਬੈਕ ਸਾਈਡ ਤੇ ਦਿਖਾਉਣਾ, ਇਹਦੇ ਪਿੱਛੇ ਮੇਰੀ ਅਰਜ਼ ਲੱਗੀ ਹੋਈ ਹੈ। ਇਹ ਅਰਜ਼ ਵੈਸੇ ਮੈਂ 4 ਰੁਪਏ ਦੀ ਲਿਖੀ ਸੀ, ਬੁੱਕ ਦਾ ਸਾਈਜ਼ ਛੋਟਾ ਸੀਗਾ ਤੇ ਫਿਰ ਮੈਂ ਇਹਨੂੰ ਘਟਾਉਣਾ ਪੈ ਗਿਆ। ਪਰ ਇਹ ਬੁੱਕ ਦੀ ਅਰਜ਼ ਆ ਜਿਹੜੀ, ਉਹ ਇਹੀ ਆ ਵੀ ਖੁਦਕੁਸ਼ੀ ਨਾਲ ਤਾਂ ਹੱਲ ਨਹੀਂ ਹੋਣਾ, ਸਮੱਸਿਆਵਾਂ ਆਪਣੀਆਂ ਹੱਲ ਬਾਣੀਆਂ ਕਰੇ, ਸਰਕਾਰ ਕਰੇ, ਕੋਈ ਏਜੰਟ ਕਰੇ, ਕੋਈ ਕੰਪਨੀ ਕਰੇ, ਇਹ ਉਹਨਾਂ ਦਾ ਕੰਮ ਆ, ਉਹ ਕਰ ਵੀ ਸਕਦੇ, ਨਹੀਂ ਵੀ ਹੱਲ ਕਰ ਸਕਦੇ। ਪਰ ਇਹ ਸਮੱਸਿਆ ਤੁਹਾਡੀ ਹੈ, ਤੁਹਾਨੂੰ ਹੀ ਹੱਲ ਕਰਨੀ ਪੈਣੀ ਹੈ, ਇਹਨੂੰ ਖੁਦਕੁਸ਼ੀ ਨਾਲ ਵੀ ਨਹੀਂ ਹੱਲ ਕੀਤਾ ਜਾ ਸਕਦਾ। ਆਪਾਂ ਪਤਾ ਵੀ ਆਪਣੇ ਸੋਸਾਇਟੀ ਦੇ ਵਿੱਚ ਕਰਜ਼ਾ ਹੋ ਜਾਂਦਾ, ਕਰਜ਼ਾ ਕਿਤੇ ਨਹੀਂ ਹੁੰਦਾ, ਬਾਣੀਆਂ ਤੇ ਵੀ ਕਰਜ਼ਾ ਹੁੰਦਾ ਜੀ, ਉਹ ਤਾਂ ਮਰਦੇ ਨਹੀਂ ਹੈਗੇ, ਜ਼ਿਮੀਂਦਾਰ ਹੀ ਮਰਦੇ ਆ, ਕਿਉਂਕਿ ਉਹਨਾਂ ਦਾ ਮਨੋਬਲ ਬਹੁਤ ਘੱਟ ਹੁੰਦਾ ਜੀ। ਕੋਈ ਵੀ ਕੰਮ ਆ ਜਦੋਂ ਉਹ ਲੈਕ ਆਫ ਕੌਨਫੀਡੈਂਸ ਕੀਤਾ ਜਾਂਦਾ ਜੀ, ਤਾਂ ਬੰਦੇ ਦੇ ਸਕਸੈਸ ਹੋਣ ਦੇ ਚਾਂਸ ਬਹੁਤ ਘੱਟ ਹੁੰਦੇ ਆ। ਤੁਸੀਂ ਉਹਨਾਂ ਚਿਰ ਉਹਦੇ ਵਿੱਚ ਚੰਗੀਆਂ ਪੌੜੀਆਂ ਸਕਸੈਸ ਵੱਲ ਨਹੀਂ ਜਾ ਸਕਦੇ ਜਿੰਨਾ ਚਿਰ ਤੁਹਾਡੇ ਕੋਲ ਨੌਲੇਜ ਤੇ ਕਾਨਫੀਡੈਂਸ ਹੈ ਨਹੀਂਗਾ। ਮੈਂ ਇਸ ਚੀਜ਼ ਨੂੰ ਮਾਣ ਨਾਲ ਨਹੀਂ ਕਹਿੰਦਾ ਹੈਗਾ, ਕਿਉਂਕਿ ਜਿੰਨਾ ਚਿਰ ਬੰਦਾ ਸਿੱਖਣਾ ਬੰਦ ਨਹੀਂ ਕਰਦਾ, ਮੈਨੂੰ ਲੱਗਦਾ ਬੰਦਾ ਹਾਰਦਾ ਹੀ ਨਹੀਂ ਹੈਗਾ। ਬਿਲਕੁਲ, ਉਹਦੇ 'ਚ ਤਾਂਘ ਰਹਿੰਦੀ ਆ, ਉਹਨਾਂ ਚਿਰ ਹੀ ਤਾਂਘ ਰਹਿੰਦੀ ਆ। ਪਰ ਜਦੋਂ ਬੰਦਾ ਸਿੱਖਣਾ ਬੰਦ ਕਰ ਦਿੰਦਾ, ਮੋਟੀਵੇਟ ਹੋਣਾ ਬੰਦ ਕਰ ਦਿੰਦਾ, ਉਹਦਾ ਕੋਈ ਉਹਦਾ ਸੋਰਸ ਨਹੀਂ ਹੁੰਦਾ। ਉਹਦੇ ਆਪਾਂ ਨੂੰ ਕਹਿੰਦੇ ਬੋਡੀ ਨੂੰ ਜਿੰਦਾ ਰੱਖਣ ਦੇ ਲਈ ਖੁਰਾਕ ਚਾਹੀਦੀ ਆ, ਪਰ ਮਨ ਨੂੰ ਵੀ ਤਾਂ ਜਿੰਦਾ, ਮਨ ਨੂੰ ਤਾਂ ਭੁੱਖਾ ਮਾਰ ਰੱਖਿਆ ਆਪਾਂ। ਨਾ ਆਪਾਂ ਨੇ ਕੋਈ ਲਿਟਰੇਚਰ ਇਤਿਹਾਸ ਦਾ ਪੜ੍ਹਨਾ ਹੈਗਾ ਵੀ ਆਪਣੇ ਇਤਿਹਾਸ ਦੇ ਵਿੱਚ ਇੰਨਾ ਦੁੱਖ ਲੋਕ ਜਿਹਨ ਆਪਣੇ ਹੰਢਾ ਕੇ ਗਏ ਆ, ਆਪਣੇ ਕੋਲ ਤਾਂ ਦੁੱਖ ਹੀ ਹੈ ਨਹੀਂ ਕੋਈ, ਤਾਂ ਰੱਜੇ ਰੋਈ ਜਾਂਦੇ ਆਪਾਂ ਤਾਂ। ਬਿਲਕੁਲ ਠੀਕ ਹੈ। ਆਪਾਂ ਜਦੋਂ ਗਲ 'ਚ ਆਪਦੇ ਫੰਦਾ ਪਾ ਲੈਂਦੇ ਹਾਂ, ਉਹਦਾ ਮਤਲਬ ਇਹੀ ਹੈ ਵੀ ਆਪਣੀਆਂ 2.5 ਕਿੱਲੇ ਵਾਲਾ, ਆਪਾਂ 5 ਕਿੱਲੇ ਵਾਲੇ, 20 ਕਿੱਲੇ ਵਾਲੇ, 20 ਕਿੱਲੇ ਵਾਲੇ ਦੇ ਵੀ 100 ਕਰੋੜ 100 ਲੱਖ ਰੁਪਏ ਦਾ ਕਰਜ਼ਾ ਦੇਖਿਆ ਮੈਂ। ਇੱਕ ਬੰਦੇ ਦੇ ਕੋਲੇ 40 ਕਿੱਲੇ ਜ਼ਮੀਨ ਸੀ, 70 ਲੱਖ ਰੁਪਏ ਕਰਜ਼ਾ ਸੀ, ਨਹਿਰ 'ਚ ਮੋਟਰਸਾਈਕਲ ਲੈ ਕੇ ਛਾਲ ਮਾਰ ਗਿਆ, ਹੱਲ ਹੋ ਗਿਆ। ਸਮਾਂ ਪਾਪ ਕਰਕੇ ਗਿਆ, ਉਹਦੇ ਬੱਚਿਆਂ ਨੂੰ ਰੋਲ ਕੇ ਗਿਆ ਉਹ। ਮੈਂ ਉਹਨਾਂ ਬੰਦਿਆਂ ਲਈ ਅਰਜ਼ ਲਿਖੀ ਹੋਈ ਹੈ ਕਿਤਾਬ ਦੇ ਬੈਕ ਸਾਈਡ ਤੇ ਵੀ ਮੈਨੂੰ ਪਲੀਜ਼ ਤੁਸੀਂ 2 ਘੰਟਿਆਂ ਲਈ ਮਿਲ ਲਓ, ਤੁਸੀਂ ਕੀ ਹੋ, ਮੈਂ ਤੁਹਾਨੂੰ ਇਹੀ ਅਹਿਸਾਸ ਕਰਾ ਦੂੰਗਾ ਵੀ ਆਪਾਂ ਤੁਹਾਨੂੰ ਕੋਈ ਲਾਲਚ ਨਹੀਂ ਦੇਣਾ, ਕੋਈ ਪ੍ਰੋਡਕਟ ਨਹੀਂ ਦੇਣਾ ਹੈਗਾ, ਠੀਕ ਹੈ, ਕੋਈ ਮੇਰੀ ਦੁਕਾਨਦਾਰੀ ਨਹੀਂ ਹੈਗੀ। ਵੀ ਜਿਹੜੇ ਮੈਨੂੰ ਕਾਫੀ ਕਿਸਾਨਾਂ ਦੇ ਫੋਨ ਆਇਆ, ਮੈਂ 3-4 ਨੂੰ ਮਿਲਿਆ ਵੀ ਹੈਗਾ ਇਸ ਤੋਂ ਪਹਿਲਾਂ, ਬੁੱਕ ਤੋਂ ਬਾਅਦ ਜਦੋਂ ਮੇਰੀ ਬੁੱਕ ਕਿਸਾਨਾਂ 'ਚ ਜਾਣੀ ਸ਼ੁਰੂ ਹੋਈ ਆ, ਉਹਨਾਂ ਨੂੰ ਪਤਾ ਲੱਗਾ ਵੀ ਦੁੱਖ ਸਾਡਾ ਹੀ ਇੱਦਾਂ ਹੀ ਆ, ਇਹਦੇ ਵਿੱਚ ਸਾਡੇ ਹੀ ਗੱਲਾਂ ਲਿਖੀਆਂ ਹੋਈਆਂ ਵੀ ਇਹ ਸਮੱਸਿਆ ਸਾਡੀ ਜੇ ਹੱਲ ਹੋ ਜੇ ਤਾਂ ਵਧੀਆ। ਕਿਉਂਕਿ ਜਦੋਂ ਜੰਗ ਫਾਰਮਰ ਹੁੰਦਾ ਨਾ, ਇੱਕ ਫਾਰਮਰ ਆਪਣੇ ਨਾਲ ਟੱਚ ਦੇ ਵਿੱਚ ਆ, ਮਾਨਸਾ ਤੋਂ ਆ, ਉਹਦੀ ਸਿਸਟਰ ਕੈਨੇਡਾ ਚਲੀ ਗਈ, ਪੈਸੇ ਲੱਗ ਗਏ, ਫਾਦਰ ਸਾਹਿਬ ਦੀ ਡੈਥ ਹੋ ਗਈ, ਆਪਦੀ ਗ੍ਰੈਜੂਏਸ਼ਨ ਪੂਰੀ ਹੋਈ ਹੈ, ਘਰ ਚਲਾਉਣਾ ਪੈਸੇ ਚਾਹੀਦੇ ਆ, ਪਹਿਲਾਂ ਹੀ ਕਰਜ਼ਾ, ਬਾਣੀਆ ਕਿੱਥੋਂ ਪੈਸੇ ਦੇਊਗਾ, ਬੈਂਕ ਕਿੱਥੋਂ ਪੈਸੇ ਦੇਊਗਾ। ਆਹ ਖੇਤੀ ਬਿਨਾਂ ਪੈਸੇ ਤੋਂ ਹੋ ਸਕਦੀ ਹੈ? ਨਹੀਂ ਹੋ ਸਕਦੀ। ਇਹ ਹਰ ਇੱਕ ਸਮਾਨ ਬਾਹਰੋਂ ਆ ਰਿਹਾ, ਘਰੋਂ ਤਾਂ ਕੁਝ ਬਣਨਾ ਹੀ ਨਹੀਂ ਹੈਗਾ। ਮਨੋਬਲ ਵਧੂਗਾ ਕਿ ਘਟੂਗਾ ਜੀ ਮਨੋਬਲ, ਠੀਕ ਹੈ। ਉਹ ਬਾਈ ਆਇਆ ਮੇਰੇ ਕੋਲੇ ਵੀ ਇੰਨੇ ਕਰਜ਼ਾ, ਮੈਂ ਕਿਹਾ ਵੀ ਆਹ ਟਰੈਕ ਆ, ਠੀਕ ਹੈ, ਬਚ ਸਕਦਾ ਤੂੰ, ਮਰਨ ਦੀ ਤੈਨੂੰ ਲੋੜ ਨਹੀਂ ਹੈਗੀ, ਠੀਕ ਹੈ, ਤੇ ਤੂੰ ਵਧੀਆ ਕੰਮ ਕਰ ਸਕਦਾ। ਜੇ ਤੂੰ 3 ਕਿੱਲਿਆਂ ਦੇ ਤੇਰੇ ਕੋਲੇ ਹੈਗੀ ਨਾ ਪੈਲੀ, ਤੂੰ ਕੈਪਟਨ ਅਮਰਿੰਦਰ ਹੀ ਹੈ, ਤੂੰ ਮਹਾਰਾਜਾ ਹੀ ਹੈ, ਤੂੰ ਉਹਦੇ ਮੁਕਾਬਲੇ ਦਾ ਬੰਦਾ ਹੀ ਹੈ, ਤੇ ਤੂੰ ਇੰਨਾ ਕੁਛ ਕੱਢ ਸਕਦਾ। ਜੇ ਤੇਰੇ 3 ਕਿੱਲਿਆਂ ਦੇ ਵਿੱਚ ਤੈਨੂੰ 1.5 ਲੱਖ ਵੀ ਨਹੀਂ ਬਚਦਾ, ਤੈਨੂੰ ਆਹ ਖੇਤੀ ਛੱਡ ਦੇਣੀ ਚਾਹੀਦੀ ਹੈ।
ਤੂੰ 3 ਕਿੱਲਿਆਂ ਚੋਂ 10 ਲੱਖ ਵਾਲੀ ਖੇਤੀ ਕਰ ਸਕਦਾ, ਪਰ ਤੂੰ ਐਂ ਦੇਖ ਲਈ ਵੀ ਜਿਹੜੀ ਤੁਸੀਂ ਅੱਜ ਮਿਹਨਤ ਕਰ ਰਹੇ ਆ ਇਹਦੇ ਨਾਲ ਮਿਹਨਤ ਵੀ 10 ਗੁਣਾ ਹੋ ਜਾਣੀ ਆ, ਇਹ ਤੋਂ ਨਾ ਭੱਜੀ, ਜੇ ਮਿਹਨਤ ਤੋਂ ਭੱਜੇਗਾ ਤਾਂ ਫਿਰ ਥੱਲੇ ਆਏਗਾ। ਫਿਰ ਉਹਨੂੰ ਸਮਝਾ ਦੀ ਸਾਰੀ ਗੱਲ, ਉਹ ਹੁਣ ਉਦਾਂ ਹੀ ਕਰ ਰਿਹਾ ਜੀ। ਆਪਾਂ ਇੱਕ ਇਹਦੇ ਵਿੱਚ ਕਿਤਾਬਾਂ ਦੇ ਮਗਰ ਇੱਕ ਲਿਸਟ ਦਿੱਤੀ ਹੋਈ ਹੈ, ਆਉਣ ਵਾਲੇ ਸਮੇਂ ਵਿੱਚ ਕਿਹੜੀਆਂ ਕਿਤਾਬਾਂ ਦੇ ਕੰਮ ਚੱਲ ਰਿਹਾ, ਇੱਕ ਖਾਸ ਆਪਣੇ ਨਾਲ ਜੁੜੇ ਹੋਏ ਕਿਸਾਨਾਂ ਦੀਆਂ ਸਕਸੈਸਫੁਲ ਸਟੋਰੀ ਜਿਹੜੀਆਂ ਦੂਜਿਆਂ ਨੂੰ ਮੋਟੀਵੇਟ ਵੀ ਕਰਨੀਆਂ, ਕਿਵੇਂ ਕੰਮ ਕਰਦੀਆਂ ਉਹਨਾਂ ਦੇ ਕੰਮਕਾਰ ਬਾਰੇ ਵੀ ਦੱਸਣਗੀਆਂ, ਉਹਨਾਂ ਤੇ ਵੀ ਆਪਾਂ ਚਾਨਣਾ ਪਾਵਾਂਗੇ, ਉਹ ਸਾਰੇ ਕਿਸਾਨਾਂ ਨੂੰ ਆਪਾਂ ਕਵਰ ਕਰਾਂਗੇ ਜੀ। ਸੋ ਬਾਈ ਤੁਸੀਂ ਕੀਮਤੀ ਸਮੇਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ, ਖਾਸ ਕਰ ਕਿਉਂਕਿ ਜਿਵੇਂ ਆਪਾਂ ਕਿਹਾ ਨਹੀਂ ਕਿ ਇਹ ਜੇ ਟਾਵੇਂ ਟੱਲੇ ਹੁੰਦੇ ਆ ਕਿ ਜਿਵੇਂ ਅਸੀਂ ਤਾਂ ਆਪਦੀ ਸਪਰੇਅ ਨਹੀਂ ਦੱਸਦੇ ਦੂਜੇ ਨੂੰ ਕਿਹੜੀ ਕੀਤੀ ਆ, ਤੁਸੀਂ ਆਪਦੇ ਤਜਰਬੇ ਲੋਕਾਂ ਦੇ ਨਾਲ ਸਾਂਝੇ ਕਰਦੇ ਹੋ ਫ੍ਰੀ ਦੇ ਵਿੱਚ YouTube ਦੇ ਜ਼ਰੀਏ, ਉਸ ਤੋਂ ਬਾਅਦ ਤੁਸੀਂ ਇੱਕ ਕਿਤਾਬ ਦੇ ਜ਼ਰੀਏ ਸਾਂਝੇ ਕੀਤੇ ਆ। ਤਾਂ ਅਸੀਂ ਵੀ ਚਾਹੁੰਦੇ ਆ ਕਿ ਯਾਰ ਇਦਾਂ ਦੀ ਨੌਜਵਾਨ ਪੀੜ੍ਹੀ ਕਿਸਾਨੀ ਦੇ ਵਿੱਚ ਜ਼ਰੂਰ ਆਵੇ, ਕਿਉਂਕਿ ਅਸੀਂ ਕਿਸਾਨੀ ਦਾ ਬਦਲਤਾ ਚਾਹੁੰਦੇ ਆ, ਪਰ ਬਦਲ ਲਿਆਊਗਾ ਕੌਣ, ਲਿਆਉਣਾ ਸਾਨੂੰ ਹੀ ਪਊਗਾ। ਤਾਂ ਜਿਹੜੇ ਨੌਜਵਾਨ ਆਉਂਦੇ ਆ ਤਾਂ ਅਸੀਂ ਜ਼ਰੂਰ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ, ਸਲਾਮ ਸਲੂਟ ਵੀ ਜ਼ਰੂਰ ਕਰਦੇ ਆ, ਤਾਂ ਜੋ ਕਿਸਾਨੀ ਦੇ ਵਿੱਚ ਬਦਲ ਹੋ ਸਕੇ। ਜਿਹੜੀ ਕਿਸਾਨੀ ਨੂੰ ਘਾਟੇ ਦਾ ਸੌਦਾ ਕਿਹਾ ਜਾਂਦਾ ਨਾ, ਤਾਂ ਅਸੀਂ ਉਹਨੂੰ ਵਾਧੇ ਵੱਲ ਲੈ ਕੇ ਜਾਈਏ ਕਿ ਹਾਂ ਯਾਰ ਅਸੀਂ ਕਿਸਾਨ ਆ, ਅਸੀਂ ਪ੍ਰਾਊਡ ਦੇ ਨਾਲ ਹਾਲਾਂਕਿ ਹੁਣ ਅਸੀਂ ਸਟicker ਤਾਂ ਲਵਾਉਣ ਲੱਗ ਗਏ, ਪ੍ਰਾਊਡ ਟੂ ਬੀ ਅ ਫਾਰਮਰ ਹੁਣ ਅਸੀਂ ਹਨਾ ਕਹਿ ਸਕੀਏ। ਸੋ ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਕੀਮਤੀ ਸਮੇਂ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਬਾਈ ਪ੍ਰਗਟ ਸੀ, ਬਾਈ ਪ੍ਰਗਟ ਦੀ ਕਿਤਾਬ ਜਿਹੜੀ ਆ ਇਹ ਰਿਲੀਜ਼ ਹੋਈ ਆ, ਜਿੱਦਾਂ ਬਾਈ ਨੇ ਦੱਸਿਆ ਤੁਸੀਂ ਬਾਈ ਦੇ ਨਾਲ ਰਾਬਤਾ ਕਰਕੇ ਜਿਹੜੀ ਇਹ ਕਿਤਾਬ ਬਾਈ ਰਾਬਤਾ ਕਰਕੇ ਹੀ ਮੰਗਵਾ ਸਕਦੇ ਆ ਨਾ? ਹਾਂਜੀ, ਰਾਬਤਾ ਕਰਕੇ ਜਾਂ Amazon ਤੇ ਸਰਚ ਕਰ Amazon ਤੇ ਬਾਈ ਦਾ ਜਿਹੜਾ ਪ੍ਰਗਟ ਸਿੰਘ ਦਾ ਤੁਸੀਂ ਨਾਮ ਸਰਚ ਕਰਕੇ ਜ਼ਰੂਰ ਮੰਗਵਾ ਸਕਦੇ ਹੋ। ਬਾਈ ਦੀਆਂ ਗੱਲਾਂ ਜਿਹੜੀਆਂ ਨੇ ਬੜੀਆਂ ਵਧੀਆ ਲੱਗੀਆਂ ਕਿ ਯਾਰ ਅਸੀਂ ਜਿਵੇਂ ਨੌਜਵਾਨ ਪੀੜ੍ਹੀ, ਜਦੋਂ ਇਦਾਂ ਦੀ ਨੌਜਵਾਨ ਪੀੜ੍ਹੀ ਕਿਸਾਨੀ ਦੇ ਵਿੱਚ ਅੱਗੇ ਆਉਂਦੀ ਹੈ ਨਾ, ਤਾਂ ਸਾਨੂੰ ਖੁਦ ਨੂੰ ਬੜਾ ਵਧੀਆ ਲੱਗਦਾ, ਕਿਉਂਕਿ ਸਾਨੂੰ ਘਰਾਂ ਦੇ ਵਿੱਚ, ਸਕੂਲਾਂ ਕਾਲਜਾਂ ਦੇ ਵਿੱਚ ਸਿਰਫ ਇਹੀ ਸਿਖਾਇਆ ਜਾਂਦਾ ਕਿ ਪੜ੍ਹ ਲਿਖ ਲਓ, ਚੰਗੀ ਨੌਕਰੀ ਤੇ ਲੱਗ ਜਾਓਗੇ। ਪਰ ਜੇਕਰ ਤੁਸੀਂ ਕਿਸਾਨੀ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਕਿਉਂ ਨਹੀਂ ਲੈ ਸਕਦੇ ਬਈ? ਅਸੀਂ ਹੋਰਾਂ ਨੂੰ ਕੰਮ ਕਿਉਂ ਨਹੀਂ ਦੇ ਸਕਦੇ? ਅਸੀਂ ਬਿਜ਼ਨਸ ਦੇ ਤੌਰ ਤੇ ਇਸ ਨੂੰ ਕਿਉਂ ਨਹੀਂ ਲਿਆ ਜਾ ਸਕਦਾ? ਸ਼ਾਇਦ ਇਹ ਗੱਲ ਸਾਡੇ ਦਿਮਾਗ ਦੇ ਵਿੱਚ ਹਾਲੇ ਤੱਕ ਫਿੱਟ ਹੀ ਨਹੀਂ ਕੀਤੀ ਗਈ, ਪਰ ਜਦੋਂ ਇਦਾਂ ਦੇ ਨੌਜਵਾਨ ਅੱਗੇ ਆਉਂਦੇ ਆ, ਇਹ ਗੱਲਾਂ ਸਾਡੇ ਦਿਮਾਗ ਦੇ ਵਿੱਚ ਜਿਹੜੀਆਂ ਨੇ ਫਿੱਟ ਕਰਦੇ ਆ, ਤਾਂ ਚੰਗਾ ਲੱਗਦਾ ਹੈ ਯਾਰ। ਤਾਂ ਮੈਂ ਤਾਂ ਇਹੀ ਕਹੂੰਗਾ ਕਿ ਇਦਾਂ ਦੇ ਨੌਜਵਾਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਤੇ ਬੁੱਕ ਜਿਹੜੀ ਆ ਤੁਸੀਂ ਜ਼ਰੂਰ, ਤੁਹਾਨੂੰ ਜਿੱਥੋਂ ਹੀ ਮਿਲਦੀ ਆ ਤੁਸੀਂ ਜ਼ਰੂਰ ਖਰੀਦਿਓ, ਤਾਂ ਇਹ ਚਾਹੇ 2-4 ਕਿਸਾਨ ਭਰਾ ਇਕੱਠੇ ਹੋ ਕੇ ਖਰੀਦ ਲਓ, ਪਹਿਲਾਂ ਇੱਕ ਨੇ ਪੜ੍ਹ ਲਈ, ਫਿਰ ਦੂਜੇ ਨੇ ਪੜ੍ਹ ਲਈ, ਫਿਰ ਤੀਜੇ ਨੇ ਪੜ੍ਹ ਲਈ, ਤਾਂ ਜੋ ਯਾਰ ਫਾਇਦਾ ਸਾਡਾ ਥੋੜ੍ਹਾ ਬਹੁਤਾ ਹੋ ਸਕੇ। ਜੇਕਰ ਇਸ ਬੁੱਕ ਦੇ ਪੜ੍ਹਨ ਨਾਲ ਮੈਂ ਕਹਿਣਾ ਤੁਹਾਡਾ 5%, 7%, 10% ਫਾਇਦਾ ਵੀ ਹੁੰਦਾ, ਤਾਂ ਜ਼ਰੂਰ ਤੁਸੀਂ ਜਿਹੜੀਆਂ ਹੋਰ ਬਾਈ ਦੀਆਂ ਤਕਨੀਕਾਂ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਖੇਤੀਬਾੜੀ ਦੇ ਵਿੱਚ ਲਾਇਓ। ਸੋ ਇਦਾਂ ਦੀਆਂ ਮੁਲਾਕਾਤਾਂ ਲੈ ਕੇ ਅਸੀਂ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦੇ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।